ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਚੜ੍ਹਦੀਆਂ ਕਲਾ ਨਾਮ ਜਾਣਦੀਆਂ ਦਾਤਾਂ ਬਖਸ਼ਾਂ ਵਿੱਚ। ਅੱਜ ਆਪਾਂ ਮਾਈਕ ਬੰਦ ਕਰ ਦੇਣਾ ਜੀ ਸਾਰਿਆਂ ਦੇ। ਬਾਣੀ ਨਾਮਦੇਵ ਜੀ ਦੀ ਲੈ ਰਹੇ ਹਾਂ ਜੀ, ਰਾਮਕਲੀ ਰਾਗ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਨੇ ਕਬੀਰ ਜੀ ਦੀ ਬਾਣੀ ਲਈ ਸੀਗੀ। ਆਖਰੀ ਦੇ ਵਿੱਚ ਕਬੀਰ ਜੀ ਕਹਿ ਕਮੀਰ ਕੁਲ ਜਾਤ ਪਾਤ ਤੇ ਚੀਟੀ ਹੋਏ ਚੁਨ ਖਾਈ, ਤੇ ਨਿਮਰਤਾ ਬਾਰੇ ਦੱਸ ਕੇ ਗਏ ਵੀ ਜੇ ਦੁਨੀਆ ਦੇ ਵਿੱਚ ਜਿਹੜਾ ਹੈਗਾ, ਜੇ ਮਾਲਕ ਪਰਮਾਤਮਾ ਦੇ ਨਾਲ ਇਕਮਿਕ ਹੋਣਾ ਆ ਤੇ ਭਾਈ ਕੀੜੀ ਬਣਨਾ ਪਊਗਾ। ਜਿਵੇਂ ਕੀੜੀ ਜਿਹੜੀ ਹੈਗੀ ਰੇਤੇ 'ਚ ਚੁਗ ਲੈਂਦੀ ਹੈ ਖੰਡ, ਉਸੇ ਤਰੀਕੇ ਦੇ ਨਾਲ ਆਪਾਂ ਨੂੰ ਵੀ ਜਿਹੜਾ ਹੈਗਾ ਇਹ ਨਿਮਰਤਾ ਧਾਰਨ ਕਰਕੇ ਜਿਹੜਾ ਹੈਗਾ ਔਰ ਜਿਹੜੀ ਹੈਗੀ ਆ ਮਿਹਨਤ ਕਰਕੇ ਔਰ ਪਰਮਾਤਮਾ ਦੀ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਪਾਤਰ ਬਣਨਾ ਪਊਗਾ। ਮਾਲਕ ਦੀ ਜਿਹੜੀ ਹੈਗੀ ਆ ਨਜ਼ਰ ਦੇ ਵਿੱਚ ਆਉਣਾ ਪਊਗਾ, ਕਿਰਪਾ ਦੇ ਵਿੱਚ ਆਉਣਾ ਪਊਗਾ ਮਾਲਕ ਪਰਮਾਤਮਾ ਦੀ। ਹੁਣ ਅੱਗੇ ਜਿਹੜਾ ਨਾਮਦੇਵ ਜੀ ਆਪਾਂ ਨੂੰ ਗਿਆਨ ਦੇ ਰਹੇ ਆ। ਅੰਗ 972 ਬਾਣੀ ਰਾਮਕਲੀ ਰਾਗ ਰਾਮਕਲੀ। ਬਾਣੀ ਨਾਮਦੇਵ ਜੀਓ ਕੀ ਰਾਮਕਲੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਘਰ ਪਹਿਲਾ ਹਿਦਾਇਤ ਹੈ, ਪਹਿਲੇ ਘਰ 'ਚ ਗਾਉਣਾ ਹੈ, ਪਹਿਲੇ ਘਰ 'ਚ ਵਿਚਾਰ ਲੈਣੀ ਹੈ ਇਹਦੀ। ਪਹਿਲਾ ਘਰ ਕੀ ਆ? ਇੱਕ ਲਾਈਨ ਜਿਹੜੀ ਹੈਗੀ ਆਨੀਲੇ ਕਾਗਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮਦੇ ਭਰਮੀ ਅਲੇ। ਇੰਨਾ ਪੂਰਾ ਪੜ੍ਹ ਕੇ ਉਸ ਤੋਂ ਬਾਅਦ ਵਿਚਾਰ ਕਰੋ ਇਹਦੀ। ਟੁਕੜਿਆਂ 'ਚ ਨਹੀਂ ਵਿਚਾਰ ਕਰਨੀ। ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮਦੇ ਭਰਮੀ ਅਲੇ। ਕਹਿੰਦੇ ਕਾਗਜ਼ ਲਿਆਂਦਾ, ਪਤਲਾ ਪਤੰਗ ਵਾਲਾ ਕਾਗਜ਼ ਲਿਆ ਕੇ ਉਹਦੇ ਵਿੱਚੋਂ ਗੂਡੀ ਕਹਿੰਦੇ ਆ, ਗੁੱਡੀ ਕਹਿੰਦੇ ਆ ਪਤੰਗ ਨੂੰ। ਕਹਿੰਦੇ ਪਤੰਗ ਬਣਾਈ ਉਸ ਕਾਗਜ਼ ਤੋਂ ਤੇ ਆਕਾਸ਼ ਦੇ ਵਿੱਚ ਜਿਹੜਾ ਹੈਗਾ ਪਤੰਗ ਨੂੰ ਉਡਾਇਆ। ਭਰਮੀਲੇ ਮਤਲਬ ਆਕਾਸ਼ ਦੇ ਵਿੱਚ ਪਤੰਗ ਨੂੰ ਉਡਾਇਆ। ਪੰਜ ਜਨਾ ਸਿਓ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਪੰਜ ਜਨਾਂ ਦੇ ਨਾਲ ਬਈ ਹੁਣ ਪਤੰਗ ਉਡਾ ਰਿਹਾ ਹੈ ਜਿਹੜਾ ਪਤੰਗਬਾਜ਼, ਉਹਦੇ ਨਾਲ ਮਿੱਤਰ ਸਾਥੀ ਹੈਗੇ। ਕਿਸੇ ਨੇ ਜਿਹੜਾ ਹੈਗਾ ਉਹਦੀ ਉਹ ਫੜੀ ਹੋਈ ਹੈ, ਉਹਦੀ ਜਿਹੜੀ ਹੈਗੀ ਚੱਕਰੀ। ਕੋਈ ਚੱਕਰੀ ਫੜਦਾ ਹੁੰਦਾ, ਕਈ ਵਾਰੀ ਜਿਹੜੇ ਹੈਗੇ ਆ ਚੱਕਰੀ ਫੜਨ ਵਾਲਾ ਅਲੱਗ ਹੁੰਦਾ ਹੈ, ਉਡਾਉਣ ਵਾਲਾ ਅਲੱਗ ਹੁੰਦਾ ਹੈ, ਅਤੇ ਗੱਲਾਂ ਕਰਨ ਵਾਲੇ ਅਲੱਗ ਹੁੰਦੇ ਆ, ਕਿਉਂਕਿ ਪੇਚੇ ਪੈਂਦੇ ਆ ਦੂਜੀਆਂ ਪਤੰਗਾਂ ਦੇ ਨਾਲ। ਕਹਿੰਦੇ ਇਸ ਤਰੀਕੇ ਦੇ ਨਾਲ ਪੰਜਾਂ ਦੇ ਨਾਲ ਗੱਲਬਾਤ ਕਰਦਾ ਹੈ, ਬੋਲ ਰਿਹਾ ਸਾਰਿਆਂ ਦੇ ਨਾਲ, ਪਰ ਅੱਖਾਂ ਜਿਹੜੀਆਂ ਹੈਗੀਆਂ ਆਕਾਸ਼ ਦੇ ਵਿੱਚ ਹੀ ਆ। ਚਿੱਤ ਜਿਹੜਾ ਹੈਗਾ, ਸੁਰਤ ਜਿਹੜੀ ਹੈਗੀ ਆ ਉਹ ਆਕਾਸ਼ ਦੇ ਵਿੱਚ ਹੀ ਆ। ਚੀਤ ਸੋ ਡੋਰੀ ਰਾਖੀ ਅਲੇ, ਡੋਰ ਦੇ ਵਿੱਚ ਹੈ ਚਿੱਤ। ਪੰਜ ਜਨਾ ਸਿਓ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ। ਐਸੇ ਤਰੀਕੇ ਦੇ ਨਾਲ ਕਹਿੰਦੇ ਤੂੰ ਦੁਨੀਆ ਦੇ ਵਿੱਚ ਕਾਰ ਵਿਹਾਰ ਕਰਨਾ ਹੈਗਾ, ਕਿਉਂਕਿ ਤੈਨੂੰ ਤੇਰੀਆਂ ਗਿਆਨ ਇੰਦਰੀਆਂ ਯੂਜ਼ ਕਰਨੀਆਂ ਪੈਣੀਆਂ ਆ। ਦੇਖਣਾ ਵੀ ਪੈਣਾ ਹੈ, ਕੰਨਾਂ ਦੇ ਨਾਲ ਸੁਣਨਾ ਵੀ ਪੈਣਾ ਆ, ਜੀਭ ਦੇ ਨਾਲ ਬੋਲਣਾ ਵੀ ਪੈਣਾ ਆ। ਇਹ ਸਾਰਾ ਕੁਛ ਕਰਨਾ ਪੈਣਾ, ਸਪਰਸ਼ ਵੀ ਕਰਨਾ ਪੈਣਾ ਹੈ। ਪਰ ਕਹਿੰਦੇ ਆ ਚਿੱਤ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਹੀ ਰੱਖੀ। ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮਦੇ ਭਰਮੀ ਅਲੇ। ਪੰਜ ਜਨਾ ਸਿਓ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ ਅਲੇ। ਕਿਉਂਕਿ ਪੇਟ ਦਿੱਤਾ ਹੈ ਮਾਲਕ ਪਰਮਾਤਮਾ ਨੇ, ਪੇਟ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਦੁਨੀਆ ਦੇ ਵਿੱਚ ਕਾਰ ਵਿਹਾਰ ਕਰਨੀ ਪਊਗੀ। ਆਪਾਂ ਕਿਤੇ ਸੰਸਾਰ ਦੇ ਤੋਂ ਬਾਹਰ ਜਿਹੜਾ ਜਾ ਕੇ ਹਿਮਾਲਯ ਪਰਬਤ ਦੇ ਵਿੱਚ ਗੁਫਾ ਦੇ ਵਿੱਚ ਥੋੜ੍ਹੀ ਨਾ ਟਿਕਣਾ ਜਾ ਕੇ। ਇੱਥੇ ਰਹਿਣਾ ਹੈ ਘਰ ਗ੍ਰਸਤੀ ਦੇ ਵਿੱਚ, ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿਣਾ ਹੈ। ਇੱਥੋਂ ਹੀ ਤਾਂ ਟੈਸਟ ਹੋਊਗਾ, ਇੱਥੋਂ ਹੀ ਤਾਂ ਪਤਾ ਲੱਗੂਗਾ
ਇੱਥੋਂ ਹੀ ਤਾਂ ਜਿਹੜਾ ਹੈਗਾ ਪਤਾ ਲੱਗੂਗਾ ਕਿ ਆਪਣਾ ਕਿੰਨਾ ਕੁ ਜਿਹੜਾ ਹੈਗਾ ਆਪਾਂ ਕਿੰਨੇ ਕੁ ਅੱਗੇ ਵਧ ਰਹੇ, ਕਾਮ ਕਿੰਨਾ ਕੁ ਘਟਿਆ ਹੈ, ਕਿੰਨਾ ਕੁ ਕ੍ਰੋਧ ਘਟਿਆ, ਕਿੰਨਾ ਕੁ ਲੋਭ ਘਟਿਆ। ਹਰ ਰੋਜ਼ ਜਿਹੜਾ ਹੈ ਟੈਸਟ ਹੋਣਾ ਹੈ। आनिले कागद काटिले गुडी आकाश मदे परमियले पंच जनास्यों बात बतौआ चीत सो डोरी राखियले मन राम नामा बेदियले। हे मेरे मना राम दे नाम दे विच जिहड़ा हैगा बस सुरत जिहड़ी है राम दे नाम दे विच टिका के रख। राम नामा बेदियले दा की मतलब है? बेदियले दा मतलब है परमात्मा हमेशा याद रहे, मालक हमेशा याद रहे, अपना आप हमेशा याद रहे बई आपां शरीर नहीं हैगे, आपां शरीर नहीं हैगे। ये जो दिस रहा है ये दूसरा नहीं हैगा, ये परमात्मा दे विचों ही निकलिया होया, ये परमात्मा दी खेड हैगी। मन राम नामा बेदियले, इस तरीके दे नाल मन नूं राम दे नाम दे विच बिन के रखना है, सुरत नूं परमेश्वर दे नाम दे विच बिधना है, नहीं तो विचारां दे विच बिन्नी जाएगी। विचार मन नूं जिहड़े हैगे जकड़ लैणगे। मन राम नामा बेदियले जैसे कनक कला चित मांडियले। जिस तरीके दे नाल कनक कहंदे सोना, कला कहंदे आ कला जानन वाला, सोना नूं जिहड़ा हैगा गहणे बनाउण वाला, उहदा चित्त किस तरह हुंदा है? बुढ़े हुंदे कई देखे ऐनक लाई हुंदी है, बस एक दृष्टि जिहड़ी हैगी उधर ही है, अपने जिहड़ा कढ़ रहा है सोने नूं ते उपर गल्लां भी कर रहा है ग्राहक दे नाल। मन राम नामा बेदियले, क्योंकि ऐनक दे उपरों जिहड़ा ग्राहक नूं देख लैंदा है, फिर थल्ले दी ऐनक दे विचों दी जिहड़ा हैगा फिर सोने नूं देख लैंदा है। मन राम नामा बेदियले जैसे कनक कला चित मांडियले रहाओ। हाँ जी सुखविंदर जी। हाँ जी हाँ जी हाँ जी वीर जी आए नहीं अजे? कोई गल नहीं जी, कोई गल नहीं, आ जाएंगे, अपने आप जुड़ जाना उन्होंने। ठीक है, चलो निजर साहब संगत जी, ये जिहड़ा शब्द भगत नामदेव जी दा रामकली राग दे विच बड़ा गुज्जा शब्द है। ते निजर साहब ने व्याख्या बड़ी सोहनी तरीके नाल कर रहे ने कि वो परमात्मा आप विचर के सारा कुछ करवा रहा है। ते वो बस ਇਹਦਾ ਸੈਂਟਰਲ ਆਈਡੀਆ ਇਹੀ ਹੈ ਕਿ ਤੂੰ ਇਸ ਸੰਸਾਰ ਦੇ ਵਿੱਚੋਂ ਭੱਜਣਾ ਨਹੀਂ। ਇਸ ਸੰਸਾਰ ਦੇ ਵਿੱਚ ਰਹਿੰਦਿਆਂ, ਗ੍ਰਸਥ ਦੇ ਵਿੱਚ ਰਹਿੰਦਿਆਂ ਤੂੰ ਇਸ ਸਾਰੇ ਕਾਰ ਵਿਹਾਰ ਕਰਦਿਆਂ ਇਹ ਆਪਣੀ ਜ਼ਿੰਦਗੀ ਦਾ ਇਹ ਜਿਹੜੀ ਭਗਤੀ ਦੀ ਜਿਹੜੀ ਡੋਰੀ ਹੈ ਇਹਨੂੰ ਨਾਲ ਨਾਲ ਚਲਾਉਣਾ। ਜਿਵੇਂ ਕਹਿੰਦੇ ਜੀ ਉਹ ਮਹਾਂਪੁਰਸ਼ ਕਹਿੰਦੇ ਹੁੰਦੇ, ਕਹਿੰਦੇ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ। ਉਹ ਜਿੱਦਾਂ ਇਹ ਸੈਂਟਰਲ ਆਈਡੀਆ ਦਾ ਇਹੀ ਹੈ। ਤੇ ਉਹ ਜਿੱਦਾਂ ਅਸੀਂ ਮਤਲਬ ਇਹ ਅਸੀਂ ਉਹ ਕਹਿੰਦੇ ਵੀ ਉਹ ਜਿਵੇਂ ਗੁਰਬਾਣੀ ਚ ਕਹਿੰਦੇ ਵੀ ਅਸੀਂ ਜਦੋਂ ਵਿਚਾਰ ਮੁਕਤ ਅਵਸਥਾ ਤੋਂ ਲੰਘ ਜਾਣਾ ਹੈ, ਤੇ ਫਿਰ ਉਹ ਨਾਲ ਨਾਲ ਐਗਜ਼ਾਮਪਲਾਂ ਵੀ ਦੇ ਰਹੇ ਨੇ ਭਗਤ ਨਾਮਦੇਵ ਜੀ ਕਿ ਵੀ ਜਿੱਦਾਂ ਸੁਨਿਆਰਾ ਉਹ ਜਦੋਂ ਉਹਦੇ ਚ ਮਾਰਦਾ ਨਾ ਜੀ, ਉਹ ਜਦੋਂ ਭਖਾਉਂਦਾ ਉਹਦੇ ਨਾਲ ਮਾਰਦਾ ਭੱਠੀ ਚ, ਉਹ ਫੂਕਾ ਮਾਰਦਾ ਜਦੋਂ ਸੁਨਿਆਰਾ ਉਹਨੂੰ ਬਣਾਉਂਦਾ, ਗਹਿਣੇ ਬਣਾਉਂਦਾ ਹੈ, ਤਾਂ ਉਹ ਜਿੰਨਾ ਮਰਜ਼ੀ ਉਹਦਾ ਪਰ ਪੂਰਾ ਚਿੱਤ ਪੂਰਾ ਇਕਾਗਰਤਾ ਨਾਲ ਉੱਥੇ ਖੁੱਭਿਆ ਹੁੰਦਾ, ਉਹ ਉਹਦੇ ਅੰਦਰ ਖੁੱਭਿਆ ਹੁੰਦਾ ਹੈ। ਤੇ ਉਹ ਉਸ ਦੀ ਅਵਸਥਾ ਨੂੰ ਦੱਸਦੇ ਨੇ ਕਿ ਵੀ ਇਸ ਤਰ੍ਹਾਂ ਦੀ ਤੇਰੀ ਅਵਸਥਾ ਹੋਵੇ। ਤੇ ਪਰ ਇਹ ਵੀ ਨਾਲ ਦੱਸਦੇ ਆ ਕਿ ਵੀ ਤੇਰਾ ਇਹ ਟੈਸਟ ਵੀ ਹੈ ਨਾਲ ਕਿ ਵੀ ਤੂੰ ਗ੍ਰਸਥ ਦੇ ਵਿੱਚ ਰਹਿੰਦੇ ਹੋਏ ਜੇ ਤੂੰ ਇਹ ਸਾਰਾ ਕਾਰਵਾਈ ਜਿਹੜੀ ਤੂੰ ਨਿਰਵਿਚਾਰ ਅਵਸਥਾ ਚ ਪਹੁੰਚ ਕੇ ਪਰਮਾਤਮਾ ਦੇ ਧਿਆਨ ਸਿਮਰਨ ਦੇ ਵਿੱਚ ਤੂੰ ਖੁੱਭੇਗਾ, ਤਾਂ ਉਹਦੇ ਨਾਲ ਤੈਨੂੰ ਜਿਹੜੀ ਇਹ ਤੇਰੀ ਯਾਤਰਾ ਜਿਹੜੀ ਹੈ ਫੇਰ ਹੀ ਪਤਾ ਲੱਗੂਗਾ ਕਿ ਵੀ ਹਾਂ ਨਾਲ ਨਾਲ ਤੇਰੇ ਗ੍ਰਸਥ ਵੀ ਤੇਰੇ ਨਾਲ ਹੈ। ਕਿਉਂਕਿ ਜੇ ਤੂੰ ਇਹ ਤੋਂ ਭੱਜ ਜਾਏਗਾ, ਉਹ ਭੱਜਣ ਦਾ ਤਾਂ ਕੋਈ ਇਲਾਜ ਨਹੀਂ ਹੈ। ਭੱਜ ਕੇ ਤਾਂ ਤੂੰ ਜੰਗਲ 'ਚ ਜਾਏਗਾ, ਤੈਨੂੰ ਉੱਥੇ ਲੱਗੇਗਾ ਜੀ ਬੜਾ ਆਨੰਦ ਹੈ ਜੀ ਇੱਥੇ, ਕਿਉਂ ਤੈਨੂੰ ਉਸ ਟੈਸਟ ਦੇ ਵਿੱਚੋਂ ਤਾਂ ਲੰਘਿਆ ਹੀ ਨਹੀਂ। ਉਹ ਪਤਾ ਫੇਰ ਲੱਗਣਾ ਹੈ ਜਦੋਂ ਗੁਰਖੀ ਵੀਰ ਜੀ ਜਿੱਦਾਂ ਕਹਿੰਦੇ ਹੁੰਦੇ ਆ ਕਿ ਜਦੋਂ ਪਤਾ ਫੇਰ ਲੱਗਣਾ ਹੈ ਕਿ ਉਹ ਕੋਈ ਸਾਧੂ ਸੀ ਨਾ ਜੀ, ਉਹ ਜਦੋਂ ਵਾਪਸ ਆਇਆ
ਤੇ ਉਹ ਜੰਗਲ ਚ ਭੱਜ ਗਿਆ ਤੇ ਉਹ ਵਾਪਸ ਆਇਆ ਤੇ ਉਹ ਕਿਸੇ ਨੇ ਉਹਦਾ ਪੈਰ ਮਿੱਧਦਾ ਭੀੜ ਚ, ਉਹ ਇੱਕਦਮ ਕ੍ਰੋਧ, ਤੈਨੂੰ ਪਤਾ ਨਹੀਂ ਮੈਂ ਕੌਣ ਆ, ਤੁਸੀਂ ਵੀ ਸ਼ਾਇਦ ਮੇਰੇ ਨਾਲ ਗੱਲ ਕਰਦੇ ਹੁੰਦੇ ਹੋ ਤਾਂ, ਤੇ ਤੈਨੂੰ ਪਤਾ ਨਹੀਂ ਮੈਂ ਕੌਣ ਆ, ਉਹਦਾ ਉਹ ਕਹਿੰਦੇ ਵੀ ਤੇਰਾ ਕ੍ਰੋਧ ਤਾਂ ਫੇਰ ਹੀ ਪਤਾ ਲੱਗੂਗਾ ਨਾ ਜੇ ਤੂੰ ਉਸ ਸਿਚੁਏਸ਼ਨ ਚ ਹੋਏਗਾ। ਬਿਲਕੁਲ ਬਿਲਕੁਲ ਠੀਕ। ਹਾਂਜੀ 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 ਤੇ ਇਹਦਾ ਮੇਨ ਇਹ ਹੈ ਕਿ ਤੂੰ ਇਹਨਾਂ ਦੇ ਵਿੱਚ ਜਿੱਦਾਂ ਬੱਚਾ ਜਿਹੜੇ ਮਤਲਬ ਮੁੰਡੇ ਚ ਕਾਗਜ਼ ਲਿਆ ਕੇ ਉਹਦੀ ਗੁੱਡੀ ਚੜਾਉਂਦੇ ਆ ਨਾ ਜੀ, ਉਹ ਨਾਲ ਨਾਲ ਗੱਪਾਂ ਵੀ ਮਾਰੀ ਜਾਂਦੇ ਆ, ਨਾਲ ਉਹ ਦੇਖੇ ਤਾਂ ਉਹ ਕੱਟਾ ਧਿਆਨ ਉਧਰ ਹੀ ਆ ਉਹਨਾਂ ਦਾ। ਬਿਲਕੁਲ। ਪਰ ਉਹ ਨਾਲ ਉਹ ਮਨ ਉਹਦਾ ਟਿਕਿਆ ਰਹਿੰਦਾ ਹੈ। ਤੇ ਉਹ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸੁਨਿਆਰੇ ਦੀ ਐਗਜ਼ਾਮਪਲ, ਪਤੰਗ ਚੜਾਉਣ ਦੀ ਐਗਜ਼ਾਮਪਲਾਂ ਦੇ ਕੇ ਉਹੀ ਕਹਿੰਦੇ ਕਿ ਵੀ ਪ੍ਰਮਾਤਮਾ ਨਾਲ ਚਿੱਤ ਤੇਰਾ ਉੱਥੇ ਹੀ ਲੱਗਿਆ ਰਹਿਣਾ ਚਾਹੀਦਾ, ਸੁਰਤ। ਔਰ ਵੈਸੇ ਸੰਗਤ ਜੀ ਇਹ ਹੋ ਵੀ ਜਾਣਾ, ਇਹ ਆਟੋਮੈਟਿਕਲੀ ਹੋ ਜਾਣਾ। ਇਹ ਜਦੋਂ ਅਸੀਂ ਕਰਦੇ ਨਿਰਵਿਚਾਰ ਅਵਸਥਾ ਤੋਂ ਉਹ ਗਗਨ ਮੰਡਲ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਇਹ ਸਾਰੀਆਂ ਚੀਜ਼ਾਂ ਆਪੇ ਹੋ ਜਾਣੀਆਂ ਹੈ। ਪਰ ਉਹ ਉਹਦੇ ਲਈ ਮਤਲਬ ਉਹ ਅਵਸਥਾਵਾਂ, ਉਸ ਅਵਸਥਾ 'ਚ ਜਾ ਕੇ ਬਿਆਨ ਕਰ ਰਹੇ ਨੇ ਭਗਤ ਨਾਮਦੇਵ। ਹਾਂਜੀ, ਉਹ ਕਹਿੰਦੇ ਕਿ ਵੀ ਤੈਨੂੰ ਜਿਹੜਾ ਨਾ ਗ੍ਰਸਤੀ ਦੇ ਵਿੱਚ ਰਹਿਣਾ ਸਭ ਤੋਂ ਸੁਖੈਨ ਹੈਗਾ ਯਾਤਰਾ ਕਰਨ ਵਾਸਤੇ, ਛੱਡ ਕੇ ਨਹੀਂ ਜਾਣਾ ਕਿਤੇ ਵੀ। ਹਾਂਜੀ ਬਿਲਕੁਲ। ਹਾਂ ਤੇ ਜੀ ਕੋਈ ਹਾਂਜੀ ਠੀਕ ਹੈ ਜੀ। ਇਹ ਪਰਮਾਤਮਾ ਤੈਨੂੰ ਹਰ ਵੇਲੇ ਯਾਦ ਰਹਿਣਾ ਚਾਹੀਦਾ, ਤੇਰੀ ਸੁਰਤੀ ਉੱਥੇ ਟਿਕੀ ਰਹੇ। ਹਾਂ ਬਸ ਇਹੀ ਗੱਲ ਆ, ਇਸ ਤਰੀਕੇ ਨਾਲ ਭਗਤੀ ਕਰਨੀ ਆ ਬਸ। ਕਿਉਂਕਿ ਸਾਰਾ ਦਿਨ ਤਾਂ ਆਪਾਂ ਜਿਹੜੇ ਹੈਗੇ ਇਹ ਸੁਣਨ ਦੇ ਵਿੱਚ ਬੈਠ ਨਹੀਂ ਸਕਦੇ, ਸਾਰਾ ਦਿਨ ਅੱਖਾਂ ਬੰਦ ਕਰਕੇ ਆ ਸੁਣਨ ਦੇ ਵਿੱਚ ਨਹੀਂ। ਉਹ 2 ਟਾਈਮ ਜਿਹੜਾ ਹੈਗਾ ਸਵੇਰੇ ਸ਼ਾਮ, ਭਾਵੇਂ 2 ਟਾਈਮ ਬੈਠੀਏ, 1 ਟਾਈਮ ਬੈਠੀਏ, 3 ਟਾਈਮ ਬੈਠੀਏ, ਜਦ ਵੀ ਸਮਾਂ ਮਿਲਦਾ ਹੈ ਬਸ। ਤੇ ਪਰ ਬਾਅਦ ਵਿੱਚ ਜਿਹੜਾ ਹੈਗਾ ਉਸ ਚੀਜ਼ ਨੂੰ ਪੱਕਾ ਕਰਨਾ ਹੈ, ਕਿਉਂਕਿ ਬਾਅਦ 'ਚ ਜਿਹੜਾ ਹੈ ਜੋ ਆਪਾਂ ਨੇ ਕਮਾਈ ਕੀਤੀ ਆ, ਉਹ ਜਿਹੜੀ ਕਮਾਈ ਆਪਣੀ ਜਿਹੜੀ ਜਾਇਆ ਨਾ ਹੋਏ। ਕਿਉਂਕਿ ਆਪਾਂ ਨੇ ਜਿਹੜਾ ਹੈਗਾ 1 ਘੰਟਾ, ਮੰਨ ਲਓ 1 ਘੰਟਾ, 1.5 ਘੰਟਾ, 2 ਘੰਟੇ, ਜਾਂ ਜਿੰਨਾ ਵੀ ਸਮਾਂ ਆਪਾਂ ਨੇ ਲਗਾਇਆ ਹੈ, ਧਿਆਨ ਸਿਮਰਨ ਕੀਤਾ ਹੈ, ਸੁਰਤ ਜਿਹੜੀ ਹੈਗੀ ਆਪਣੀ ਅੰਦਰ ਜਿਹੜੀ ਹੈਗੀ ਗਈ ਹੈ, ਤੇ ਵਾਪਸ ਜਿਹੜੇ ਹੈਗੇ ਆਪਾਂ ਨੇ 8-10 ਘੰਟੇ ਦੁਨੀਆ ਦੇ ਨਾਲ ਜਿਹੜਾ ਹੈਗਾ ਵਿਚਰਨਾ ਹੈ, ਭਾਵੇਂ 12-13 ਘੰਟੇ ਦੁਨੀਆ ਦੇ ਨਾਲ ਵਿਚਰਨਾ ਹੈ। ਉਹਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਉਹ ਅਚੀਵ ਜੋ ਆਪਾਂ ਨੇ ਗੇਨ ਕੀਤਾ ਉਹਨੂੰ ਆਪਾਂ ਨੇ ਲੂਜ਼ ਨਹੀਂ ਕਰਨਾ, ਬਸ ਇੰਨੀ ਗੱਲ ਆ। ਤੇ ਰਹਾਓ ਆਨੀਲੇ ਕੁੰਭ, ਹੁਣ ਹੋਰ ਐਗਜ਼ਾਮਪਲ ਦੇ ਰਹੇ ਨਾਮਦੇਵ ਜੀ। ਆਨੀਲੇ ਕੁੰਭ ਭਰਾਈਲੇ ਉਦਕ। ਕੁੰਭ ਕਹਿੰਦੇ ਆ ਘੜਾ ਤੇ ਉਦਕ ਕਹਿੰਦੇ ਆ ਪਾਣੀ। ਪਹਿਲਾਂ ਜਿਹੜਾ ਸੀਗਾ ਰਾਜਕੁਆਰ ਪੁਰੰਦਰੀਏ ਤੇ ਰਾਜਕੁਆਰ ਦਾ ਮਤਲਬ ਹੈ ਕੁਆਰੀਆਂ ਕੁੜੀਆਂ, ਤੇ ਪੁਰੰਦਰੀਏ ਦਾ ਮਤਲਬ ਹੈ ਪੁਰੀ ਦੇ ਅੰਦਰ, ਸ਼ਹਿਰ ਦੇ ਅੰਦਰੋਂ ਬਾਹਰ ਜਾਣਾ ਪੈਂਦਾ ਸੀ ਉਹਨਾਂ ਨੂੰ। ਪਹਿਲਾਂ ਜਿਹੜੇ ਹੈਗੇ ਜਗ੍ਹਾ 'ਤੇ ਟੂਟੀਆਂ ਨਹੀਂ ਲੱਗੀਆਂ ਹੁੰਦੀਆਂ ਸੀ, ਪਾਣੀ ਨਹੀਂ ਮਿਲਦਾ ਸੀਗਾ, ਔਰ ਉਹਦੇ ਵਾਸਤੇ ਜਿੱਥੇ ਜਿਹੜੇ ਹੈਗੇ ਖੂਹ ਹੁੰਦੇ ਸੀਗੇ ਉੱਥੇ ਜਾਣਾ ਪੈਂਦਾ ਸੀ, ਉੱਥੋਂ ਪਾਣੀ ਭਰਨਾ ਪੈਂਦਾ ਸੀ, ਲੈ ਕੇ ਆਉਣਾ ਪੈਂਦਾ ਸੀ, ਗਾਗਰਾਂ ਸਿਰ 'ਤੇ ਚੱਕ ਕੇ ਲੈ ਕੇ ਆਉਣੀਆਂ ਪੈਂਦੀਆਂ ਸੀ। ਆਨੀਲੇ ਕੁੰਭ ਭਰਾਈਲੇ ਊਦਕ, ਰਾਜਕੁਆਰ ਪੁਰੰਦਰੀਏ ਕਹਿੰਦੇ ਪਾਣੀ ਲੈ ਲਿਆ, ਭਰ ਲਿਆ, ਸ਼ਹਿਰ ਤੋਂ ਆਈ ਔਰ ਪਾਣੀ ਭਰ ਲਿਆ। ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀਏ ਲੈ। ਕਹਿੰਦੇ ਗੱਲਾਂ ਬਾਤਾਂ ਵੀ ਕਰ ਰਹੀ ਆ ਸਖੀਆਂ ਦੇ ਨਾਲ, ਸਾਰੀਆਂ ਤੁਰੀਆਂ ਜਾਂਦੀਆਂ, ਔਰ ਕਈ ਤਾਂ 1 2 3 4 4 ਗਾਗਰਾਂ ਇੱਕ ਦੇ ਬਾਅਦ ਇੱਕ ਰੱਖੀ ਹੁੰਦੀ ਹੈ ਕਈਆਂ ਨੇ, ਔਰ ਗੱਲਾਂ ਕਰਦੀਆਂ ਪੂਰੀਆਂ ਜਿਹੜੀਆਂ ਹੈਗੀਆਂ, ਹੋਰ ਦੀਆਂ ਹੋਰ ਗੱਲਾਂ ਆਪਣੀਆਂ ਕਰੀ ਜਾਂਦੀਆਂ, ਜਿਸ ਤਰ੍ਹਾਂ ਕੁਆਰੀਆਂ ਕੁੜੀਆਂ ਕਰਦੀਆਂ ਹੁੰਦੀਆਂ। ਪਰ ਕਹਿੰਦੇ ਚੀਤ ਸੁਗਾਗਰ ਰਾਖੀ ਲੈ, ਮਜਾ ਲਿਆ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈਗੀ ਉਹ ਡੁੱਲ ਜਾਏ, ਚਿੱਤ ਜਿਹੜਾ ਹੈਗਾ ਗਾਗਰ ਦੇ ਵਿੱਚ ਹੀ ਹੈਗਾ। ਇਸੇ ਤਰੀਕੇ ਦੇ ਨਾਲ ਆਪਾਂ ਨੇ ਧਿਆਨ ਸਿਮਰਨ ਕਰਨਾ ਹੈ। ਅਗਲਾ ਬੰਦ ਵੀ ਲੈ ਲਈਏ ਨਾਲ ਦੀ ਨਾਲ। ਮੰਦਰ 1 द्वार 10 ਜਾ ਕੇ ਗਊ ਚਰਾਵਨ ਛਾੜੀ ਅਲੇ। ਕਹਿੰਦੇ ਭਾਈ ਦੇਖ, ਤੇਰਾ ਇਹ ਸਰੀਰ ਜਿਹੜਾ ਹੈਗਾ ਇਹ ਮੰਦਰ ਹੈਗਾ, ਇਹ ਮੰਦਰ ਹੈ, ਇਹਦੇ ਵਿੱਚ ਪਰਮਾਤਮਾ ਹੈਗਾ, ਪਰਮਾਤਮਾ ਨੇ ਪ੍ਰਗਟ ਹੋਣਾ ਇਸ ਮੰਦਰ ਦੇ ਵਿੱਚ। ਇਹਨੂੰ ਐਵੇਂ ਹੀ ਨਾ ਇਹਦੇ ਵਿੱਚ ਜਿਹੜਾ ਗੰਦ ਮੰਦ ਪਾਈ ਜਾ, ਗੰਦ ਮੰਦ ਸੁੱਟੀ ਜਾ, ਇਹਦੇ ਵਿੱਚ ਮਾਲਕ ਹੈਗਾ ਬੈਠਾ, ਮਾਲਕ ਨੇ ਪ੍ਰਗਟ ਹੋ ਜਾਣਾ ਹੈ। ਮੰਦਰ 1 10 द्वार 10, ਮੰਦਰ 1 द्वार 10 ਜਾ ਕੇ ਗਊ ਚਰਾਵਨ ਛਾੜੀ ਅਲੇ। ਕਹਿੰਦੇ 10 ਦਰਵਾਜ਼ੇ ਹੈਗੇ ਇਹਦੇ, ਇੱਕ ਦਰਵਾਜ਼ਾ ਜਿਹੜਾ ਗੁਪਤ ਹੈਗਾ, ਬਾਕੀ 9 ਪ੍ਰਗਟ ਹੈਗੇ ਆ। ਔਰ ਤੈਨੂੰ ਦੁਨੀਆ ਦੇ ਵਿੱਚ ਕੰਮ ਕਰਨਾ ਹੈ, ਬਾਹਰ ਜਿਹੜਾ ਹੈਗਾ ਸੰਸਾਰ ਦੇ ਵਿੱਚ ਕੰਮ ਕਰਨਾ ਹੈ ਤੈਨੂੰ। ਗਊ ਕਹਿੰਦੇ ਆ ਆਪਣੀਆਂ ਬਿਰਤੀਆਂ, ਆਪਣੀਆਂ ਇੰਦਰੀਆਂ,
ਇੰਦਰੀਆਂ ਦੇ ਨਾਲ ਕੰਮ ਕਰਨਾ ਪੈਣਾ ਹੈ ਤੈਨੂੰ। ਇੰਦਰੀਆਂ ਨੇ ਬਾਹਰ ਜਾਣਾ ਆ। ਮੰਦਰ ਇਹ ਕਿ 10 ਦੁਆਰ ਜਾ ਕੇ ਗਊ ਚਰਾਵਨ ਛੱਡ ਲਏ। ਇੰਦਰੀਆਂ ਨੂੰ ਗਊਆਂ ਨੂੰ ਚਰਨ ਵਾਸਤੇ ਛੱਡਿਆ ਬਾਹਰ। ਉਹਨਾਂ ਨੇ ਉਪਜੀਵਕਾ ਜਿਹੜੀ ਹੈਗੀ ਇਕੱਠੀ ਕਰਨੀ ਹੈ। 5 ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ। ਕਹਿੰਦੇ ਗਊ ਜਿਹੜੀ ਹੈ 5 ਕੋਹ ਦੇ ਵਿੱਚ ਕਹਿਣ ਦਾ ਭਾਵ ਹੈਗਾ ਕਿ ਦੂਰ ਦੂਰ ਤੱਕ ਜਿਹੜੀ ਹੈਗੀ ਆ ਸੰਸਾਰ ਦੇ ਵਿੱਚ ਦੁਨੀਆ ਦੇ ਨਾਲ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਆਪਣੀ ਕਾਰ ਵਿਹਾਰ ਕਰਦਾ ਹੈ, ਪਰ ਕਹਿੰਦੇ ਚਿੱਤ ਜਿਹੜਾ ਹੈਗਾ ਉਹ ਬਛੜੇ ਦੇ ਵਿੱਚ ਹੀ ਰੱਖਦੀ ਹੈ। ਗਾਂ ਚਰਦੀ ਦੂਰ ਦੂਰ ਤੱਕ ਹੈ, ਚਿੱਤ ਆ ਉਹਦਾ ਗਾਂ ਦਾ ਬਛੜੇ ਦੇ ਵਿੱਚ ਹੀ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਜਿਹੜੀ ਹੈਗੇ ਆ ਦੁਨੀਆ ਦੇ ਵਿੱਚ ਜਿਹੜਾ ਹੈਗਾ ਇੰਦਰੀਆਂ ਦੇ ਨਾਲ ਜਿਹੜਾ ਹੈਗਾ ਕਾਰ ਵਿਹਾਰ ਕਰਦੇ ਹੋਏ ਉਹ ਮਾਲਕ ਪਰਮਾਤਮਾ ਦੇ ਵਿੱਚ ਸੁਰਤ ਰੱਖਣੀ ਹੈ। ਚਿੱਤ ਜਿਹੜਾ ਹੈਗਾ ਆਪਣੀ ਸੁਰਤ ਜਿਹੜੀ ਹੈਗੀ ਆ ਉਹ ਆਪਣੇ ਮਾਲਕ ਪਰਮਾਤਮਾ ਦੇ ਨਾਲ ਉਹਦੇ ਵਿੱਚ ਹੀ ਹੋਏ, ਉਹਦੀ ਯਾਦ ਦੇ ਵਿੱਚ, ਉਹਦੇ ਧਿਆਨ ਦੇ ਵਿੱਚ ਆਪਣੀ ਸੁਰਤ ਹੋਣੀ ਚਾਹੀਦੀ ਹੈ। ਗੋਰਖੀ ਸਾਹਿਬ ਆ ਗਏ ਜੀ। ਸੁਖਿੰਦਰ ਜੀ ਤੁਸੀਂ ਆ ਸ਼ਬਦ ਪੂਰਾ ਕਰ ਦਿਓ। ਚਲੋ ਠੀਕ ਹੈ ਜੀ। ਹਾਂਜੀ ਹਾਂਜੀ। ਇਸ ਤੋਂ ਅੱਗੇ ਫਿਰ ਉਹ ਕਹਿ ਰਹੇ ਨੇ ਕਿ ਵੀ ਜਿਹੜਾ ਇਹ ਜਿਸ ਮਤਲਬ ਤੂੰ ਆਪਣੇ ਮਨ ਨੂੰ ਆਪਣੇ ਇਕਾਗਰ ਚਿੱਤ ਇਸ ਤਰ੍ਹਾਂ ਪ੍ਰਮਾਤਮਾ ਦੇ ਵਿੱਚ ਲਗਾ ਕੇ ਰੱਖਣਾ ਹੈ, ਉਹ ਨਾਲ ਐਗਜ਼ਾਮਪਲ ਦੇ ਰਹੇ ਨੇ ਕਿ ਵੀ ਇੱਕ ਤਾਂ ਜਿਹੜਾ ਇਹ ਜਿੱਦਾਂ ਦੱਸਦੇ ਆ ਕਿ ਵੀ ਉਹ ਜਿਹੜੀਆਂ ਲੜਕੀਆਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਹੈ ਰਾਜਸਥਾਨ ਵਗੈਰਾ 'ਚ ਜਦੋਂ ਕੋਈ ਪਾਣੀ ਲੈਣ ਜਾਂਦੀਆਂ ਤਾਂ ਉਹ ਘੜਿਆਂ ਦੇ ਉੱਤੇ ਸਿਰ ਦੇ ਉੱਤੇ ਖੂਹ ਚੋਂ ਭਰ ਕੇ ਜਾਂ ਉਹ ਨਲਕੇ ਵੱਡੇ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਵਾਸਤੇ ਕਾਮਨ ਉੱਥੋਂ ਭਰ ਕੇ ਜਦੋਂ ਸਿਰਾਂ ਦੇ ਉੱਤੇ ਰੱਖਦੀਆਂ ਉਹ ਦੁਨੀਆ ਤਾਂ ਗੱਲਾਂ ਬਾਤਾਂ ਆਪਸ 'ਚ ਕਰਦੀਆਂ ਜਾਂਦੀਆਂ ਤੇ ਉਹ ਬਿਲਕੁਲ ਐਨ ਸੇਧ ਉਹਨਾਂ ਦਾ ਧਿਆਨ ਚਿੱਤ ਉੱਥੇ ਹੀ ਹੈ ਕਿ ਮੇਰਾ ਜਿਹੜਾ ਘੜਾ ਉਹ ਡੋਲ ਨਾ ਜਾਏ। ਇਸੇ ਤਰ੍ਹਾਂ ਹੀ ਉਹ ਭਗਤੀ ਮਾਰਗ ਦੀ ਵੀ ਗੱਲ ਕਰਦੇ ਆ ਕਿ ਵੀ ਉਹ ਉਹਦੀ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ ਕਿ ਵੀ ਤੂੰ ਇਸ ਤਰ੍ਹਾਂ ਤੁਰਨਾ ਹੈ ਕਿ ਵੀ ਤੇਰੇ ਨਾਲ ਜਿਹੜਾ ਚਿੱਤ ਹੈ ਤੇਰਾ ਉੱਥੇ ਪ੍ਰਮਾਤਮਾ ਨਾਲ ਤੇਰੀ ਸੁਰਤੀ ਜੁੜੀ ਰਵੇ, ਹਨਾ ਜੀ। ਬਿਲਕੁਲ। ਤੇ ਉਹ ਤੇਰੀ ਹਾਂਜੀ ਤੂੰ ਬਿਲਕੁਲ ਵੀ ਡੋਲੇ ਨਾ ਤੇ ਉਹ ਨਾਲ ਚੱਲ ਤੇਰੀ ਯਾਤਰਾ ਹੈ ਤੇਰੀ ਸੁਖੈਲ ਹੁੰਦੀ ਜਾਊਗੀ ਯਾਤਰਾ ਜਿੱਦਾਂ ਤੂੰ ਅੱਗੇ ਤੁਰਦਾ ਜਾਏਗਾ ਤੇ ਤੇਰੀ ਇਹ ਯਾਤਰਾ ਅੱਗੇ ਸੌਖੀ ਹੁੰਦੀ ਜਾਊਗੀ ਜਿੱਦਾਂ ਇਹ ਕਰੇਗਾ। ਕਿਉਂ ਅੱਜ ਵੀ ਹੁਣ ਦੇਖੋ ਉਹ ਪੁਰਾਣੇ ਟਾਈਮ ਦੀ ਗੱਲ ਹੈ ਜਾਂ ਉਹਨਾਂ ਦੀ ਐਗਜ਼ਾਮਪਲ ਦਿੰਦੇ ਜੇ ਅੱਜ ਆਪਾਂ ਦੇਖੀਏ, ਪਰ ਉਹ ਨਾਲ ਇਹ ਵੀ ਮਤਲਬ ਇਹਦਾ ਸੈਂਟਰਲ ਆਈਡੀ ਦੇ ਵਿੱਚ ਇਹ ਵੀ ਹੈ ਕਿ ਤੂੰ ਮਤਲਬ ਇਹ ਨਾ ਹੋਵੇ ਕਿ ਵੀ ਤੂੰ ਬੇਹੋਸ਼ੀ ਦੇ ਵਿੱਚ ਹੀ ਸਾਰਾ ਕੰਮ ਕਰੀ ਜਾਵੇਂ। ਜਿੱਦਾਂ ਅਸੀਂ ਵੀਰ ਜੀ ਦੱਸਦੇ ਹੁੰਦੇ ਆ ਕਿ ਵੀ ਉਹ ਘਰੋਂ ਚੱਲਦੇ ਆ ਅਸੀਂ ਉਹ ਮੋਟਰਾਈਜ਼ਡ ਐਕਸ਼ਨ ਨਾਲ ਹੀ ਅਸੀਂ ਸਾਰਾ ਕੰਮ ਕਰਕੇ ਘਰੇ ਆ ਜਾਣੇ, ਪਤਾ ਵੀ ਨਹੀਂ ਹੁੰਦਾ ਵੀ ਰਾਹ 'ਚ ਕੀ ਹੈ। ਵੀ ਤੂੰ ਹੋਸ਼ ਨਾਲ ਆਪਣਾ ਰੱਖਣੀ ਆ, ਆਪਣੇ ਨਾਲ ਬਿਲਕੁਲ ਨਾਲ ਹੋਸ਼ ਨੂੰ ਲੈ ਕੇ ਚੱਲਦਾ ਰਹੀਂ ਤੇ ਚਿੱਤ ਤੇਰਾ ਉੱਤੇ ਲੱਗਿਆ ਰਵੇ ਤਾਂ ਕਿ ਤੂੰ ਅੱਜ ਦੇ ਸਮੇਂ ਹਿਸਾਬ ਨਾਲ ਵੀ ਕਹਿੰਦੇ ਵੀ ਜਿੱਦਾਂ ਆਪਾਂ ਕਾਰ ਵੀ ਜਿਵੇਂ ਚਲਾ ਰਹੇ ਆ 2 ਬੰਦੇ 4 ਬੰਦੇ ਤੁਰੇ ਜਾਂਦੇ ਆਪਾਂ ਕਾਰ ਦੇ ਵਿੱਚ ਤੇ ਗੱਲਾਂ ਬੇਸ਼ੱਕ ਕਰਦੇ ਜਾਂਦੇ ਆ, ਪਰ ਚਿੱਤ ਮੇਰਾ ਜਿਹੜਾ ਹੈਗਾ ਸੈਂਟਰਲੀ ਉਹਦਾ ਧਿਆਨ ਜਿਵੇਂ ਲੱਗਿਆ ਨਾ ਸੜਕ ਤੇ ਵੀ ਕੋਈ ਮੇਰਾ ਐਕਸੀਡੈਂਟ ਨਾ ਹੋ ਜਾਏ, ਬਿਲਕੁਲ ਸਟ੍ਰੇਟ ਜਾ ਰਿਹਾ ਹੈ। ਇਸ ਤਰ੍ਹਾਂ ਤੇਰਾ ਚਿੱਤ ਜਿਹੜਾ ਪਰਮਾਤਮਾ ਦੇ ਨਾਲ ਲੱਗਿਆ ਰਹਿਣਾ ਚਾਹੀਦਾ। ਬਿਲਕੁਲ। ਹਾਂਜੀ। ਤੇ ਉਹ ਛੋਟੀ ਜੀ ਅੱਗੇ ਜਿੱਦਾਂ ਮਤਲਬ ਉਹ ਕਹਿੰਦੇ ਵੀ ਫਿਰ ਉਹ ਬਛੜੇ ਦੀ ਵੀ ਐਗਜ਼ਾਮਪਲ ਦਿੰਦੇ ਆ ਤਾਂ ਉਹ ਗੁਰਬਾਣੀ 'ਚ ਵੀ ਦੂਸਰਾ ਆਪਣਾ ਗੁਰੂ ਨਾਨਕ ਸਾਹਿਬ ਨੇ ਵੀ ਆਪਣਾ ਆਂਦਾ ਜੀ ਉਹ ਸ਼ਬਦ ਆਂਦੇ ਨਹੀਂ ਉੱਡੇ ਆਵੇ ਸੈ ਕੋਸਾ ਬੱਚੇ ਚੜਿਆ ਕਵਣ ਕਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਦੇਖੋ ਕੋਹਾਂ ਦੂਰ ਆ ਜਾਂਦੀਆਂ ਬਿਲਕੁਲ ਜਿਹੜੀਆਂ ਕੂੰਜਾਂ ਨੇ ਉਹ ਬੱਚਿਆਂ ਦਾ ਦੇਖੋ ਪ੍ਰਮਾਤਮਾ ਉਹਨਾਂ ਦਾ ਰਿਜ਼ਕ ਉੱਥੇ ਰੱਖਿਆ ਹੋਇਆ। ਇਸੇ ਤਰ੍ਹਾਂ ਹੀ ਉਹਨਾਂ ਦਾ ਚਿੱਤ ਹੈ ਜਿਹੜਾ ਉਹ ਜੁੜਿਆ ਹੋਇਆ ਹੈ ਪਿੱਛੇ। ਇਸੇ ਤਰ੍ਹਾਂ ਹੀ ਗਊ ਦਾ ਜਿਹੜਾ ਬੱਚੇ ਦੇ ਵਿੱਚ ਹਾਲਾਂਕਿ ਕੋਹਾਂ ਦੂਰ ਤੱਕ ਚਰਦੀਆਂ ਨਿਕਲ ਜਾਂਦੇ ਆ ਵੱਗ ਜਿਹੜੇ ਹੈਗੇ ਆ, ਪਰ ਉਹ ਚਿੱਤ ਉਹਨਾਂ ਦਾ ਆਪਣੇ ਬੱਚੇ ਦੇ ਵਿੱਚ ਲੱਗਿਆ ਹੋਇਆ। ਬਿਲਕੁਲ ਸਹੀ। ਹਾਂਜੀ। ਇਹ ਆਖਰੀ ਵਿੱਚ ਨਾਮਦੇਵ ਜੀ ਸ਼ਬਦ ਕਲੋਜ਼ ਕਰ ਰਹੇ ਆ ਔਰ ਉਹਦੇ ਵਿੱਚ ਆਪਾਂ ਨੂੰ ਐਗਜ਼ਾਮਪਲ ਦੇ ਰਿਹਾ ਕਹਿਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਨ ਪੌੜੀ ਅਲੇ। ਦੇਖੋ ਕਿੰਨਾ ਵਧੀਆ ਐਗਜ਼ਾਮਪਲ ਦੇ ਰਿਹਾ। ਕਹਿੰਦੇ ਹਾਂ ਬੱਚਾ ਪੰਗੂੜੇ 'ਚ ਪਿਆ ਪਾਲਣਾ ਕਹਿੰਦੇ ਪੰਗੂੜਾ, ਪੌੜੀ ਵਾਲੇ ਕਹਿੰਦੇ ਆਪਣੇ ਘਰ ਦੇ ਕੰਮ ਕਰ ਰਹੀ ਹੈ ਪਰ ਉਹਦਾ ਧਿਆਨ ਉਹਦੇ 'ਚ ਸੁਰਤੀ ਉਹਦੇ 'ਚ ਲੱਗੀ ਹੋਈ ਹੈ। ਬਸ ਅੰਤਰ ਬਾਹਰ ਕਾਜ ਵਿਰੋਧੀ ਕਹਿੰਦੇ ਕਿੱਧਰ ਵੀ ਇੱਧਰ ਉੱਧਰ ਜਿਹੜੀ ਸਾਰੇ ਕੱਪੜੇ ਵੀ ਧੋ ਰਹੀ ਸੁਕਾ ਰਹੀ ਹੈ, ਸਾਰਾ ਕੁਛ ਪੋਚੇ ਮਾਰ ਰਹੀ ਹੈ, ਰੋਟੀ ਪਕਾ ਰਹੀ ਹੈ, ਪਰ ਚਿੱਤ ਜਿਹੜਾ ਹੈਗਾ ਬੱਚੇ ਦੇ ਮਾੜਾ ਜਿਹਾ ਬੱਚਾ ਜਿਹੜਾ ਹੈਗਾ ਬੱਚੇ ਦੀ ਆਵਾਜ਼ ਵੀ ਆਈ ਆ ਜਦੋਂ ਹੀ ਉਹਨੇ ਬੱਚੇ ਕੋਲ ਆ ਜਾਣਾ। ਇਸ ਤਰੀਕੇ ਦੇ ਨਾਲ ਜਿਹੜੀ ਹੈ ਸੁਰਤ ਆਪਣੀ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੇ ਵਿੱਚ ਹੋਏ ਦੇ ਔਰ ਦਿਨੇ ਆਪਾਂ ਨੂੰ ਰੂਟੀਨ ਦੱਸ ਰਹੇ ਆਪਣਾ ਦਿਨ ਕਿਵੇਂ ਆਪਾਂ ਨੇ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਆਪਣੀ ਕਮਾਈ ਨੂੰ ਜਿਹੜਾ ਹੈਗਾ ਆਪਾਂ ਨੇ ਸਾਂਭ ਕੇ ਰੱਖਣਾ ਹੈ
ਨਹੀਂ ਤਾਂ ਜਿਹੜਾ ਹੈਗਾ ਵਾਪਸ ਜਿਹੜਾ ਹੈਗਾ, ਕਿਉਂਕਿ ਮਾਇਆ ਇੰਨੀ ਪ੍ਰਬਲ ਪਾਈ ਹੋਈ ਆ, ਇਹ ਮਾਇਆ ਪਰਮਾਤਮਾ ਨੇ, ਇਹ ਮੋਹ ਜਿਹੜਾ ਹੈਗਾ ਇਹਦਾ ਇੰਨਾ ਜ਼ਬਰਦਸਤ ਹੈਗਾ ਕਿ ਇਹ ਜਿਹੜਾ ਹੈਗਾ ਡੁਲਾ ਦਿੰਦੀ ਹੈ ਚੰਗੇ ਚੰਗੇ ਨੂੰ। ਬਿਲਕੁਲ ਠੀਕ ਹੈ ਜੀ। ਆਜ ਵੀਰ ਜੀ ਆ ਗਏ ਹੋਣੇ ਮੇਰੇ ਖਿਆਲ। ਹਾਂਜੀ ਵੀਰ ਜੀ, ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿਜਰ ਸਾਹਿਬ, ਉਹ ਕਿੱਥੋਂ ਸ਼ੁਰੂ ਕਰਨੀ ਹੈ ਬਾਣੀ, ਕਿੰਨਾ ਅੰਗ ਹੈਗਾ? ਇਹ 872 ਸੀਗਾ ਸ਼ਾਇਦ, 972 ਤੇ ਹੈਗੇ ਸੀ ਆਪਾਂ। ਅੱਛਾ ਠੀਕ ਹੈ ਜੀ। ਕਿੱਥੋਂ ਸ਼ੁਰੂ ਕਰਨੀ? ਸ਼ੁਰੂ ਕਰੋ ਜੀ। ਹੁਣ ਅਗਲਾ ਸ਼ਬਦ ਸ਼ੁਰੂ ਕਰਦੇ ਹਾਂ। ਇੱਕ ਸ਼ਬਦ ਹੋਇਆ ਹੈ ਗੁਰਕੀ ਸਾਹਿਬ, ਜੇ ਇਹਦੇ ਤੇ ਤੁਸੀਂ ਜੇ ਕੁਝ ਕਹਿਣਾ ਤੇ ਮੈਂ ਸ਼ਬਦ ਦੁਬਾਰਾ ਇਹਨੂੰ ਪੜ੍ਹ ਲੈਣਾ। ਕੋਈ ਨਹੀਂ, ਜੇ ਹੋ ਗਿਆ ਠੀਕ ਹੈ, ਤਾਂ ਕੋਈ ਗੱਲ ਨਹੀਂ। ਜੇ ਤੁਸੀਂ ਮਹਿਸੂਸ ਕਰਦੇ ਜੋ ਤਾਂ ਆਪਾਂ ਕਰ ਲੈਂਦੇ ਹਾਂ ਵਿਚਾਰ। ਹਾਂ, ਥੋੜੀ ਜਿਹੀ ਕਰ ਦਿਓ, ਵਧੀਆ ਰਹੂਗਾ। ਇਹਦੇ ਵਿੱਚ ਨਾਮਦੇਵ ਜੀ ਜਿਹੜੇ ਹੈਗੇ ਸਾਨੂੰ ਜਿਹੜੇ ਹੈਗੇ ਆ, ਇਹ ਦੱਸ ਰਿਹਾ ਵੀ ਦਿਨਚਰਿਆ ਕਿਵੇਂ ਕਰਨੀ ਆ। ਕਹਿੰਦੇ ਇੱਕ ਐਗਜ਼ਾਮਪਲ ਦੇ ਕੇ ਦੱਸ ਰਹੇ, ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮੀ ਅਲੇ। ਕਹਿੰਦੇ ਕਾਗਜ਼ ਲਿਆ ਕੇ ਤੇ ਉਹਦੀ ਗੁੱਡੀ ਬਣਾ ਕੇ, ਪਤੰਗ ਬਣਾ ਕੇ ਆਕਾਸ਼ ਚ ਉਡਾਈ। 5 ਜਨਾਂ ਸੇ ਬਾਤ ਪਤਊਆ ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ 5 ਜਨਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਉਡਾਉਣ ਵਾਲਾ, ਪਰ ਚਿੱਤ ਜਿਹੜਾ ਹੈਗਾ ਉਹਦਾ ਡੋਰੀ ਦੇ ਵਿੱਚ ਹੀ ਹੈ, ਪਤੰਗ ਦੀ ਡੋਰੀ ਦੇ ਵਿੱਚ ਹੀ ਹੈ। ਚਿੱਤ ਪਤੰਗ ਨੂੰ ਹੀ ਦੇਖ ਰਿਹਾ ਹੈ। ਇਸ ਤਰੀਕੇ ਦੇ ਨਾਲ ਮਨ ਰਾਮਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿੱਤ ਮਾਂਡੀ ਅਲੇ। ਹੇ ਮੇਰੇ ਮਨਾ, ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਖੁਬਿਆ ਰਹਿ। ਔਰ ਜਿਵੇਂ ਕਿ ਇੱਕ ਸੁਨਿਆਰਾ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੈਗੇ ਸੋਨੇ ਨੂੰ ਘੜਦਾ ਹੈ, ਗਹਿਣੇ ਬਣਾਉਂਦਾ ਹੈ, ਚਿੱਤ ਉਹਦਾ ਇੱਧਰ ਹੁੰਦਾ ਹੈ ਅਤੇ ਉਹ ਸਾਹਮਣੇ ਜਿਹੜਾ ਗਾਹਕ ਨੂੰ ਵੀ ਦੇਖਦਾ ਹੈ, ਇੱਧਰ ਉੱਧਰ ਵੀ ਜਿਹੜਾ ਹੈਗਾ ਉਹਦੀ ਸੁਰਤ ਆਪਣੀ ਜਿਹੜੀ ਹੈਗੀ ਆ, ਉਹਦੀਆਂ ਇੰਦਰੀਆਂ ਇੱਧਰ ਉੱਧਰ ਵੀ ਦੇਖ ਰਹੀਆਂ ਅਤੇ ਚਿੱਤ ਉਹਦਾ ਜਿਹੜਾ ਹੈਗਾ ਉਹ ਗਹਿਣੇ 'ਚ ਹੈ। ਇਸ ਤਰੀਕੇ ਦੇ ਨਾਲ ਪਰਮੇਸ਼ਰ ਦੀ ਭਗਤੀ ਜਿਹੜੀ ਹੈਗੀ ਕਰਨੀ, ਸਵੇਰੇ ਸ਼ਾਮ ਧਿਆਨ ਸਿਮਰਨ ਕਰਨ ਤੋਂ ਬਾਅਦ ਦਿਨ ਚਰਿਆ ਇਸ ਤਰ੍ਹਾਂ ਕਰਨੀ ਹੈ ਆਪਾਂ ਨੇ। ਆਨੀਲੇ ਰਹਾਓ ਆਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ। ਕਹਿੰਦੇ ਘੜਾ ਲਿਆਂਦਾ, ਜਿਵੇਂ ਇਸਤਰੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਕੁਆਰੀਆਂ ਉਹ ਪਾਣੀ ਭਰਨ ਜਾਂਦੀਆਂ ਸੀਗੀਆਂ ਸ਼ਹਿਰ ਤੋਂ ਬਾਹਰ, ਪੁਰੰਦਰੀਏ ਮਤਲਬ ਪੁਰੀ ਤੋਂ ਬਾਹਰ, ਪੁਰੀ ਦੇ ਅੰਦਰੋਂ ਬਾਹਰ ਜਾਂਦੀਆਂ ਸੀਗੀਆਂ। ਹਸਤ ਵਿਨੋਦ ਵਿਚਾਰ ਕਰਦੀ ਹੈ ਚਿੱਤ ਸੁਗਾਗਰ ਰਾਖੀ ਲੈ। ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੀਆਂ ਹੈ। ਚਿੱਤ ਜਿਹੜਾ ਹੈਗਾ ਘੜੇ ਭਰੇ ਉੱਤੇ ਸਿਰ ਦੇ ਉੱਤੇ ਰੱਖੇ, ਇੱਕ ਇੱਕ ਦੋ ਦੋ ਘੜੇ ਰੱਖੇ ਹੁੰਦੇ, ਤਿੰਨ ਤਿੰਨ, ਉਹ ਚਿੱਤ ਘੜੇ 'ਚ ਹੀ ਹੁੰਦਾ, ਪਾਣੀ ਦੀ ਬੂੰਦ ਵੀ ਨਹੀਂ ਡਿੱਗਦੀ। ਇਸੇ ਤਰੀਕੇ ਦੇ ਨਾਲ ਮੰਦਰ ਏਕ ਦੁਆਰ 10 ਜਾ ਕੇ ਗਊ ਚਰਾਵਨ ਛਾੜੀ ਵਾਲੇ। ਕਹਿੰਦੇ ਤੇਰੇ ਕੋਲ ਮੰਦਰ ਮਿਲਿਆ ਹੈ, ਤੈਨੂੰ ਆ ਸਰੀਰ ਮਿਲਿਆ ਹੈ, ਇਹ ਮੰਦਰ ਹੈ ਪਰਮਾਤਮਾ ਦਾ ਤੇਰਾ ਹਿਰਦੇ 'ਚ ਮਾਲਕ ਨੇ ਪ੍ਰਗਟ ਹੋਣਾ ਹੈ। ਅਤੇ ਇਹਦੇ ਨਾਲ ਸਰੀਰ ਜਿਹੜਾ ਹੈਗਾ ਆਪਾਂ ਨੇ ਆਪਣਾ ਪੇਟ ਲੱਗਿਆ ਆ, ਕਿਉਂਕਿ ਪੇਟ ਜਿਹੜਾ ਹੈ ਖੁਰਾਕ ਮੰਗਦਾ ਹੈ, ਇਸ ਕਰਕੇ ਆਪਾਂ ਨੂੰ ਕਾਰ ਵਿਹਾਰ ਕਰਨਾ ਪਊਗਾ। ਆਪਣੀਆਂ ਇੰਦਰੀਆਂ ਜਿਹੜੀਆਂ ਹੈਗੀਆਂ ਬਾਹਰ ਜਿਹੜੀਆਂ ਹੈਗੀਆਂ ਦੁਨੀਆ ਦੇ ਨਾਲ ਜਿਹੜੀਆਂ ਹੈਗੀਆਂ ਇੰਦਰੀਆਂ ਦੇ ਥਰੂ ਜਿਹੜੇ ਹੈਗੇ ਆਪਾਂ ਨੇ ਕਾਰ ਕਰਨੀ ਹੈ। ਕਹਿੰਦੇ ਮੰਦਰ ਏਕ ਦੁਆਰ 10 ਜਾ ਕੇ ਗਊ ਚਰਾਵਨ ਛਾਡੀ ਅਲੇ। ਗਊਆਂ ਨੇ ਚਰਨਾ ਹੈ ਭਾਈ, ਇਹ ਇੰਦਰੀਆਂ ਨੇ ਬਾਹਰ ਜਾਣਾ ਹੈ। 5 ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਲੈ। 5 ਕੋਹ ਤੇ ਕਹਿੰਦੇ ਇੰਨੀ ਦੂਰ ਦੂਰ ਇਹ ਇੰਦਰੀਆਂ ਬਾਹਰ ਦੁਨੀਆ ਦੇ ਵਿੱਚ ਸੰਸਾਰ ਦੇ ਨਾਲ ਰਹਿੰਦੀਆਂ। ਚਿੱਤ ਜਿਹੜਾ ਹੈਗਾ ਕਹਿੰਦੇ ਵਾਪਸ ਬਛੜੇ ਦੇ ਵਿੱਚ ਹੀ ਹੁੰਦਾ ਹੈ ਗਊ ਦਾ। ਉਸੇ ਤਰੀਕੇ ਦੇ ਨਾਲ ਜਿਹੜੀ ਹੈਗੀਆਂ ਆਪਣਾ ਮਨ ਜਿਹੜਾ ਹੈਗਾ, ਸੁਰਤ ਜਿਹੜੀ ਹੈਗੀ ਆ ਉਹ ਅੰਦਰ ਪਰਮਾਤਮਾ ਦੀ ਯਾਦ ਦੇ ਵਿੱਚ ਹੋਏ, ਧਿਆਨ ਸਿਮਰਨ ਅੰਦਰ ਆਪਣੇ ਮਨ ਦੇ ਵਿੱਚ ਹੋਏ। ਕਹਿਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਨ ਪੌੜੀ ਅਲੇ। ਇਹ ਤਿਲੋਚਨ ਨੂੰ ਕਿਉਂ ਕਿਹਾ? ਤਿਰਲੋਚਨ ਨੂੰ ਕਿਉਂ ਕਿਹਾ ਇੱਥੇ ਜਿਹੜੀ ਹੈਗੀ ਆ? ਕਿਉਂਕਿ ਤਿਰਲੋਚਨ ਨੇ ਇਹਨਾਂ ਨੂੰ ਕੁਐਸਚਨ ਕੀਤਾ ਸੀਗਾ ਕਿ ਨਾਮਦੇਵ ਜਿਹੜਾ ਹੈਗਾ ਉਹ ਤਾਂ ਬਸ ਇੰਨਾ ਜ਼ਿਆਦਾ ਜਿਹੜਾ ਹੈਗਾ ਕੱਪੜਿਆਂ ਦੇ ਵਿੱਚ, ਅੰਬਰਿਆਂ ਦੇ ਵਿੱਚ ਜਿਹੜਾ ਖੁੱਭਿਆ ਪਿਆ ਆ, ਇੰਨਾ ਦੁਨੀਆਦਾਰ ਹੋ ਗਿਆ, ਅਤੇ ਪਰਮੇਸ਼ਰ ਦੀ ਭਗਤੀ ਵੱਲ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਉਹ ਤਾਂ ਪੂਰਾ ਦੁਨੀਆਦਾਰ ਹੋ ਗਿਆ। ਕਹਿੰਦੇ ਮਾਲਕ ਦੀ ਭਗਤੀ ਵੱਲ ਤਾਂ ਉਹਦਾ ਸੁਰਤ ਜਿਹੜੀ ਹੈਗੀ ਖਿੰਡ ਗਈ ਆ। ਨਾਮਦੇਵ ਜੀ ਤਿਰਲੋਚਨ ਜੀ ਨੂੰ ਗਿਆਨ ਦੇ ਰਹੇ ਆ। ਕਹਿਤ ਨਾਮਦੇਵ ਸੁਨੋ ਤਿਰਲੋਚਨ ਬਾਲਕ ਪਾਲਨ ਪੌੜੀ ਅਲੇ। ਕਹਿੰਦੇ ਬਾਲਕ ਬੱਚਾ ਜਿਹੜਾ ਹੈਗਾ ਪੰਗੂੜੇ ਦੇ ਵਿੱਚ ਪਾਇਆ ਹੋਇਆ ਹੈ ਮਾਂ ਨੇ। ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਅਲੇ। ਕਹਿੰਦੇ ਅੰਦਰ ਬਾਹਰ ਕੰਮ ਦੇ ਵਿੱਚ ਲੱਗੀ ਹੋਈ ਹੈ, ਚਿੱਤ ਜਿਹੜਾ ਹੈਗਾ ਉਹਦਾ ਬੱਚੇ ਦੇ ਵਿੱਚ ਹੀ ਹੈਗਾ।
ਕਹਿੰਦੇ ਇਸ ਤਰੀਕੇ ਦੇ ਨਾਲ ਮੇਰੀ ਬਿਰਤੀ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੇ ਨਾਲ ਹੀ ਹੈਗੀ ਆ। ਹਾਂਜੀ ਗੋਰਖੀ ਸਾਹਿਬ। ਹਾਂਜੀ, ਬਹੁਤ ਵਧੀਆ ਜੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਦੱਸ ਰਹੇ ਨੇ ਉਹ। ਵੈਸੇ ਸਾਧ ਸੰਗਤ ਜੀ, ਇੱਕ ਚੀਜ਼ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤੁਸੀਂ ਕਿਤੇ ਥੋੜੇ ਸਮੇਂ ਲਈ ਅਗਰ ਸ਼ਰਧਾ ਦੇ ਨਾਲ ਭਗਤੀ ਕੀਤੀ, ਜਿਵੇਂ ਜਿਵੇਂ ਤੁਹਾਡਾ ਚਿੱਤ ਸ਼ੁੱਧ ਹੋ ਗਿਆ ਨਾ, ਇਹਦੇ ਚ ਔਗਣ ਨਹੀਂ ਜੋ ਟਿਕਣਾ, ਪੋਸੀਬਲ ਨਹੀਂ ਹੈਗਾ, ਬੜਾ ਸ਼ੁੱਧ ਹੋ ਜਾਣਾ। ਕਬੀਰ ਜੀ ਕਹਿੰਦੇ ਨਾ ਕਿ ਜੈਸੇ ਗੰਗਾ ਨੀਰ ਵਰਗਾ ਹੋ ਗਿਆ। ਹਾਂ, ਮਨ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹਾਂਜੀ, ਬਿਲਕੁਲ ਜੀ, ਸਹੀ ਹੈ। ਉਹਨਾਂ ਨੇ ਜੋ ਵੀ ਫਰਮਾਇਆ ਬਿਲਕੁਲ ਸਹੀ ਫਰਮਾਇਆ। ਜਦੋਂ ਤੁਹਾਡੀ ਅਵਸਥਾ ਥੋੜੀ ਜਿਹੀ ਸ਼ੁੱਧ ਹੋ ਗਈ ਤੇ ਤੁਹਾਡੇ ਚਿੱਤ ਦੇ ਵਿੱਚ ਬੁਰਾਈ ਨਹੀਂ ਟਿਕੇਗੀ। ਕਿਉਂ ਨਹੀਂ ਟਿਕੇਗੀ? ਕਿਉਂਕਿ ਅੰਦਰ ਦਾ ਜਿਹੜਾ ਮੈਗਨੇਟ ਆ ਉਹ ਸ਼ੁੱਧ ਹੋ ਗਿਆ। ਹੁਣ ਉਹ ਆਲਤੂ ਫਾਲਤੂ ਚੀਜ਼ਾਂ ਵੱਲ ਅਟਰੈਕਟ ਨਹੀਂ ਹੁੰਦਾ। ਮੈਗਨੇਟ ਤੋਂ ਭਾਵ ਤੁਹਾਡੇ ਅੰਦਰ ਜਿਹੜਾ ਚੁੰਬਕ ਹੈ ਨਾ, ਦੇਖੋ ਤੁਹਾਡੀਆਂ ਇੰਦਰੀਆਂ ਦੇ ਪਿੱਛੇ ਇੱਕ ਚੁੰਬਕ ਲੱਗੀ ਹੈ, ਕਿਉਂਕਿ ਇੰਦਰੀਆਂ ਜਿਹੜੀਆਂ ਨੇ ਸਾਡੀਆਂ ਇਹ ਭੋਗਾਂ ਦੇ ਪਿੱਛੇ ਜਾਂਦੀਆਂ। ਸਾਡੀਆਂ ਅੱਖਾਂ ਦਾ ਇੱਕ ਵਿਸ਼ਾ ਹੈ, ਕੰਨਾਂ ਦਾ ਇੱਕ ਵਿਸ਼ਾ ਹੈ, ਮੂੰਹ ਦਾ ਇੱਕ ਵਿਸ਼ਾ ਹੈ, ਚਮੜੀ ਦਾ ਇੱਕ ਵਿਸ਼ਾ ਹੈ, ਨੱਕ ਦਾ ਇੱਕ ਅਲੱਗ ਵਿਸ਼ਾ ਹੈ। ਅੱਖ ਦਾ ਕੰਮ ਨੱਕ ਨਹੀਂ ਕਰ ਸਕਦੇ, ਨੱਕ ਦਾ ਕੰਮ ਅੱਖ ਨਹੀਂ ਕਰ ਸਕਦੀ, ਮੂੰਹ ਦਾ ਕੰਮ ਨੱਕ ਨਹੀਂ ਕਰ ਸਕਦਾ, ਨੱਕ ਦਾ ਕੰਮ ਮੂੰਹ ਨਹੀਂ ਕਰ ਸਕਦਾ। ਹਰ ਇੱਕ ਦਾ ਇੱਕ ਅਲੱਗ-ਅਲੱਗ ਉਹਦਾ ਇੱਕ ਭੋਗ ਹੈ, ਔਰ ਜਿਸ ਭੋਗ ਲਈ ਉਹ ਬਣੀ ਹੈ ਉਹ ਕੇਵਲ ਉਸ ਦੇ ਬਾਰੇ ਹੀ ਦੱਸਦੀ ਹੈ। ਤੋ ਇੱਥੇ ਇੱਕ ਚੀਜ਼ ਨੂੰ ਆਪ ਸਮਝੋ, ਜਦੋਂ ਤੁਹਾਡੀ ਸੁਰਤੀ ਆਤਮ ਤੱਤ 'ਚ ਇਕਾਗਰ ਹੋ ਗਈ ਤੇ ਬਹੁਤ ਔਖਾ ਹੈ ਤੁਹਾਨੂੰ ਕੋਈ ਔਗਣ ਚਿੰਬੜੇ। ਤੁਸੀਂ ਕੋਸ਼ਿਸ਼ ਵੀ ਕਰਕੇ ਦੇਖੋਗੇ ਤਾਂ ਵੀ ਡਿੱਗਣਾ ਔਖਾ ਹੈ। ਇਹ ਜਿਹੜੀ ਗੱਲ ਕਰ ਰਹੇ ਨਾ ਕਿ ਅੰਦਰ ਜਿੱਦਾਂ ਇੱਕ ਉਹ ਜਿਹੜੀਆਂ ਦੁੱਧ ਪਾਣੀ ਲੈ ਕੇ ਜਾਂਦੀਆਂ ਨੇ, ਜਾਂ ਉਹ ਜਿਹੜੇ ਪੰਛੀ ਆ ਉਹ ਬੱਚਿਆਂ ਦੇ ਬਾਰੇ ਧਿਆਨ ਰੱਖਦੇ ਨੇ, ਜਾਂ ਮਾਂ ਦਾ ਧਿਆਨ ਬੱਚੇ 'ਚ ਹੁੰਦਾ ਹੈ। ਮਾਂ ਦੇ ਲਾਗੇ ਜਦੋਂ ਬੱਚਾ ਸੁੱਤਾ ਹੁੰਦਾ ਹੈ, ਰਾਤ ਨੂੰ ਭਾਵੇਂ ਸੁੱਤੀ ਹੋਵੇ, ਬੱਚਾ ਰੋਵੇ ਤੇ ਉਹਦਾ ਹੱਥ ਉਹਨੂੰ ਥਾਪੜੀ ਜਾਂਦਾ ਹੈ, ਮਾਂ ਨੂੰ ਨਹੀਂ ਪਤਾ। ਬਿਲਕੁਲ ਸਹੀ ਗੱਲ ਹੈ, ਪਰ ਧਿਆਨ ਉਹਦਾ ਬੱਚੇ 'ਚ ਹੈ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਜਿੰਨੀਆਂ ਵੀ ਕਹੀਆਂ ਨੇ, ਇਹਦਾ ਕਾਰਨ ਇਹੋ ਹੀ ਹੈ ਕਿ ਜਿੱਦਾਂ ਤੁਹਾਡੇ ਅੰਤਰਾਕਰਣ ਵਿੱਚ ਸ਼ੁੱਧਤਾ ਆ ਗਈ ਨਾ, ਤੁਹਾਡੇ ਜੀਵਨ ਦੇ ਵਿੱਚ ਆਟੋਮੈਟਿਕਲੀ ਸ਼ੁੱਧਤਾ ਆ ਜਾਣੀ। ਇੱਕ ਤੇ ਆਪ ਚੀਜ਼ ਨੂੰ ਪਲੀਜ਼ ਅੰਡਰਸਟੈਂਡ ਕਰੋ, ਇਹ ਕੋਈ ਕਰਨ ਵਾਲੀ ਚੀਜ਼ ਨਹੀਂ ਹੈਗੀ। ਨਿੱਜਰ ਸਾਹਿਬ, ਬਿਲਕੁਲ ਸਹੀ ਹੈ, ਬਿਲਕੁਲ ਸਹੀ, ਕਰਨ ਵਾਲੀ ਚੀਜ਼ ਨਹੀਂ ਹੈਗੀ, ਆ ਜਾਣੀ ਹੈ। ਹਾਂ, ਇੱਕ ਤੇ ਤੁਸੀਂ ਕਰ ਰਹੇ ਜੋ ਨਾ, ਉਹ ਤੇ ਜੂਸ ਕੱਢਣ ਵਾਲਾ ਸਿਸਟਮ ਹੈ। ਉਹ ਤੇ ਤੁਸੀਂ ਗੰਨੇ ਦਾ ਜੂਸ ਕੱਢ ਲਿਆ ਤੇ ਮਸੰਮੀ ਦਾ ਜੂਸ ਕੱਢ ਲਿਆ, ਸੇਬ ਦਾ ਜੂਸ ਕੱਢ ਲਿਆ, ਉਹ ਜੂਸ ਕੱਢਣ ਵਾਲਾ ਸਿਸਟਮ ਨਹੀਂ ਕਰਨਾ ਆਪਾਂ। ਆਪਣੇ ਆਪ ਨਿਕਲਣਾ ਆਪਾਂ ਕਰਨਾ ਗਾਂ ਵਾਲਾ ਸਿਸਟਮ। ਦੁੱਧ ਆਪਣੇ ਆਪ ਹੀ ਬਣਦਾ ਪਿਆ ਦੇ ਅੰਦਰ। ਤੁਹਾਡੀ ਜੀਵਨ ਦੇ ਵਿੱਚ ਸ਼ੁੱਧਤਾ ਆਪਣੇ ਆਪ ਬਣਨੀ ਹੈ, ਤੁਸੀਂ ਬਣਾਉਣੀ ਨਹੀਂ ਆ। ਆਮ ਬੰਦੇ ਤੇ ਬਣਾਉਂਦੇ ਨਾ। ਹੁਣ ਕੋਈ ਸੇਵਾ ਕਰਨ ਜਾ ਰਿਹਾ ਸਪੈਸ਼ਲ, ਬਿਲਕੁਲ ਸਹੀ ਗੱਲ ਜੀ, ਫਲਾਣੇ ਬਿਲਕੁਲ ਸਹੀ, ਤੇ ਜਾ ਕੇ ਮੈਂ ਝਾੜੂ ਮਾਰੂੰਗਾ, ਉਹਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ। ਤੁਹਾਡਾ ਜੀਵਨ ਹੀ ਸੇਵਾ ਬਣ ਜਾਣੀ ਹੈ। ਵਾਹ ਜੀ ਵਾਹ, ਕਮਾਲ ਹੈ, ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ। ਹਾਂ, ਮਜ਼ਾ ਨਹੀਂ ਆਉਣਾ ਉਹਦਾ, ਉਹ ਤੇ ਬਹੁਤਾ ਫਾਲਤੂ ਦਾ ਜੀਵਨ ਹੈ। ਉਹ ਕਹਿੰਦੇ ਜੀਵਨ ਉਹ ਨਕਲੀ ਫੁੱਲ ਨੇ, ਤੁਸੀਂ ਬਾਜ਼ਾਰੋਂ ਖਰੀਦ ਕੇ ਲਿਆ ਕੇ ਲਾ ਲੈਨੇ। ਮੈਂ ਚਾਹੁੰਦਾ ਕਿ ਤੁਹਾਡੇ ਅੰਦਰੋਂ ਪੈਦਾ ਹੋਣ ਗੁਣ। ਬਿਲਕੁਲ। ਔਰ ਕਿਸੇ ਜਿਹੜੇ ਨਾਲ ਵੀ ਆਪਾਂ ਮਿਲਾਂਗੇ, ਉਹ ਭਾਵੇਂ ਉਹਨੂੰ ਜਾਣਦੇ ਆ ਨਹੀਂ ਜਾਣਦੇ ਆ, ਆਪਾਂ ਉਹਦੀ ਹੈਲਪ ਕਰਨੀ ਹੈ, ਬਸ ਆਹ ਚੀਜ਼ ਹੈ। ਹਾਂ, ਇੱਕ ਤੇ ਤੁਸੀਂ ਕਰਨੇ ਨਹੀਂ ਜਾਣੀ ਨਿੱਜਾ ਸਾਹਿਬ, ਇੱਕ ਤੇ ਜਿਹੜੇ ਤੁਸੀਂ ਸਪੈਸ਼ਲ ਕਰਨ ਜਾਂਦੇ ਜੋ ਨਾ, ਵੇਖ ਵੀ ਬੜਾ ਸਿਆਪਾ ਵਾ। ਤੁਸੀਂ ਕਰਨ ਨਹੀਂ ਜਾਣਾ ਕਿਤੇ, ਤੁਹਾਡੇ ਤੋਂ ਹੋਣਾ ਵਾ। ਬਿਲਕੁਲ ਸਹੀ ਹੈ, ਤੁਹਾਡੇ ਕੋਲ ਹੋਣਾ ਵਾ, ਮਤਲਬ ਤੁਸੀਂ ਕਰਨ ਨਹੀਂ ਜਾਣਾ। ਤੁਹਾਡੇ ਸਾਹਮਣੇ ਜਿਹੜਾ ਵੀ ਆ ਗਿਆ ਨਾ, ਉਹ ਤੁਸੀਂ ਤੁਹਾਡੇ ਕੋਲ ਆਪਣੇ ਆਪ ਹੀ ਹੋਣਾ ਵਾ। ਤੁਸੀਂ ਕੁਛ ਕਰਨ ਦੀ ਲੋੜ ਨਹੀਂ ਪੈਣੀ, ਤੁਹਾਨੂੰ ਆਪਣੇ ਆਪ ਹੋਵੇਗਾ। ਤੇ ਉਹ ਬੜੀ ਤੜੀ ਚੀਜ਼ ਹੈ, ਉੱਥੇ ਤੇ ਮਜ਼ਾ ਵਾ। ਫਿਰ ਕਬੀਰ ਜੀ ਕਹਿੰਦੇ ਕਿ ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ, ਉਸੇ ਅਵਸਥਾ ਦੀ ਗੱਲ ਕਰਦੇ ਆ ਕਿ ਹੁਣ ਮੈਨੂੰ ਕਰਨ ਦੀ ਲੋੜ ਨਹੀਂ। ਜਿਹੜਾ ਮੈਨੂੰ ਪੱਟੀ ਪੜਾਉਂਦੇ ਸੀ ਨਾ, ਕਿ ਤੂੰ ਏਦਾਂ ਕਰ, ਤੂੰ ਉੱਥੇ ਜਾ, ਤੂੰ ਉੱਥੇ ਨਾ, ਉਹ ਕਹਿੰਦੇ ਕਿਤੇ ਨਹਾਉਣਾ ਨਹੀਂ। ਮਗਹਰ ਤੇ ਜਿਹੜਾ ਕਾਸ਼ੀ ਆ, ਕੋਈ ਫਰਕ ਨਹੀਂ ਹੈਗਾ। ਬਿਲਕੁਲ ਗਿਆਨ ਹੋ ਗਿਆ। ਕਿਉਂਕਿ ਜਿਹੜਾ ਅੰਦਰ ਹੀ ਨਾ, ਜਿਹੜਾ ਦਰਪਣ ਐਨਕਾਂ ਸੀ, ਉਹ ਵੇਖਣੀਆਂ ਸੀ ਕਿ ਮਗਹਰ ਸਹੀ ਨਹੀਂ ਆ, ਕਾਸ਼ੀ ਵਧੀਆ ਹੈ। ਪਰ ਜਦੋਂ ਉਹ ਦਰਪਣ ਬਦਲ ਗਿਆ ਤੇ ਫਿਰ ਪਤਾ ਲੱਗਾ ਤੇ ਪਰਮਾਤਮਾ ਹੀ ਹੈ ਸਾਰਾ ਕੁਛ।
ਔਰ ਆਖਰ ਤੇ ਫਿਰ ਤੁਹਾਨੂੰ ਮੈਂ ਦੱਸਣਾ ਹੀ ਚਾਹੁੰਦਾ ਵਾ, ਤੁਹਾਨੂੰ ਪਹਿਲਾਂ ਵੀ ਦੱਸਿਆ ਵਾ, ਦੇਖੋ ਆਪਾਂ ਜੋ ਵੀ ਕਰ ਰਹੇ ਹਾਂ, ਜੇ ਤੇ ਇਕੱਲਾ ਤੁਹਾਨੂੰ ਫਾਇਦਾ ਹੈ ਤੇ ਫਿਰ ਜੀਵਨ ਬਤੀਤ ਕਰ ਰਹੇ ਜੋ। ਇੱਕਦਮ ਜਾਨਵਰ ਹੈ, ਜਾਨਵਰ ਨੂੰ ਕੋਈ ਕਨੈਕਸ਼ਨ ਨਹੀਂ ਕਿਸੇ ਨਾਲ, ਉਹ ਆਪਣਾ ਢਿੱਡ ਭਰਦਾ ਹੈ, ਖਾਂਦਾ ਪੀਂਦਾ ਸੌਂ ਜਾਂਦਾ ਹੈ, ਭੁੱਖ ਲੱਗੀ ਫਿਰ ਸ਼ਿਕਾਰ ਤੇ ਜਾਂਦਾ ਹੈ, ਖਾਂਦਾ ਪੀਂਦਾ ਸੌਂ ਜਾਂਦਾ ਹੈ। ਪਰ ਜੇ ਆਪਾਂ ਇਨਸਾਨੀ ਜਾਮੇ ਚ ਆਏ ਆ, ਆਪਣੇ ਗੁਰੂਆਂ ਨੇ ਦੇਖੋ ਕੀ ਕੀਤਾ ਹੈ, ਉਹਨਾਂ ਦੇ ਜੀਵਨ ਦਾ ਕੇਵਲ ਉਹਨਾਂ ਨੂੰ ਫਾਇਦਾ ਨਹੀਂ ਹੋਇਆ, ਉਹਨਾਂ ਨੇ ਦੂਜੇ ਦਾ ਵੀ ਕੀਤਾ ਹੈ ਉਹਦੇ ਨਾਲ। ਉਹਨਾਂ ਜੇ ਉਹ ਕਹਿੰਦੇ ਨਾ ਦਾਨ ਘਾਲ ਕਰੇ ਕੁਛ ਹੱਥੋਂ ਦੇ, ਨਾਨਕ ਰਾਹ ਤੂੰ ਮਿਹਨਤ ਕਰ। ਹਾਂ, ਨਾਨਕ ਰਾਹ ਪਛਾਣੇ ਸੇ। ਇਹ ਆਪਣੇ ਸਿੱਖ ਧਰਮ ਚ ਬਹੁਤ ਤਗੜੇ ਸਿਧਾਂਤ ਨੇ, ਉਹ ਆਪਾਂ ਪੜ੍ਹਨਾ ਨਹੀਂ ਚਾਹੁੰਦੇ। ਉਹ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਤੂੰ ਜੋ ਪੜ੍ਹਦਾ ਹੈ, ਪੜ੍ਹੇ ਲਿਖੇ ਕਿਆ ਹੋਏ, ਜੋ ਸਾਹਿਬ ਨਾ ਮਿਲਿਆ ਸੋਈ, ਹਰ ਕਾ ਨਾਮ ਨਹੀਂ ਜਪਤ ਗਵਾਰਾ, ਕਿਉਂ ਸੋਚੇ ਬਾਰੰਬਾਰਾ। ਬਾਣੀ ਚ ਲਿਖਿਆ ਹੈ ਕਿ ਤੂੰ ਪੜ੍ਹੀ ਜਾਂਦਾ ਹੈ, ਲਿਖੀ ਜਾਂਦਾ ਹੈ, ਲੋਕਾਂ ਨੂੰ ਸੁਣਾ ਕੇ ਫੀਲਿੰਗ ਵੀ ਲੈਣਾ ਹੈ। ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਆਚਾਰ ਜਿਹੜੇ ਨੇ ਉਹ ਤੁਹਾਡੇ ਪ੍ਰਾਣਾ ਚ ਆਉਣੇ ਆ। ਦੇਖੋ ਇੱਕ ਚੋਰੀ ਆ ਨਾ, ਅੰਦਰੋਂ ਮਨ ਤੋਂ ਚੋਰੀ ਕਰਦਾ ਜੋ। ਪਰ ਜੇ ਆਪਾਂ ਇੱਥੇ ਸੇਵਾ ਵੀ ਕਰਦੇ ਆ ਨਾ, ਅਸੀਂ ਪਤਾ ਕਿਉਂ ਕਰਦੇ ਆ? ਅਸੀਂ ਸੇਵਾ ਥੋੜੀ ਕਰਨ ਜਾਂਦੇ ਆ, ਅਸੀਂ ਬਾਰਗੇਨ ਕਰਦੇ ਆ ਰੱਬ ਨਾਲ ਕਿ ਮੈਂ ਤੇਰੀ ਇੱਥੇ ਸੇਵਾ ਕਰਨੇ ਆ, ਤੂੰ ਤਾਂ ਕਰ ਮੇਰਾ ਫਲਾਣਾ ਕੰਮ ਕਰ ਦੇ। ਨਿਜਰ ਸਾਹਿਬ ਬਿਲਕੁਲ ਨਹੀਂ ਕੋਈ ਕੰਮ ਹੈਗਾ, ਘੱਟ ਤੋਂ ਘੱਟ ਆਪਣੀ ਪ੍ਰਸਿੱਧੀ ਤਾਂ ਚਾਹੁੰਦੇ ਹੀ ਆ ਆਪਾਂ। ਹਾਂ, ਉਹਦੇ ਪਿੱਛੇ ਸਾਡੀ ਡਿਮਾਂਡ ਹੈ। ਉਹ ਚੀਜ਼ ਜਿਹੜੀ ਠੀਕ ਆ, ਤੁਸੀਂ ਕਰ ਲਓ ਡਿਮਾਂਡ, ਪਰ ਮੈਂ ਚਾਹੁੰਦਾ ਨਹੀਂ ਆ ਕਿ ਪ੍ਰਮਾਤਮਾ ਨਾਲ ਤੁਸੀਂ ਟ੍ਰੇਡ ਕਰੋ। ਤੁਸੀਂ ਸੇਵਾ ਅਲੱਗ ਚੀਜ਼ ਆ, ਡਿਮਾਂਡ ਅਲੱਗ ਚੀਜ਼ ਆ। ਪਰ ਤੁਸੀਂ ਏਦਾਂ ਨਾ ਕਹੋ ਕਿ ਮੈਂ ਫਲਾਣੇ ਪਾਠ ਪੜੂੰਗਾ, ਜਿੱਦਾਂ ਆਮ ਲੋਕ ਇੱਥੇ ਕਹਿ ਦਿੰਦੇ ਨੇ ਤੁਸੀਂ ਜੀ 20 ਪਾਠ ਕਰ ਲਓ ਜੀ, ਇੰਨੇ ਚਲੀਏ ਕੱਟ ਲਓ, ਔਰ ਤੁਸੀਂ ਵੇਖੋ ਸ਼ਹੀਦੀ ਲੋਕੀ ਲੱਗੇ ਹੋਏ ਨੇ। ਬਿਲਕੁਲ, ਇੱਥੇ ਗੁਰਦੁਆਰਾ ਲੱਗੇ ਆ। ਤੇ ਨਾਲ ਇੱਕ ਚੀਜ਼ ਹੈ ਨਾ ਗੁਰਕੀ ਸਾਹਿਬ, ਦੇਖੋ ਚਲੋ ਡਿਮਾਂਡ ਦੀ ਗੱਲ ਤਾਂ ਆ ਹੈ ਕਿ ਭਾਈ ਜੇ ਹੁਣ ਰਾਜਾ ਦੇ ਅੱਗੇ ਜਾ ਕੇ ਆਪਾਂ ਕਹੀਏ ਵੀ ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ, ਇੰਨਾ ਸੋਨਾ ਦੇ ਦੇ, ਇੰਨਾ ਮੈਨੂੰ ਹੀਰੇ ਦੇ ਦੇ, ਉਹ ਰਾਜਾ ਕਹੇ ਜੇ ਮੈਂ ਚੱਲ ਮੈਂ ਹੀ ਤੇਰੇ ਨਾਲ ਚੱਲਦਾ ਹਾਂ, ਤੇ ਫਿਰ ਆਪਾਂ ਨੂੰ ਰਾਜਾ ਲੈਣ 'ਚ ਫਾਇਦਾ ਹੈ ਕਿ ਜਿਹੜੇ ਗਹਿਣੇ ਦੀ ਡਿਮਾਂਡ ਕਰਨ 'ਚ ਫਾਇਦਾ ਹੈ ਆਪਾਂ ਨੂੰ? ਪਰ ਨਿਜਰ ਸਾਹਿਬ ਰਾਜੇ ਨੂੰ ਮੰਗਣ ਨੂੰ ਕੋਈ ਤਿਆਰ ਨਹੀਂ ਨਾ। ਇਹ ਗੱਲ ਸਹੀ ਹੈ। ਹਾਂ, ਪਰ ਜਿੰਨਾ ਰਾਜੇ ਨੂੰ ਮੰਨਣ, ਜੇ ਤੁਸੀਂ ਰਾਜੇ ਨੂੰ ਲੈ ਲਿਆ ਨਾ ਤੇ ਜੀਵਨ ਤੇ ਫਿਰ ਤੁਹਾਨੂੰ ਕੋਈ ਚਾਹੀਦਾ ਹੀ ਨਹੀਂ। ਫਿਰ ਰਾਜੇ ਆਪਾਂ ਰਾਜੇ ਹੀ ਹੋ ਗਏ, ਫਿਰ ਕਿਆ ਫਿਰ ਕੀ ਰਿਕੁਆਇਰਮੈਂਟ ਰਹਿ ਗਈ? ਹਾਂ, ਫਿਰ ਤੁਸੀਂ ਬ੍ਰਹਮ ਹੋ ਜਾਣਾ। ਫਿਰ ਬ੍ਰਹਮ ਤੇ ਤੁਹਾਡੇ 'ਚ ਕੋਈ ਭੇਦ ਨਹੀਂ ਰਹਿ ਗਿਆ। ਬੜੀ ਤਗੜੀ ਗੱਲ ਆ। ਕਹਿਣ ਤੇ ਦੇ ਕਿ ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਦੀ ਕੀਤੀ ਛੁੱਟੀ ਨਾਲ। ਫਿਰ ਤੇ ਉਹ ਕੀਤੀ ਛੁੱਟੀ ਆ, ਉਹ ਤੇ ਐਂਡ ਦਾ ਸਟੋਰੀ। ਬਸ ਇੱਕ ਜਗ੍ਹਾ ਆਉਂਦਾ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਆ, ਕੋਟ ਲੱਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ। ਦੇਖ ਲਓ, ਨਿਜਰ ਸਾਹਿਬ ਜੀ ਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਪ੍ਰਗਟ ਹੋ ਗਿਆ, ਉਹ ਤੇ ਅਨਮੋਲ ਬੰਦਾ ਹੈ, ਪ੍ਰਾਈਸਲੈਸ ਹੈ। ਬਿਲਕੁਲ। ਔਰ ਬ੍ਰਹਮ ਇਹ ਚੀਜ਼ ਦੇ ਇੰਤਜ਼ਾਰ 'ਚ ਬੈਠਾ ਹੈ। ਬ੍ਰਹਮ ਨੂੰ ਹੋਰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਬ੍ਰਹਮ ਤੇ ਕਹਿੰਦਾ ਕਿ ਕਦੋਂ ਕੋਈ ਮੇਰੇ ਵਿੱਚ ਵਾਪਸ ਆ ਜਾਏ। ਇਹ ਬੁਝਾਰਤ ਨੂੰ ਕੌਣ ਬੁੱਝੇ? ਬਿਲਕੁਲ, ਇਹ ਬੁਝਾਰਤ ਬੁੱਝਣੀ ਕਿਤੇ ਮਜ਼ਾਕ ਹੈ? ਕੋਈ ਖਾਲਾ ਜੀ ਦਾ ਵਾੜਾ ਹੈ? ਮਜ਼ਾਕ ਹੈ ਕੋਈ? ਆਪ ਜਸਟ ਸੋਚੋ, 5 ਤੱਤ ਨੇ, 5 ਤੱਤਾਂ ਦੇ 5 ਔਗਣ ਨੇ। ਉਹਦੇ ਤੇ ਸਰੀਰ ਤੁਹਾਡਾ ਬਣਿਆ, ਉਹਦੇ ਤੋਂ ਤੁਹਾਡਾ ਮਨ ਬਣਿਆ, ਬੁੱਧੀ ਬਣਿਆ, ਚਿੱਤ ਬਣਿਆ, ਇੰਨਾ ਭਰਮ ਆ। ਇਹਦੇ ਬਾਵਜੂਦ ਤੁਸੀਂ ਇਹ ਮਾਇਆ ਜਾਲ ਨੂੰ ਤੋੜ ਕੇ ਬ੍ਰਹਮ ਚ ਲੀਨ ਹੋ ਜਾਓ, ਕੋਈ ਮਜ਼ਾਕ ਹੋ ਗਿਆ? ਇਹ ਤਾਂ ਸੂਰਮਾ ਹੋ ਗਿਆ ਜੀ। ਇਹਦੇ ਵਰਗਾ ਤਾਂ ਸੂਰਮਾ ਨਹੀਂ ਕੋਈ ਹੈਗਾ, ਇਹਦੇ ਵਰਗਾ ਕੋਈ ਯੋਧਾ ਨਹੀਂ ਹੈਗਾ ਭਾਈ। ਹਾਂ, ਇਹ ਤੇ ਜਿਹੜਾ ਵੀ ਮਾਈ ਦਾ ਲਾਲ ਕਦੇ ਹਿੱਕ ਪਾੜ ਕੇ ਲੰਘ ਜੇ ਪ੍ਰਕਿਰਤੀ ਦੀ, ਕਿਤੇ ਰਹਿੰਦੀ ਦੁਨੀਆ ਤੱਕ ਉਹਦੀ ਵਾਈਬ੍ਰੇਸ਼ਨ ਰਹਿਣੀ ਆ ਬ੍ਰਹਿਮੰਡ ਚ। ਹਾਂ, ਇੱਕ ਬੰਦਾ ਧਰਤੀ ਚੋਂ ਉੱਥੇ ਚਲਾ ਗਿਆ, ਉਸ ਤੋਂ ਬਾਅਦ ਬਣ ਜਾਣਾ ਜੇ ਪੁਲ, ਫਿਰ ਕਰੋੜਾਂ ਬੰਦੇ ਨਿਕਲਣੇ ਉੱਥੋਂ। ਫੁਰਲ ਤੇ ਹੀ ਪੁਲ ਆ। ਆਪਾਂ ਪੁਲ ਬਣਾਇਆ ਵਾ, ਪਰ ਫਾਇਦਾ ਠਾਉਂਦੇ ਪੁਲ ਦਾ। ਜੈਸਾ ਬਿਆਸ ਆ, ਐਰਾ ਵਗੈਰਾ ਵੱਡੇ ਵੱਡੇ ਦਰਿਆ ਨੇ, ਰਾਵੀ ਆ, ਕਿੱਡੇ ਵੱਡੇ ਦਰਿਆ। ਜਦੋਂ ਪੁਲ ਬਣ ਗਿਆ, ਲੰਘਣ ਚ ਕੀ ਪ੍ਰੋਬਲਮ ਹੈ ਮੁੜ ਕੇ? ਹੁਣ ਵੀ ਤਾਂ ਆਪਾਂ ਨਾਮਦੇਵ ਜੀ ਦਾ ਪੁਲ ਤੇ ਲੰਘ ਰਹੇ ਹਾਂ। ਹਾਂ, ਹੁਣ ਬਾਣੀ ਦਾ ਪੁਲ ਉਹਨਾਂ ਨੇ ਬਣਾਏ ਨੇ, ਪੁਲ ਆਪ ਲੰਘ ਗਏ ਨੇ, ਸਾਨੂੰ ਰਾਹ ਦੱਸ ਕੇ ਗਏ ਨੇ। ਪਰ ਪੁਲ ਕੱਲੇ ਪੁਲ ਦਾ ਨਾਂ ਲੈਣਾ ਕੁਛ ਨਹੀਂ ਹੋਊਗਾ, ਉਸ ਪੁਲ ਦੀ ਵਰਤੋਂ ਕਰਨੀ ਪਊ। ਬਿਲਕੁਲ ਠੀਕ ਹੈ ਜੀ। ਆਪਾਂ ਪਤਾ ਕਰਦੇ, ਆਪਾਂ ਨਾਂ ਪੜ੍ਹ ਲੈਂਦੇ ਹਾਂ, ਪੁਲ ਬੜਾ ਵਧੀਆ ਜੀ, ਇੱਥੇ ਏਦਾਂ ਕੋਕੇ ਲੱਗੇ ਆ, ਇੰਨੇ ਸਾਲ ਪਹਿਲਾਂ ਬਣਾਇਆ ਸੀ, ਕਿਹਨੇ ਬਣਾਇਆ ਸੀ, ਫਲਾਣੇ ਨੇ ਬਣਾਇਆ ਸੀ, ਇੰਨੀਆਂ ਇੱਟਾਂ ਲੱਗੀਆਂ, ਇੰਨਾ ਸਰੀਆ ਲੱਗਾ, ਇੰਨੇ ਬੰਦੇ ਨੇ ਕੰਮ ਕੀਤਾ, ਆਪਾਂ ਪੜ੍ਹੀ ਜਾਂਦੇ ਹਾਂ। ਪਰ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਭੋਲਿਆ ਪੁਲ ਦੇ ਬਾਰੇ ਨਾ ਪੜ੍ਹ, ਤੂੰ ਪੁਲ ਤੋਂ ਲੰਘ ਜਾ। ਹਾਂ, ਤੇ ਆਪਾਂ ਪੁਲ ਨੂੰ ਪੜ੍ਹ ਜਾਂਦੇ ਹਾਂ, ਪੜ੍ਹੀ ਜਾਓ ਪੁਲ ਨੂੰ। ਬਾਣੀ ਤੇ ਕਹਿੰਦੀ ਪੜ੍ਹੇ ਲਿਖੇ ਕਿਆ ਹੋਏ। ਤੈਨੂੰ ਪਤਾ ਨਹੀਂ ਹੈ ਕਿ ਪੌੜੀ ਵਰਤਣ ਵਾਸਤੇ ਆ। ਹਾਂ, ਬਿਲਕੁਲ, ਬਹੁਤ ਵਧੀਆ। ਪੌੜੀ ਤੇ ਚੜ ਕੇ ਤੂੰ ਉਤਲੀ ਛੱਤ ਤੇ ਜਾਣਾ ਸੀ,
ਔਰ ਤੂੰ ਪਿਓ ਦਾ ਪੁੱਤਾ ਪੌੜੀ ਤੇ ਸਰਚ ਕਰਕੇ PhD ਕਰੀ ਜਾਂਦਾ, ਫਿਰ ਪਤਾ ਨਹੀਂ ਕੀ ਕਰੀ ਜਾਂਦਾ ਵਾ, ਕੱਲੇ ਕੱਲੇ ਡੰਡੇ ਤੇ ਕੀ ਕਰੀ ਜਾਂਦੇ ਆ, ਉੱਥੇ ਕਿੰਨੇ ਕਿੱਲੇ ਲੱਗੇ ਆ, ਇਹ ਵਾਂਸ ਫਲਾਨਾ ਜੀ, ਇਹ ਫਲਾਨਾ ਕਿੱਥੋਂ ਆਇਆ, ਉਹਦੀ ਹਿਸਟਰੀ ਪੜ੍ਹੀ ਜਾਂਦਾ। ਮਕਸਦ ਪੌੜੀ ਦਾ ਇੰਨਾ ਸੀ ਕਿ ਤੂੰ ਚੜ੍ਹਨਾ ਸੀ ਉੱਤੇ। ਦੂਜਿਆਂ ਨੂੰ ਵੀ PhD ਕਰਾ ਰਿਹਾ ਹੈ, ਮੇਰੇ ਵਰਗਾ ਦੂਜਿਆਂ ਨੂੰ PhD ਕਰਾਉਂਦਾ ਹੈ। ਫਿਰ ਉਹਦਾ ਫਿਰ ਬਾਣੀ ਮਨਾ ਕਰਦੀ, ਕਹਿੰਦੇ ਪੜ ਗੱਡੇ ਲੱਗੀ, ਕੀ ਕਰ ਰਿਹਾ ਤੂੰ? ਤੈਨੂੰ ਪਤਾ ਨਹੀਂ, ਤੈਨੂੰ ਇੰਨੀ ਸਿੱਧੀ ਜੀ ਗੱਲ ਸਮਝਾਈ ਆ ਕਿ ਅਵਰ ਉਪਦੇਸ਼ੇ, ਤੂੰ ਪੜ ਕੇ ਤੇ ਦੂਜਿਆਂ ਨੂੰ ਵੀ ਪੜਾਈ ਜਾਂਦਾ। ਮੈਂ ਤੈਨੂੰ ਪਤਾ ਪੌੜੀ ਦਾ ਮਤਲਬ ਕੀ ਹੈ? ਉਹ ਫਿਰ ਕਹਿੰਦੇ ਬਾਬਾ ਜੀ ਪੌੜੀ ਦਾ ਮਤਲਬ ਸਾਨੂੰ ਪਤਾ ਤਾਂ ਹੈਗਾ, ਪਰ ਇਹ ਵਰਤਣੀ ਨਹੀਂ ਹੈ, ਰਹਿਣਾ ਇੱਥੇ ਹੀ ਆ। ਦੁੱਖੀ ਤੇ ਸੁੱਖ ਬੜੇ ਇੰਦਰੀਆਂ ਦੇ ਭੋਗ ਨੇ। ਫਿਰ ਉਹ ਸਾਰੀ ਗੱਲ ਸਮਝਾਈ ਆ, ਕਲੀਅਰ ਕੀਤੀ ਆ। ਹਾਂਜੀ ਨਿਜ ਸਾਹਿਬ ਅੱਗੇ ਚੱਲੀਏ। ਬਹੁਤ ਕਮਾਲ ਆ ਗੁਰਕੀ ਸਾਹਿਬ। ਦੇਖੋ ਪੌੜੀ ਨੂੰ ਆਪਾਂ ਜਿਹੜਾ ਹੈਗਾ ਕਿੰਨਾ ਰਿਸਪੈਕਟ ਦਿੰਦੇ ਹਾਂ, ਕਿੰਨਾ ਸਾਰਾ ਕੁਛ ਕਰਦੇ ਹਾਂ, ਸਿਰ ਤੇ ਚੁੱਕਦੇ ਹਾਂ, ਸਾਰਾ ਕਿੰਨਾ ਇੰਨਾ ਜ਼ਿਆਦਾ ਜਿਹੜਾ ਹੈਗਾ ਪਿਆਰ ਹੈਗਾ, ਪਰ ਉਹਦੀ ਵਰਤੋਂ ਨਹੀਂ ਕਰਦੇ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਨਿੱਜੇ ਸਾਹਿਬ ਬਾਣੀ 'ਚ ਲਿਖਿਆ ਹੋਇਆ, ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਅਸੀਂ ਜੋ ਕਰਦੇ ਹਾਂ ਨਾ, ਮੈਂ ਇਸ ਚੀਜ਼ ਨੂੰ 101% ਤੁਹਾਨੂੰ ਲਿਖ ਕੇ ਦੇ ਸਕਦਾ ਵਾ, ਆਪਾਂ ਹਿਪੋਕ੍ਰੇਸੀ ਕਰਦੇ ਹਾਂ, ਪਖੰਡ। ਉਹ ਜਿਹੜਾ ਖਾਸ ਸਰੂਪ ਨਹੀਂ ਹੈ ਜਿਹਨੂੰ ਆਪਾਂ ਖਿੱਚੀ ਫਿਰਦੇ ਹਾਂ, ਦੂਜੇ ਵੀ ਸਰੂਪ ਸਾਰੇ ਉਸੇ ਲੈਵਲ ਦੇ ਨੇ ਨਿੱਜਾ ਸਾਹਿਬ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਪਰ ਆਪਾਂ ਨਾਟਕ ਕਰਦੇ, ਆਪਾਂ ਸੋਚਦੇ ਕਿ ਇਹ ਜਿਹੜਾ ਸਰੂਪ ਜਿਹੜਾ ਬੈਠਾ ਪੀੜੇ ਤੇ ਉਹ ਕੁਝ ਸਪੈਸ਼ਲ ਹੈ। ਉਹ ਸਪੈਸ਼ਲ ਤੇ ਅੰਦਰ ਗਿਆਨ ਹੈ, ਉਹ ਗਿਆਨ ਨੂੰ ਜਿਹੜਾ ਲੈ ਲੇਗਾ ਉਹੀ ਤਰ ਜੇਗਾ। ਬਿਲਕੁਲ ਜਾਗਤ ਜੋਤ, ਤਾਂ ਹੀ ਤਾਂ ਕਿਹਾ ਹੈ ਕਿ ਉਹਦੇ ਵਿੱਚ ਬਿਲਕੁਲ ਜਾਗਤ ਜੋਤ ਹੈ। ਜਿਵੇਂ ਦਾ ਗਿਆਨ ਆਇਆ, ਜਿਵੇਂ ਦਾ ਫਿਜ਼ੀਕਲੀ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਨੇ ਬੋਲਣਾ ਹੈ ਸਾਹਮਣੇ, ਉਹੀ ਜਿਹਾ ਗਿਆਨ ਉਹਨਾਂ ਦੇ ਮੁਖ ਤੋਂ ਆ ਰਿਹਾ। ਜਿਹੜਾ ਮਰਜ਼ੀ ਲੈ ਲੈ, ਉਹੀ ਸੇਮ ਬ੍ਰਹਮ ਗਿਆਨੀ ਹੀ ਬੋਲੇਗਾ। ਇਹਨੂੰ ਕਹਿੰਦੇ ਜਾਗਤ ਜੋਤ। ਪਰ ਨੰਬਰ 2 ਨਿੱਜੇ ਸਾਹਿਬ, ਫੁੱਲੀਆਂ ਛੱਡਣੀਆਂ ਕਿਤੇ ਸੌਖੀਆਂ? ਅਗਲੇ ਕਹਿੰਦੇ ਮੇਰੇ ਹੱਥ ਜਿਹੜੀਆਂ ਫੁੱਲੀਆਂ ਨੇ ਉਹ ਮੈਂ ਛੱਡਾਂ ਮੇਰੇ ਹੱਥ 'ਚ, ਪਰ ਅਗਲਾ ਕਹਿੰਦਾ ਭਰਾ ਤੂੰ ਛੱਡੇਗਾ ਤਾਂ ਤੇਰਾ ਸਰਾਈ 'ਚ ਹੱਥ ਨਿਕਲਣੇ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਕਿਉਂਕਿ ਤੇਰੇ ਕਰਮ ਦੇ ਲਈ ਕੋਈ ਜ਼ਿੰਮੇਵਾਰ ਨਹੀਂ, ਤੂੰ ਖੁਦ ਜ਼ਿੰਮੇਵਾਰ ਹੈ। ਔਰ ਤੂੰ ਵੇਖਦਾ ਨਹੀਂ ਪਿਆ, ਤੇਰੇ ਇੱਕ ਇੱਕ ਛਣ ਕਰਕੇ ਉਹ ਸ਼ਮਸ਼ਮ ਦਾ ਦਰਵਾਜ਼ਾ ਬੰਦ ਹੋ ਰਿਹਾ, ਔਰ ਤੂੰ ਹਜੇ ਤੱਕ ਇੱਥੇ ਰਸਾਂ ਦੇ ਵਿੱਚ ਭੋਗਾਂ 'ਚ ਬੈਠਾ। ਆਪ ਜਸਟ ਦੇਖੋ, ਇੱਕ 60-70 ਸਾਲ ਦਾ ਬੰਦਾ ਜਿੰਨਾ ਕਾਮੀ ਹੈਗਾ ਨਾ, ਉਹਨਾਂ ਜਵਾਨ ਬੰਦਾ ਨਹੀਂ ਹੈਗਾ। ਕਿਉਂਕਿ ਉਹਦੀ ਜਿਹੜੀ ਕਾਮ ਵਾਸਨਾ ਹੈ, ਜਾਂ ਉਹਦੀ ਮੋਹ ਆ, ਜਾਂ ਲੋਭ ਆ, ਜਾਂ ਮੋਹ ਅਹੰਕਾਰ ਆ, ਉਹ ਨਿੱਜਾ ਸਾਹਿਬ ਉਹ ਕਿਸੇ ਹੋਰ ਰੂਪ 'ਚ ਆ ਗਿਆ। ਬਿਲਕੁਲ। ਇਹ ਮੈਂ ਚੀਜ਼ ਨੂੰ ਕਿੱਥੇ ਕਹਿਣਾ ਚਾਹੁੰਦਾ ਕਿ ਆਪਾਂ ਕਿਸੇ ਨੂੰ ਕੀ ਕਹਿਣਾ, ਅਸੀਂ ਕਹਿੰਦੇ ਕਿ ਆਪਣੀ ਕਿਸ਼ਤੀ ਸਾਂਭੀਏ ਤੇ ਆਪ ਸਾਈਡ ਤੇ ਹੋ ਜਾਈਏ। ਦੇਖੋ ਇੱਕ ਚੀਜ਼ ਨੂੰ ਸਮਝੋ, ਬੁੱਧ ਧਰਮ ਦੇ ਵਿੱਚ ਦੋ ਹੈਗਾ ਵਾ, ਇੱਕ ਹੀਨ ਜਾਨ ਹੈ ਤੇ ਇੱਕ ਮਹਾਜਾਨ ਹੈ। ਉਹਨਾਂ ਦੇ ਕਨਸੈਪਟ ਥੋੜੇ ਕਲੀਅਰ ਹੀ ਨੇ। ਉਹ ਕਹਿੰਦੇ ਆ ਕਿ ਜਿਹੜਾ ਹੀਨ ਜਾਨ ਆ, ਉਹ ਕਹਿੰਦਾ ਵਾ ਕਿ ਤੁਸੀਂ ਲੋਕਾਂ ਦਾ ਠੇਕਾ ਲਿਆ ਹੋਇਆ, ਕੋਈ ਕਿਸੇ ਦੇ ਕਿਹਾ ਜਾਂਦਾ ਵਾ, ਕੋਈ ਨਹੀਂ ਜਾਂਦਾ। ਜਿਹਨੂੰ ਲੋੜ ਹੈਗੀ ਆਪੇ ਚੱਲ ਜਾਂਦੇ ਨੇ ਲੋਕੀ। ਤੇ ਤੁਸੀਂ ਏਦਾਂ ਕਰੋ, ਤੁਸੀਂ ਚੱਲ ਜਾਓ, ਤੁਹਾਨੂੰ ਵੇਖ ਦੂਜੇ ਵੀ ਆ ਜਾਣਗੇ। ਇਹ ਹੀਨ ਜਾਣ ਵਾਲੇ ਇਹ ਸੋਚਦੇ ਆ, ਤੂੰ ਨਦੀ ਪਾਰ ਕਰ ਜਾ, ਜਦੋਂ ਤੂੰ ਪਾਰ ਕਰ ਗਿਆ ਨਾ ਤਾਂ ਦੂਜੇ ਵੇਖ ਕੇ ਤੇਰੇ ਵੱਲ ਆ ਜਾਣਗੇ। ਕੋਈ ਕਿਸੇ ਦੇ ਕਿਹਾ ਨਹੀਂ ਜਾਂਦਾ, ਠੀਕ ਹੈ। ਹੁਣ ਉਹ ਦੂਜੇ ਬੰਨੇ ਮਹਾਂ ਜਾਣ ਵਾਲੇ ਕਹਿੰਦੇ ਆ ਨਿੱਜਾ ਸਾਹਿਬ, ਹਾਂਜੀ, ਉਹ ਕਹਿੰਦੇ ਆ ਕਿ ਅਸੀਂ ਇਕੱਲੇ ਨਹੀਂ ਜਾਣਾ, ਅਸੀਂ ਪੂਰਾ ਬੇੜਾ ਜਿਹੜਾ ਵੱਡਾ ਬੇੜਾ ਜਿੱਦਾਂ ਆਪਾਂ ਕਹਿ ਦਈਏ ਨਾ, ਹੁਣ ਆਪਾਂ ਵੀ ਦੋਹੇ ਚੱਕਰ 'ਚ ਪਏ ਆ, ਇਕੱਲੇ ਨਹੀਂ ਜਾਣਾ, ਇਕੱਠੇ ਨਾਲ ਹੋਰ ਲੈ ਕੇ। ਗੁਰੂ ਨਾਨਕ ਪਾਤਸ਼ਾਹ ਜੀ ਤੇ ਇਹੋ ਸਮਝਾਇਆ ਕਿ ਤੂੰ ਇਕੱਲੇ ਤੇ ਨਿਕਲੀ ਚੱਲਿਆ ਵਾ, ਨਾਲ ਹੋਰ ਵੀ ਇਕੱਠੇ ਕਰ ਲੈ, ਸ਼ਾਇਦ ਤੇਰੀ ਆਵਾਜ਼ ਸੁਣ ਕੇ ਕੋਈ ਆ ਜਾਏ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੋਕਾ ਦੇ ਗੁਰੂ ਨਾਨਕ ਪਾਤਸ਼ਾਹ ਨੇ ਹੋਰ ਕੁਝ ਨਹੀਂ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਹੋਕਾ ਹੀ ਦਿੱਤਾ ਸੀ, ਤੂੰ ਤੇ ਨਿਕਲੀ ਚੱਲਿਆ, ਨਾਲ ਦੂਜਿਆਂ ਨੂੰ ਲੈ ਜਾ, ਸ਼ਾਇਦ ਕੋਈ ਆ ਜਾਏ। ਉਦੋਂ ਮਿਲ ਗਏ ਸੀ ਬੰਦੇ, ਚੜ ਗਏ ਸੀ ਥੋੜੇ ਬਹੁਤੇ, ਪਰ ਦੂਜੇ ਹੀਨ ਜਾਣ ਵਾਲੇ ਕਹਿੰਦੇ ਕੋਈ ਕਿਸੇ ਦੇ ਸਮਝਾਇਆ ਨਹੀਂ ਚੜਦਾ। ਤੂੰ ਕਿਸੇ ਨੂੰ ਲੱਖ ਸਮਝਾ, ਉੱਥੇ ਪੱਥਰ ਹੈਗਾ, ਨਾ ਜਾ। ਲੋਕੀ ਜਿੰਨਾ ਚਿਰ ਪੱਥਰ ਚੱਟ ਨਹੀਂ ਆਉਂਦੇ, ਲੋਕੀ ਨਹੀਂ ਟਿਕਦੇ। ਬਿਲਕੁਲ ਸਹੀ ਗੱਲ ਹੈ। ਮੱਛੀ ਨੇ ਪੱਥਰ ਚੱਟ ਕੇ ਹੀ ਵਾਪਸ ਆਉਣਾ। ਦੋਨੋਂ ਜਗ੍ਹਾ ਸਹੀ ਹੈ। ਮੈਂ ਇਹ ਨਹੀਂ ਕਹਿ ਸਕਦਾ ਕੋਈ ਗਲਤ ਹੈਗਾ। ਹੀਨ ਜਾਣ ਵਾਲੇ ਵੀ ਸਹੀ ਆ ਤੇ ਮਹਾਂ ਜਾਣ ਵਾਲੇ ਵੀ ਸਹੀ ਆ। ਉਹ ਕਹਿੰਦੇ ਬੰਦਾ ਜਿਹੜਾ ਆਪਣੀ ਮਰਜ਼ੀ ਕਰਦਾ ਹੈ, ਉਹ ਨਹੀਂ ਕਿਸੇ ਦੀ ਸੁਣਦਾ। ਖਾਸ ਕਰਕੇ ਚੰਗੀ ਗੱਲ ਤੇ ਬਿਲਕੁਲ ਨਹੀਂ ਸੁਣਦਾ। ਮੰਦੀ ਗੱਲ ਸੁਣਾਏਗਾ ਤਾਂ 2 ਮਿੰਟ 'ਚ ਸੁਣੂਗਾ। ਬੁਰਾ ਕਰਮ ਕਰਨ ਵਾਸਤੇ ਤੂੰ ਰਾਤ ਨੂੰ 3 ਵਜੇ ਵੀ ਫੋਨ ਕਰੇਗਾ ਨਾ, ਆ ਜਾਏਗਾ, ਉਹਨੂੰ ਕੋਈ ਡਰ ਨਹੀਂ ਹੈਗਾ। ਪਰ ਜੇ ਤੂੰ ਚੰਗੇ ਕੰਮ ਲਈ ਕਵੇਂਗਾ, ਉਹ ਕਹੂਗਾ ਉਹ ਛੱਡੋ ਖੜਾ ਜੀ, ਕੱਲ ਕਰਾਂਗੇ। ਉਹਨੂੰ ਪਤਾ ਕੱਲ ਤੇ ਹੋਣਾ ਹੀ ਨਹੀਂ। ਇਸੇ ਤਰ੍ਹਾਂ ਇਨਸਾਨ ਆਪਣਾ ਜੀਵਨ ਕੱਢਦਾ।
ਅੱਛਾ, ਇੱਥੇ ਆਪਾਂ ਅੱਗੇ ਚਲੀਏ ਨਿੱਜਰ ਸਾਹਿਬ। ਹਾਂਜੀ, ਅੱਗੇ ਇੱਕ ਸ਼ਬਦ ਹੋਰ ਲੈ ਲਈਏ, ਛੋਟਾ ਜਿਹਾ ਸ਼ਬਦ ਜਿਹੜਾ ਹੈਗਾ, ਦੇਖੀ ਕਿੰਨਾ ਕੁ ਵੱਡਾ ਹੈ। ਹਾਂਜੀ, ਲੈ ਲੈਂਦੇ ਜੀ, ਇੱਕ ਸ਼ਬਦ ਹੋਰ ਲੈਂਦੇ ਹਾਂ। ਇਹ ਵੀ ਨਾਮਦੇਵ ਜੀ ਦਾ, ਦੋਨੋਂ ਸ਼ਬਦ ਇਹਦੇ ਨਾਲ ਹੀ ਨਾਲ ਜਿਹੜੇ ਹੈਗੇ ਲਿੰਕਡ ਹੈਗੇ ਆ। ਇਸ ਤੋਂ ਅਗਲਾ ਗਿਆਨ ਆ ਹੈਗਾ, ਵੇਦ ਪੁਰਾਣ ਸ਼ਾਸਤਰ ਆਨੰਤਾ ਗੀਤ ਕਵਿਤ ਨਾ ਗਾਉਂਗੋ। ਲਓ ਦੇਖ ਲਓ ਹੁਣ ਨਾਮਦੇਵ ਜੀ ਜਿਹੜਾ ਹੈਗੇ ਆਹ ਗੱਲਾਂ ਕਿੱਥੇ ਦੱਸਦੇ ਆਪਾਂ ਨੂੰ, ਕੌਣ ਕਹਿੰਦਾ ਹੈ ਨਾਮ, ਆਹ ਗਿਆਨ ਕੌਣ ਦਿੰਦਾ ਹੈ ਆਪਾਂ ਨੂੰ? ਉਹ ਕਹਿੰਦੇ ਮੈਂ ਗਿਆਨ ਨੂੰ ਜਿਹੜਾ ਹੈਗਾ ਖਾਲੀ ਪੜ੍ਹੀ ਨਹੀਂ ਜਾਊਂਗਾ, ਖਾਲੀ ਗਾਈ ਨਹੀਂ ਜਾਊਂਗਾ। ਵੇਦ ਪੁਰਾਣ ਸ਼ਾਸਤਰ ਕਹਿੰਦੇ ਜੀ ਇਹ ਤਾਂ ਹਿੰਦੂਆਂ ਦੇ ਵੇਦਾਂ ਵਾਸਤੇ, ਪੁਰਾਣ ਵਾਸਤੇ, ਸ਼ਾਸਤਰਾਂ ਵਾਸਤੇ ਲਿਖਿਆ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਥੋੜ੍ਹੀ ਨਾ ਲਿਖਿਆ, ਸਾਡੀ ਕੁਰਾਨ ਸ਼ਰੀਫ ਵਾਸਤੇ ਥੋੜ੍ਹੀ ਨਾ ਲਿਖਿਆ, ਸਾਡੀ ਬਾਈਬਲ ਵਾਸਤੇ ਥੋੜ੍ਹੀ ਨਾ ਲਿਖਿਆ। ਵੇਦ ਪੁਰਾਣ ਸ਼ਾਸਤਰ ਅਨੰਤਾ ਕਹਿੰਦੇ ਇਹ ਅਨੰਤ ਹੈਗੇ ਆ। ਕਹਿੰਦੇ ਮੈਂ ਇਹਨਾਂ ਨੂੰ, ਇਹ ਗਿਆਨ ਨੂੰ ਜਿਹੜਾ ਹੈਗਾ ਇਕੱਲੇ ਗਿਆਨ ਨੂੰ ਗਾਈ ਜਾਵਾਂ। ਕਹਿੰਦੇ ਮੈਂ ਇਹਨੂੰ ਗਾ ਕੇ ਜਿਹੜਾ ਹੈਗਾ ਪੜ ਗੱਡੀ ਲੱਦੀਏ ਵਾਲੀ ਗੱਲ ਨਹੀਂ ਕਰੂੰਗਾ। ਮੈਂ ਇਹਨੂੰ ਜਿਹੜਾ ਹੈਗਾ ਇਹਦੇ ਵਿੱਚੋਂ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਵਜਾਉਂਗੋ। ਕਹਿੰਦੇ ਅਖੰਡ ਮੰਡਲ, ਮਾਲਕ ਪਰਮਾਤਮਾ ਜਿਹੜਾ ਹੈਗਾ ਅਖੰਡ ਹੈ, ਜਿਹੜਾ ਮਾਲਕ ਪਰਮਾਤਮਾ ਉਹ ਨਿਰੰਕਾਰ, ਜਿਹਦਾ ਕੋਈ ਆਕਾਰ ਨਹੀਂ ਹੈ, ਰੂਪ ਰੇਖ ਰੰਗ ਤੋਂ ਪਰੇ ਹੈਗਾ। ਕਹਿੰਦੇ ਉਹਦੇ ਵਿੱਚ ਸੁਰਤ ਜੋੜੂੰਗਾ, ਉਹਦੇ ਵਿੱਚ ਸੁਰਤ ਜੋੜ ਕੇ ਮੈਂ ਅਨਹਦ ਸ਼ਬਦ, ਅਨਹਦ ਵੀਣਾ ਜਿਹੜੀ ਹੈ ਵਜਾਊਂਗਾ। ਅਨਹਦ ਵੀਣਾ ਆਪਣੇ ਅੰਦਰ ਨਾਦ ਪ੍ਰਗਟ ਕਰੂੰਗਾ, ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਊਂਗਾ। ਮੈਂ ਖਾਲੀ ਗਿਆਨ ਸ਼ਾਸਤਰ ਜਿਹੜੇ ਹੈਗੇ ਇਹਨੂੰ ਲੈ ਕੇ ਜਿਹੜਾ ਹੈਗਾ ਖਾਲੀ ਪੜ੍ਹ ਕੇ ਗਾ ਕੇ ਨਹੀਂ ਛੱਡੂੰਗਾ। ਇਹਦੇ ਵਿੱਚੋਂ ਮੈਂ ਆਹ ਸੇਧ ਲੈ ਕੇ ਜੋ ਇਹ ਕਹਿ ਰਹੇ ਆ ਉਹ ਕਾਰਵਾਈ ਕਰੂੰਗਾ। ਬੈਰਾਗੀ ਰਾਮ ਮੈਂ ਗਾਉਂਗੋ। ਕਹਿੰਦੇ ਬੈਰਾਗ ਆਏਗਾ ਮੈਨੂੰ, ਬੈਰਾਗ ਹੋ ਕੇ ਮੈਂ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰੂੰਗਾ, ਰਾਮ ਨੂੰ ਗਾਉਂਗਾ। ਮੈਂ ਗਾਉਣਾ ਕੀ ਹੈ ਵੀ ਪਿਆਰ ਦੇ ਨਾਲ ਪਰਮਾਤਮਾ ਨੂੰ ਪੁਕਾਰੂੰਗਾ। ਸ਼ਬਦੇ ਅਤੀਤ ਅਨਾਹਦ ਰਾਤਾ ਆਖੁਲ ਕਹਿ ਕਰ ਜਾਉਂਗੋ। ਕਹਿੰਦੇ ਸ਼ਬਦ ਦੇ ਵਿੱਚ, ਸ਼ਬਦ ਦੇ ਦੁਆਰਾ ਜਿਹੜਾ ਹੈਗਾ ਮੈਂ ਅਤੀਤ ਹੋ ਜਾਊਂਗਾ। ਸ਼ਬਦ ਦੇ ਦੁਆਰਾ ਅਤੀਤ ਹੋ ਕੇ, ਅਤੀਤ ਹੋਣਾ ਕੀ ਹੈ? ਵਿਚਾਰ ਬੰਦ ਕਰਨੇ। ਅਨਾਹਦ ਕਹਿੰਦੇ ਆ ਉਹ ਜਿਹੜਾ ਆਹਦ ਨਹੀਂ ਹੁੰਦਾ, ਜਿਹੜਾ ਨਸ਼ਟ ਨਹੀਂ ਹੁੰਦਾ, ਜਿਹੜਾ ਅਬਿਨਾਸੀ ਹੈਗਾ, ਉਸ ਮਾਲਕ ਪਰਮਾਤਮਾ ਦੇ ਨਾਲ ਰਤ ਜਾਊਂਗਾ। ਆਕੁਲ, ਜਿਹਦਾ ਕੋਈ ਕੁੱਲ ਹੀ ਨਹੀਂ ਹੈਗਾ, ਸਾਰੀ ਦੁਨੀਆ ਜਿਹਦੀ ਹੈਗੀ ਆ ਉਹਦੇ ਘਰ ਜਾਊਂਗਾ। ਉਹ ਤਾਂ ਆਪਣੇ ਘਰ 'ਚ ਹੀ ਹੈ। ਉਹਦਾ ਘਰ ਕੀ ਹੈ? ਵੀ ਮੈਂ ਹਿਰਦੇ ਦੇ ਵਿੱਚ ਆਪਣੀ ਸੁਰਤ ਆਪਣੇ ਅੰਦਰ ਮਨ ਦੇ ਵਿੱਚ ਵਿੰਨ ਲਊਂਗਾ, ਆਤਮਾ ਦੇ ਵਿੱਚ ਲੀਨ ਕਰ ਦਊਂਗਾ। ਰਹਾਓ। ਹਾਂਜੀ ਵੀਰ ਜੀ। ਵੇਦ ਪੁਰਾਣ ਸ਼ਾਸਤਰ ਆਨੰਤਾ ਗੀਤ ਕਵਿਤ ਨਾ ਗਾਉਂਗੋ। ਕਹਿੰਦੇ ਮੈਂ ਖਾਲੀ ਗਿਆਨ ਲੈ ਕੇ ਉਹਨੂੰ ਜਿਹੜਾ ਹੈਗਾ ਇਹਦੇ 'ਚੋਂ ਇਹਨੂੰ ਗਾਉਣਾ, ਇਹਨੂੰ ਪੜ੍ਹਨਾ, ਖਾਲੀ ਇਹੀ ਨਹੀਂ ਕਰੂੰਗਾ। ਅਖੰਡ ਮੰਡਲ ਨਿਰੰਕਾਰ ਜਿਹੜਾ ਹੈਗਾ, ਜਿਹੜਾ ਅਖੰਡ ਹੈ, ਜਿਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਉਹ ਮੰਡਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਸੁਣ। ਕਹਿੰਦੇ ਉਹਦੇ ਵਿੱਚ ਮੈਂ ਆਪਣੀ ਸੁਰਤ ਜੋੜੂੰਗਾ, ਉਹਦੇ ਵਿੱਚ ਮੈਂ ਵੀਣਾ ਵਜਾਊਂਗਾ, ਉਹਦੇ ਵਿੱਚ ਮੈਂ ਨਾਦ ਵਜਾਊਂਗਾ, ਉਹਦੇ ਵਿੱਚ ਮੈਂ ਅਨਹਦ ਸ਼ਬਦ ਵਜਾਊਂਗਾ, ਅਨਹਦ ਬੇਨ ਵਜਾਊਂਗੋ। ਹਾਂਜੀ ਵੀਰ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਗੁਰਕੀ ਸਾਹਿਬ। ਹੁਣ ਆਈ? ਹਾਂ ਆ ਗਈ। ਹਾਂ, ਦੇਖੋ ਸਾਧ ਸੰਗਤ ਜੀ, ਉਹ ਕਹਿੰਦੇ ਆ ਕਿ ਗੱਲ ਕੇਵਲ ਗੱਲੀ ਨਾ ਗੱਲ ਰਹਿ ਜੇ, ਗੱਲ ਨੂੰ ਵਿਚਾਰਨਾ ਹੈ ਔਰ ਜੀਵਨ 'ਚ ਲੈ ਕੇ ਆਉਣਾ। ਬਾਣੀ ਨੇ ਇਹ ਜਿਹੜੀ ਗੱਲ ਕਰੇ ਨਾ, ਗੱਲੀ ਅਸੀਂ ਚੰਗੀਆਂ ਤੇ ਆਚਾਰੀ ਬੁਰੀਆਂ, ਉਹ ਕਹਿੰਦੇ ਤੂੰ ਜਿਹੜਾ ਪੜ੍ਹਦਾ ਪਿਆ ਨਾ, ਮੈਂ ਉਹ ਘੋਟਾ ਨਹੀਂ ਲਾਉਣਾ। ਹੁਣ ਤੁਸੀਂ ਇਹ 'ਚ ਨੂੰ ਸਮਝੋ, ABC A to Z ਆਉਂਦੀ ਹੈ, ਤੁਹਾਨੂੰ ਊੜਾ ਆਉਂਦਾ, ਸਾਰੇ ਅੱਖਰ ਆਉਂਦੇ ਆ, ਪਰ ਉਹ ਕਿਸ ਲਈ ਤੁਸੀਂ ਪੜ੍ਹਾਈ ਕਿਸ ਲਈ ਕੀਤੀ ਸੀ? ਲਿਖਣ ਵਾਸਤੇ, ਗਿਆਨ ਲੈਣ ਵਾਸਤੇ। ਲਿਖੋ, ਕੋਈ ਕੁਝ ਗਹਿਰਾਨ ਕਰੋ, ਕੋਈ ਚੀਜ਼ ਨੂੰ ਸਮਝਾਓ, ਕੋਈ ਕਿਤਾਬਾਂ ਤੇ ਗਾਣੇ ਗਾਓ, ਕੁਝ ਲਿਖੋ, ਕੋਈ ਕਹਾਣੀਆਂ ਲਿਖੋ, ਕੋਈ ਕੰਮ ਦੀਆਂ ਗੱਲਾਂ ਲਿਖੋ। ਮਤਲਬ ਤੇ ਇਹ ਸੀ ਭਾਸ਼ਾ ਸਿੱਖਣ ਦਾ। ਪਰ ਹੁਣ ਮੈਂ ਕਹਿੰਦਾ ਕਿ ਮੈਂ ਜੀ ਊੜਾ ਸਿੱਖਿਆ ਵਾ, ਬਸ ਇਹਨੂੰ ਪੜ੍ਹ ਕੇ ਤੇ ਫੀਲਿੰਗ ਲਈ ਜਾਣੀ ਆ, ਉਹਦੇ ਨਾਲ ਕੀ ਪ੍ਰਾਪਤੀ ਹੋਊਗੀ? ਦੱਸੋ। ਤੁਸੀਂ ਪਹਾੜੇ ਸਿੱਖੇ ਆ, ਪਹਾੜਿਆਂ ਦਾ ਮਤਲਬ ਹੈ ਉਹਨਾਂ ਦਾ ਇਸਤੇਮਾਲ ਕਰਨਾ। ਤੇ ਬਾਣੀ ਵੀ ਆਪਾਂ ਕਿੱਦਾਂ ਪਹਾੜਿਆਂ ਨੂੰ ਪੜ੍ਹੀ ਹੈ? ਲੋਕੀ ਹੁਣ ਕਹੀ ਜਾਂਦੇ, ਮੈਨੂੰ ਕਹੀ ਜਾਂਦੇ
ਕਿ ਉਹ ਉੱਥੇ ਗੁਰਗੋਪਾਲ ਜੀ ਵੀ ਇਨਾਮ ਦਿੰਦੇ ਨੇ ਬਾਬਿਆਂ ਨੂੰ, ਕਹਿੰਦੇ ਨੇ ਕਿ ਜੀ ਇਹ ਕੁੜੀ ਨੇ ਫਲਾਣੀ ਬਾਣੀ ਕੰਠ ਕੀਤੀ ਹੈ। ਕੰਠ ਕਰਨਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਬਾਣੀ ਨੂੰ ਕੰਠ ਕਰਨਾ ਹੋਣਾ ਇੰਪੋਰਟੈਂਟ ਨਹੀਂ ਆ। ਬਾਣੀ ਕਹਿੰਦੀ ਕੀ ਆ, ਉਹਦਾ ਸੰਦੇਸ਼ ਲੈਣਾ ਇੰਪੋਰਟੈਂਟ ਹੈ। ਛੋਟੇ ਬੱਚੇ ਨੂੰ ਗੁਰਕੀ ਸਾਹਿਬ ਗਿਆਨ ਆਪਾਂ ਕਿੱਥੋਂ ਦੇ ਸਕਦੇ ਹਾਂ? ਛੋਟੇ ਬੱਚੇ ਨੂੰ ਆਪਾਂ ਪ੍ਰੈਕਟੀਕਲ ਕਰਾਉਣਾ ਸਿਖਾਈਏ, ਪ੍ਰੈਕਟੀਕਲ ਧਿਆਨ ਸਿਮਰਨ ਸਿਖਾਈਏ ਛੋਟੇ ਬੱਚੇ ਨੂੰ। ਹਾਂਜੀ ਵੀਰ। ਧਿਆਨ ਸਿਮਰਨ ਤੇ ਹੋਈ ਹੈ ਨਿੱਜਰ ਸਾਹਿਬ, ਤੁਸੀਂ ਛੋਟੇ ਬੱਚੇ ਨੂੰ ਸਿਖਾਓ ਕਿ ਤੇਰੇ ਜੀਵਨ ਦਾ ਮਕਸਦ ਕੀ ਹੈ। ਤੇ ਉਹਨੂੰ ਸਿਖਾਉਣ ਦਾ ਤਰੀਕਾ ਪਤਾ ਕੀ ਆ? ਉਹਨੂੰ ਦੱਸੋ ਕੁਛ ਨਾ, ਤੁਸੀਂ ਉਹ ਕਰਕੇ ਦਿਖਾਓ। ਹਾਂ, ਬਸ। ਔਰ ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਸਾਫ਼ ਸੁਥਰੇ ਜੀਵਨ ਬਤੀਤ ਕਰਨ, ਜਿੱਥੇ ਤੁਸੀਂ ਚਾਹੋ ਉੱਥੇ ਚੱਪਲਾਂ ਰੱਖਣ, ਤੇ ਸਭ ਤੋਂ ਪਹਿਲਾਂ ਤੁਸੀਂ ਇੱਕ ਚੰਗੀ ਜਗ੍ਹਾ ਤੇ ਆਪਣੀਆਂ ਚੱਪਲਾਂ ਬੂਟ ਸਾਂਭ ਕੇ ਰੱਖੋ। ਫਿਰ ਤੁਹਾਨੂੰ ਵੇਖਣ ਛੋਟੇ ਛੋਟੇ ਬੱਚੇ ਰੱਖਦਿਆਂ ਨੂੰ, ਉਸੇ ਤਰ੍ਹਾਂ ਫਿਰ ਉਹ ਸਿੱਖਣਗੇ। ਬਿਲਕੁਲ ਸਿੱਖਣ। ਹੁਣ ਤੁਸੀਂ ਨਾਤੇ ਜੋ ਤੌਲੀਆ ਤੁਸੀਂ ਬਾਥਰੂਮ ਸੁੱਟਿਆ ਕੱਛਾ ਤੁਹਾਡਾ ਉੱਥੇ ਪਿਆ ਵਾ, ਤੁਸੀਂ ਬਾਲਟੀ ਵੀ ਨਹੀਂ ਸਾਫ਼ ਕੀਤੀ, ਹੁਣ ਬੱਚਾ ਅੰਦਰ ਗਿਆ, ਉਹ ਕਹਿੰਦਾ ਜੋ ਪਿਓ ਕਰਦਾ ਉਹ ਮੈਂ ਕਰੂੰਗਾ। ਹੁਣ ਤੁਸੀਂ ਆਪਣੀ ਘਰ ਦੀ ਨੂੰ ਕਿਲੋ ਗਾਲਾਂ ਕੱਢਦੇ ਜੋ, ਕਿਤੇ ਹੱਥ ਚੁੱਕਦੇ ਜੋ, ਬੁਰਾ ਭਲਾ ਬੋਲਦੇ ਜੋ, ਬੱਚਾ ਵਹਿੰਦਾ ਪਿਆ। ਕੱਲ ਨੂੰ ਉਹਨੇ ਆਪਣੀ ਘਰ ਦੀ ਨਾ ਵੀ ਇਹੋ ਕਰਨਾ, ਉਹਨੇ ਕਹਿਣਾ ਜੋ ਪਿਓ ਕਰਦਾ ਮੈਂ ਤੇ ਉਹ ਕਰੂੰਗਾ। ਸੋ ਇਹ ਜਿਹੜੀ ਚੀਜ਼ ਆਪਾਂ ਕਰਨ ਤੋਂ ਨਹੀਂ ਆਪਣੇ ਆਪ ਨੂੰ ਰੋਕਦੇ, ਉਹ ਦੂਜੇ ਨੂੰ ਆਪਾਂ ਕਿੱਦਾਂ ਕਹਿੰਦੇ ਆ? ਉਹ ਕਹਾਣੀ ਤੈਨੂੰ ਯਾਦ ਹੈ, ਉਹ ਜਿਹੜੀ ਮੈਂ ਸੰਤ ਦੀ ਕਹਾਣੀ ਸੁਣਾਈ ਸੀ? ਰਾਜੂ ਆਪਣੀ ਮੰਮੀ ਬੱਚੇ ਨੂੰ ਨਾਲ ਲੈ ਕੇ ਗਈ ਸੀ, ਰਾਜੂ ਦੀ ਮੰਮੀ ਸੰਤ ਕੋਲ। ਹਾਂ, ਗੁੜ ਵਾਲੀ ਸੰਤ। ਆਹੋ, ਤੇ ਸੰਤ ਕਹਿੰਦੇ ਕਿ ਮਹਾਰਾਜ ਗੁੜ ਖਾਂਦਾ ਤੇ ਇਹਦਾ ਕੋਈ ਇਲਾਜ ਦਿਓ। ਕਹਿੰਦਾ ਕੋਈ ਨੀ, ਤੁਸੀਂ ਤਾਂ ਕਰੋ, 1 ਹਫ਼ਤੇ ਬਾਅਦ ਆਓ, ਕਹਾਣੀ ਫਿਰ ਸੁਣਾਉਂਦਾ ਮੈਂ। ਚਲੋ ਜੀ, ਉਹਦੇ ਲਾਗੇ ਕਚੇਲਾ ਬੈਠਾ ਹੈ ਬਾਬੇ ਦਾ, ਉਹ ਵਿੰਦਾ ਮੁੰਦਰ ਆ ਸਾਰੀ। 1 ਹਫ਼ਤੇ ਬਾਅਦ ਆਇਆ, ਉਹ ਕਹਿੰਦਾ ਰਾਜੂ ਮੇਰੀ ਗੱਲ ਸੁਣ, ਇੱਧਰ ਲਾਗੇ ਬਾਇਆ ਨੂੰ ਕਹਿੰਦਾ ਪੁੱਤ ਏਦਾਂ ਕਰ ਕਿ ਜਿਹੜਾ ਗੁੜ ਨਾ ਖਾਇਆ ਕਰ, ਗੁੜ ਖਾਣ ਦੇ ਨਾਲ ਤੇਰਾ ਸਰੀਰ ਖਰਾਬ ਹੋਣ ਦਿਆ, ਕੋੜੇ ਨਿਕਲ ਆਉਂਦੇ ਆ, ਔਰ ਤੇਰੇ ਲਈ ਚੰਗਾ ਨਹੀਂ ਹੈਗਾ, ਜ਼ਿਆਦਾ ਨਾ ਖਾ। ਤੇ ਰਾਜੂ ਨੇ ਵੀ ਹਾਂ ਭਰੀ ਕਿ ਨਹੀਂ ਬਾਬਾ ਜੀ ਮੈਂ ਨਹੀਂ ਖਾਂਦਾ। ਚਲੋ ਜੀ, ਉਹ ਚਲਾ ਗਿਆ ਰਾਜੂ, ਨਾਲ ਉਹਦੀ ਮਾਤਾ ਵੀ ਚਲ ਗਈ। ਫਿਰ ਲਾਗੇ ਜਿਹੜਾ ਚੇਲਾ ਬੈਠਾ ਕਹਿੰਦਾ ਬਾਬਾ ਜੀ ਇਹ ਗੱਲ ਤੇ 1 ਹਫ਼ਤਾ ਪਹਿਲਾਂ ਤੁਸੀਂ ਵੀ ਕਹਿ ਸਕਦੇ ਸੀ ਗੁੜ ਨਾ ਖਾ। ਐਵੇਂ ਉਹਨਾਂ ਦੀ ਪਕਾਈ ਕਰਵਾਈ ਦੁਬਾਰਾ, ਤੂੰ ਇਹਨਾਂ ਨੂੰ ਪਰੇਸ਼ਾਨ ਕੀਤਾ। ਤੇ ਉਹ ਕਹਿੰਦਾ ਇਹ ਗੱਲ ਤੇ ਮੈਂ ਕਹਿ ਸਕਦਾ ਸੀ, ਪਰ ਉਦੋਂ ਮੈਂ ਇਹ ਗੱਲ ਕਹਿਣ ਦਾ ਹੱਕਦਾਰ ਨਹੀਂ ਸੀ। ਕਿਉਂ? ਮੈਂ ਕਰ ਰਿਹਾ ਸੀ, ਮੈਂ ਗੁੜ ਖਾਂਦਾ ਸਾਂ। ਰੋਟੀ ਖਾਣ ਤੋਂ ਬਾਅਦ ਤੈਨੂੰ ਨੀ ਪਤਾ ਗੁੜ ਖਾਂਦਾ ਮੈਂ। ਫਿਰ ਮੈਂ 1 ਹਫ਼ਤਾ ਮੈਂ ਨਹੀਂ ਖਾਧਾ। 1 ਹਫ਼ਤਾ ਖਾਣ ਤੋਂ ਬਾਅਦ ਫਿਰ ਮੈਂ ਵੇਖਿਆ ਕਿ ਮੈਂ ਜਿੰਦਾ ਵਾਂ, ਮੈਨੂੰ ਕੁਛ ਨਹੀਂ ਹੋਇਆ। ਪਰ ਅੱਜ 1 ਹਫ਼ਤੇ ਤੋਂ ਬਾਅਦ ਮੈਂ ਉਸਨੂੰ ਕਹਿਣ ਦਾ ਹੱਕਦਾਰ ਆ। ਬਾਣੀ ਪਤਾ ਕੀ ਕਹਿੰਦੀ ਆ? ਕਹਿੰਦੀ ਜਿਹੜੇ ਚੀਜ਼ ਤੂੰ ਕਰਦਾ ਹੈ ਤੂੰ ਦੂਜਿਆਂ ਨੂੰ ਨਾ ਕਰ। ਇਹ ਨਾ ਕਹਿ ਕੇ ਨਾ ਕਰੋ। ਜਿਹੜੀ ਤੂੰ ਖੁਦ ਕਰ ਰਿਹਾ ਪਰ ਤੂੰ ਦੂਜਿਆਂ ਨੂੰ ਕਿਉਂ ਕਹਿ ਰਿਹਾ ਕਿ ਨਾ ਕਰੋ? ਉਹ ਕਰਨਗੇ, ਤੇਰੀ ਗੱਲ ਨੂੰ ਮੰਨਣਗੇ। ਹੁਣ ਆਪਾਂ ਕਹਿੰਦੇ ਆ ਕਿ ਦੁਨੀਆ ਬੜੀ ਵਧੀਆ ਹੋ ਜਾਏ, ਦੁਨੀਆ ਚੰਗੀ ਹੋ ਜਾਏ, ਦੁਨੀਆ ਬਹੁਤ ਮਾੜੀ ਆ। ਤੇ ਕੀ ਆਪਾਂ ਜਿੰਨੇ ਕੁ ਚੰਗੇ ਹੈਗੇ ਆ, ਆਪਾਂ ਆਪਣਾ ਫਰਜ਼ ਨਿਭਾ ਰਹੇ ਆ? ਇਹ ਵੀ ਨਿੱਜਰ ਸਾਹਿਬ ਸਵਾਲ ਆ। ਪਰ ਬੰਦਾ ਚਾਹੁੰਦਾ ਕਿ ਦੁਨੀਆ ਠੀਕ ਹੋ ਜਾਏ, ਮੈਂ ਨਾ ਬਦਲਾਂ। ਬਿਲਕੁਲ ਸਹੀ ਗੱਲ ਹੈ। ਇਹੀ ਪ੍ਰੋਬਲਮ ਹੈਗੀ। ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਗੁਰਕੀ ਸਾਹਿਬ। ਇਹ ਚੀਜ਼ ਤਾਂ ਬਹੁਤ ਆ। ਆਪਾਂ ਜਿਹੜੇ ਹੈਗੇ ਜੋ ਕੰਮ ਆਪਾਂ ਨਹੀਂ ਕਰਦੇ, ਆਪਾਂ ਚਾਹੁੰਦੇ ਸਾਡੇ ਬੱਚੇ ਉਹ ਕੰਮ ਕਰਨ, ਉਹ ਨਹੀਂ ਹੋ ਸਕਦਾ। ਹਾਂ, ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਹੈਗਾ। ਤੁਸੀਂ ਦੇਖੋ ਕਿ ਆਉਣਾ ਕਿੱਥੋਂ ਗੁਣ? ਉਹਦਾ ਬੀਜ ਤੁਹਾਡੇ ਕੋਲ ਹੈਗਾ। ਤੁਸੀਂ ਬੀਜ ਤੇ ਪਾਇਆ ਨਹੀਂ। ਫਸਲ ਚਾਹੁੰਦੇ ਸਾਡੇ ਘਰ। ਹੁਣ ਮੇਰੇ ਹਿਸਾਬ ਨਿੱਜਰ ਸਾਹਿਬ, ਹੁਣ ਮੇਰੇ ਵਰਗਾ ਬੈਠਾ ਹੋਵੇ, ਬੀਜਿਆ ਕੁਛ ਵੀ ਨਹੀਂ, ਉੱਥੇ ਪੈਲੀਆਂ ਦੇ ਦੁਆਲੇ ਘੁੰਮੀ ਜਾਵਾਂ, ਇੱਥੋਂ ਝੋਨਾ ਉੱਗ ਜੇ, ਇੱਥੋਂ ਕਣਕ ਉੱਗ ਜੇ, ਇੱਥੋਂ ਫਲਾਨੀ ਚੀਜ਼ ਉੱਗ ਜੇ, ਕਿੱਥੋਂ ਉੱਗੂਗੀ? ਬੀਜੀ ਨਹੀਂ। ਬਿਲਕੁਲ। ਇਹਨੂੰ ਤੇ ਬੀਜਣਾ ਪੈਣਾ, ਔਰ ਬੀਜਣਾ ਮਿਹਨਤ ਦਾ ਕੰਮ ਹੈ। ਬਾਣੀ ਤੇ ਕਦੇ ਵੀ ਨਹੀਂ ਕਹਿੰਦੀ ਆਸਾਨ ਕੰਮ ਹੈ। ਬਾਣੀ ਤੇ ਕਹਿੰਦੀ ਸਖਤ ਕੰਮ ਹੈ, ਔਖਾ ਕੰਮ ਹੈ। ਔਖੀ ਘਾਟੀ ਆ। ਕਬੀਰ ਤੇ ਖੁਦ ਕਹਿੰਦੇ ਨੇ ਕਿ ਮੈਂ ਬੜੀ ਔਖੀ ਪਹਾੜੀ ਤੇ ਚੜ ਰਿਹਾ, ਤੈ ਚੜ ਰਹੇ ਹੋ ਕਬੀਰ। ਬਿਲਕੁਲ। ਇਹਦੇ ਨਹੀਂ ਕਿਹਾ ਉਹਨਾਂ ਨੇ ਬਹੁਤ ਆਸਾਨ ਕੰਮ ਹੈ, ਕੁਛ ਵੀ ਨਹੀਂ ਕਿਹਾ। ਲੋਕੀ ਤੇ ਕਹਿ ਦਿੰਦੇ ਜੀ ਬੜਾ ਨਾਮ ਜੀ ਆਸਾਨ ਹੈ, ਬਸ ਤੂੰ ਵੈਗਰੂ ਵੈਗਰੂ ਕਹਿ ਦੋ, ਗੱਲ ਖਤਮ ਹੋ ਗਈ। ਉਹਨਾਂ ਕਿਹਾ ਕਿ ਇਹ ਔਖਾ ਕੰਮ ਆ, ਸਿੱਲ ਲਾਉਣੀ ਚਟਨੀ ਹੈ, ਟੇਸਟ ਨਹੀਂ ਹੈਗਾ। ਪਰ ਸ਼ੁਰੂ ਚ ਇਹ ਚੀਜ਼ ਨੂੰ ਵਿਚਾਰ ਕਰਿਓ, ਕੁਝ ਸਮੇਂ ਬਾਅਦ ਫਿਰ ਤੁਸੀਂ ਸਾਰੇ ਹੀ ਰਸਾਂ ਦਾ ਤਿਆਗ ਕਰ ਦੇਣਾ। ਤੁਹਾਨੂੰ ਦੂਜੇ ਰਸ ਚੰਗੇ ਨਹੀਂ ਲੱਗਣੇ, ਅਵਰ ਰਸ ਬਿਸਰੇ। ਕਿਉਂਕਿ ਜਦੋਂ ਆਤਮਾ ਦਾ ਤੁਸੀਂ ਸਪਰਸ਼ ਪ੍ਰਾਪਤ ਕਰ ਲਿਆ, ਉਹ ਤੇ ਬਹੁਤ ਸੱਚ ਚਿੱਤ ਆਨੰਦ ਹੋ। ਬਿਲਕੁਲ। ਉਹਨੇ ਖੰਡਿਤ ਨਹੀਂ ਹੋਣਾ, ਉਹਨੂੰ ਕੋਈ ਤੋੜ ਨਹੀਂ ਸਕਦਾ, ਉਹਨੂੰ ਕੋਈ ਮੋੜ ਨਹੀਂ ਸਕਦਾ। ਔਰ ਉਹ ਤੁਹਾਡਾ ਗਿਆਨ ਹੈ। ਤੁਸੀਂ ਆਪਣੇ ਗਿਆਨ ਨੂੰ ਪ੍ਰਾਪਤ ਕਰ ਲਿਆ, ਤੁਹਾਡਾ ਨਿੱਜ ਤੇ ਸਰੂਪ ਹੈ। ਉਹ ਹੈ ਕੀ? ਆਪਾਂ ਸਭ ਪਰਮਾਤਮਾ ਤੇ ਹੈਗੇ ਆ, ਪਰ ਬਸ ਆਪਾਂ ਭਟਕੇ ਹੋਏ ਆ, ਆਪਣੇ ਮਾਰਗ ਤੋਂ ਭਟਕ ਗਏ। ਅਸੀਂ ਸੱਚ ਨੂੰ
ਝੂਠ ਸਮਝ ਲਿਆ ਤੇ ਝੂਠ ਨੂੰ ਸੱਚ ਸਮਝ ਲਿਆ, ਬਸ ਇੰਨਾ ਕੀ ਫਰਕ। ਕੋਈ ਜ਼ਿੰਮੇਵਾਰ ਨਹੀਂ ਹੈ। ਪਰ ਜਿੱਦਣ ਅਸੀਂ ਉਹ ਚੀਜ਼ ਨੂੰ ਪਛਾਣ ਲਿਆ, ਉਹ ਸ਼ੇਰ ਦਾ ਬੱਚਾ ਸੀ, ਵੇਖਿਆ ਭੇਡਾਂ ਦੇ ਵਿੱਚ ਬੈਠਾ ਸੀ ਤੇ ਉਹ ਭੇਡਾਂ ਵਾਂਗੂ ਖਾਂਦਾ ਪੀਂਦਾ ਸੀ, ਉਹਦੇ ਵਾਂਗੂ ਜੀਵਨ ਬਤੀਤ ਕਰਦਾ ਸੀ। ਪਾਣੀ ਕਹਿੰਦੀ ਨਾ, ਏਦਾਂ ਨਾ ਕਰ ਚਰਨਜੀਤ, ਤੂੰ ਸ਼ੇਰ ਹੈਗਾ, ਤੂੰ ਭੇਡਾਂ ਬੱਕਰੀਆਂ 'ਚ ਕੀ ਕਰਦਾ ਪਿਆ? ਇਹ ਲੋਕ ਜਿੱਥੇ ਮਰਜ਼ੀ ਜਾਣ, ਦਫਾ ਹੁੰਦੇ, ਤੂੰ ਆਪਣੇ ਆਪ ਨੂੰ ਬਾਹਰ ਕੱਢ, ਆਪਣੀ ਸ਼ਕਲ ਪਛਾਣ, ਤੂੰ ਤਾਂ ਸੱਚ ਚਿੱਤ ਨੰਦ ਆ। ਤੇ ਇਹ ਤੈਨੂੰ ਕਹਿੰਦੇ ਤੂੰ ਬਿਮਾਰ ਆ, ਤੈਨੂੰ ਔਗਣ ਚਿੰਬੜਿਆ। ਉਹ ਕਹਿੰਦੇ ਤੂੰ ਮਲੀਨ ਹੋ ਹੀ ਨਹੀਂ ਸਕਦਾ, ਤੂੰ ਤੇ ਪਰਮਾਤਮਾ ਦੀ ਅੰਸ਼ ਹੈ, ਤੂੰ ਪਵਿੱਤਰ ਹੈ, ਤੂੰ ਸੱਚ ਚੇਤਨਾ ਹੈ, ਸ਼ੁੱਧ ਚੇਤਨਾ ਹੈ। ਔਰ ਜਿੱਦਾਂ ਤੂੰ ਆਪਣਾ ਰੂਪ ਪਛਾਣ ਲਿਆ, ਤੈਨੂੰ ਪਤਾ ਲੱਗੂ ਕਿ ਮੈਂ ਤੇ ਮਲੀਨ ਹੋ ਹੀ ਨਹੀਂ ਸਕਦਾ। ਬਿਲਕੁਲ। ਇਹ ਤੇ ਲੋਕਾਂ ਨੇ ਭਰਮ ਪਾਤਾ ਹੈ। ਹੁਣ ਤੁਸੀਂ ਵੇਖਿਆ ਨੀ ਕਿ ਇਹਦਾ ਵੀ ਮਾੜਾ ਜੀ, ਇਹਦਾ ਬੂਹਾ ਵੀ ਮਾੜਾ, ਟੈਲਾਂ ਮਾੜੀਆਂ, ਬੂਹੇ ਮਾੜੇ, ਇਹ ਸਾਰਾ ਕੁਝ ਭਾਜੀ ਕਬਾੜ ਹੈਗਾ ਜੀ। ਜੀ ਸਾਹਿਬ, ਇਹ ਤੁਹਾਡੀ ਗੱਲ ਸੁਣੀ ਨਹੀਂ ਗੋਰਖੀ ਸਾਹਿਬ, ਵਿੱਚ ਬੰਦ ਹੋ ਗਈ ਸੀ, ਦੁਬਾਰਾ ਬੋਲ ਦਿਓ ਇਹਨੂੰ। ਮੈਂ ਕਹਿੰਦਾ ਜਦੋਂ ਕਾਰ ਵੇਚਣੀ ਹੋਵੇ, ਘਰ ਵੇਚਣਾ ਹੋਵੇ ਤੇ ਲੋਕੀ ਕਿੱਦਾਂ ਕੀੜੇ ਪਾਉਂਦੇ। ਉਹ ਕਹਿੰਦੇ ਵੀ ਤੁਹਾਡੇ ਚ ਕਬਾੜ ਹੈ, ਤੁਹਾਡੀ ਗੱਡੀ ਕਿਸੇ ਕੰਮ ਦੀ ਨਹੀਂ। ਬਿਲਕੁਲ ਕਹਿੰਦੇ ਆ। ਮੁੜ ਕੇ ਨਾ ਕਹਿਣਾ ਇਹਦੇ ਵਰਗੀ ਗੱਡੀ ਦੁਨੀਆ 'ਚ ਨਹੀਂ ਹੈ। ਬਿਲਕੁਲ ਸਹੀ ਗੱਲ ਹੈ। ਹਾਂ, ਕਬਾੜ ਲੈ ਕੇ ਸੋਨੇ ਦੇ ਭਾਅ ਫਿਰ ਵੇਚ ਦੇਣੀ ਆ ਉਹਨਾਂ ਨੇ। ਹਾਂ, ਇਸੇ ਤਰ੍ਹਾਂ ਇਹਨਾਂ ਲੋਕ ਠੱਗਾਂ ਕੋਲ ਜਦੋਂ ਤੁਸੀਂ ਜਾਂਦੇ, ਜਦੋਂ ਕਹਿੰਦੇ ਤੁਸੀਂ ਪਾਪੀ ਹੈਗੇ, ਪਰ ਬਾਣੀ ਕਹਿੰਦੀ ਨਹੀਂ, ਤੂੰ ਨਹੀਂ ਪਾਪੀ ਹੈਗਾ, ਤੂੰ ਅੱਜ ਵੀ ਸ਼ੁੱਧ ਆ, ਤੂੰ ਨਿਰਗੁਣ ਆ, ਬ੍ਰਹਮ ਦਾ ਰੂਪ ਆ, ਸੱਚ ਚ ਆਨੰਦ ਆ, ਔਰ ਤੇਰੇ ਚ ਤੇ ਬ੍ਰਹਮ ਚ ਕੋਈ ਫਰਕ ਨਹੀਂ ਆ। ਪਰ ਕੀ ਆ ਕਿ ਤੇਰੇ ਕੋਲ ਹੀਰਾ ਹੈਗਾ, ਤੂੰ ਬਸ ਉਹਦੀ ਕੀਮਤ ਭੁੱਲ ਗਿਆ। ਪਰ ਤੂੰ ਆਲੂ ਗੰਢਿਆਂ ਵਾਲਿਆਂ ਕੋਲ ਤੁਰਿਆ ਫਿਰਦਾ ਵਾ, ਇਸ ਕਰਕੇ ਕੋਈ ਤੈਨੂੰ 2 ਰੁਪਈਏ, ਕੋਈ ਕਹਿੰਦਾ ਕਿ ਕਿਲੋ ਸਬਜ਼ੀ ਲੈ ਜਾ, ਕਿਲੋ ਗੰਢੇ ਲੈ ਜਾ, ਤੇ ਕੋਈ ਕਹਿੰਦਾ ਕਿਲੋ ਪਿਆਜ਼ ਲੈ ਜਾ। ਹੋਰ ਕੀ ਤੈਨੂੰ ਦੇਣ ਦਿਆ? ਗੰਢੇ, ਆਲੂ, ਪਿਆਜ਼ ਲਈ ਫਿਰਦਾ, ਪਰ ਤੇਰੀ ਕੀਮਤ ਬਹੁਤ ਹੈ, ਤੇਰੀ ਕੀਮਤ ਕੋਈ ਦੇ ਨਹੀਂ ਸਕਦਾ। ਪਰ ਤੂੰ ਹੁਣ ਤੈਨੂੰ ਪਤਾ ਹੀ ਨਹੀਂ ਉਹ ਚੀਜ਼ ਦਾ, ਤੂੰ ਲਈ ਫਿਰੇਂਗਾ ਇਹਨਾਂ ਕਬਾੜੀਆਂ ਕੋ। ਉਹਨਾਂ ਤੋਂ ਕੀ ਤੂੰ ਐਕਸਪੈਕਟ ਕਰਦਾ? ਕਿਉਂਕਿ ਉਹਨਾਂ ਕੋ ਹੈ ਨਹੀਂ, ਵੇਖਣ ਵਾਲੀ ਅੱਖ ਨਹੀਂ ਆ। ਕਿਉਂਕਿ ਜਿਹੜੀ ਚੀਜ਼ ਤੇਰੇ ਕੋਲ ਹੈਗੀ ਉਹਦੇ ਬਦਲੇ ਪਰਮਾਤਮਾ ਮਿਲ ਸਕਦਾ ਤੈਨੂੰ। ਬਹੁਤ ਕੀਮਤੀ ਹੀਰਾ ਹੈਗਾ ਤੇਰੇ ਕੋਲ ਮਨ, ਤੂੰ ਮਨ ਨੂੰ ਦੇ ਦੇ ਤੇ ਤੈਨੂੰ ਪਰਮਾਤਮਾ ਮਿਲ ਜੂਗਾ। ਹੋਰ ਕੀ ਹੈ? ਮਨ ਦੇਣਾ ਬਾਬਾ ਔਖਾ ਹੈ, ਪਰ ਉਹ ਵੀ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਭਗਤੀ, ਆਪਣੇ ਆਪ ਹੀ ਦਿੱਤਾ ਜਾਏਗਾ। ਤੁਹਾਨੂੰ ਦੇਣ ਦੀ ਲੋੜ ਨਹੀਂ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਇਕੱਲਾ ਤੁਸੀਂ ਭਗਤੀ ਮਾਰਗ ਫੜਿਆ, ਗਿਆਨ ਮਾਰਗ ਤੇ ਕਰਮ ਮਾਰਗ ਆਪਣੇ ਆਪ ਹੀ ਬਣ ਜਾਏਗਾ। ਹੁਣ ਤੁਸੀਂ ਦੇਖੋ, ਆਹ 95 ਸਰੀਰ ਬੈਠੇ ਨੇ, ਆਪ ਜਸਟ ਦੇਖੋ, ਜਦੋਂ ਦੀ ਤੁਸੀਂ ਸੰਗਤ ਕੀਤੀ ਆ, ਤੁਹਾਡੇ ਜੀਵਨ 'ਚ ਵੇਖੋ ਚਮਕ ਨਹੀਂ ਆਈ। ਬਿਲਕੁਲ ਗੋਰਖੀ ਸਾਹਿਬ, ਮਜ਼ਾਲ ਇਹਦੇ ਤਾਂ ਬਿਲਕੁਲ ਜਿਹੜਾ ਹੈਗਾ ਚਮਕ ਤਾਂ, ਜੀਵਨ ਤਾਂ ਬਿਲਕੁਲ, ਆਪਾਂ ਤਾਂ ਕਹਿੰਦੇ ਪਿਛਲਾ ਤਾਂ ਜੀਵਨ ਸੀਗਾ ਹੀ ਨਹੀਂ ਕੁਛ, ਜੀਵਨ ਤਾਂ ਹੁਣ ਸ਼ੁਰੂ ਹੋਇਆ ਹੈ। ਉਹ ਤੇ ਭਾਜੀ ਕੁਛ ਵੀ ਨਹੀਂ ਸੀ, ਉਹ ਖੇ ਸੀ। ਹਾਂ, ਕੁਛ ਪ੍ਰਾਪਤੀ ਨਹੀਂ ਹੋਈ, ਬਸ ਐਵੇਂ ਕਹਿੰਦਾ ਤੁਮ ਕਿਉਂ ਦੌੜੇ, ਹਮ ਦੌੜੇ ਤੋਂ ਤੁਮ ਦੌੜੇ ਤੇ ਹਮ ਵੀ ਦੌੜੇ, ਦੌੜੇ ਫਿਰਦੇ ਸਾਂ। ਪਰ ਹੁਣ ਤੇ ਪਤਾ ਲੱਗਾ ਜੀਵਨ ਤੇ ਹੁਣ ਸ਼ੁਰੂ ਹੋਇਆ। ਬਿਲਕੁਲ ਭਾਜੀ, ਜਦ ਬਾਣੀ ਕਹਿੰਦੀ ਤੂੰ ਪਰਮਾਤਮਾ ਨੂੰ ਛੱਡ ਕੇ ਜਿੱਦਾਂ ਦਾ ਮਰਜ਼ੀ ਜੀਵਨ ਬਤੀਤ ਕੀਤਾ, ਉਹਦੀ ਕੋਈ ਕੀਮਤ ਨਹੀਂ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਤੇਰੀ ਜ਼ਿੰਦਗੀ 'ਚ ਮੇਨ ਤੇ ਚੀਜ਼ ਹੈਗੀ ਨਹੀਂ, ਪਰਮਾਤਮਾ ਹੈ ਨਹੀਂ, ਔਰ ਸਾਰਾ ਕੁਝ ਤੇ ਪਰਮਾਤਮਾ ਹੈ। ਤੂੰ ਉਹਨੂੰ ਛੱਡ ਕੇ ਜੇ ਬਤੀਤ ਵੀ ਕਰ ਰਿਹਾ, ਉਹ ਤੇ ਦੂਜਾ ਭਾਉ ਹੈ, ਤੂੰ ਮਾਇਆ ਦੇ ਪਿੱਛੇ ਤੁਰਿਆ ਫਿਰਦਾ ਵਾ, ਉਹਦੀ ਕੀਮਤ ਕੀ ਹੈ? ਇਹ ਨਹੀਂ ਕਿ ਤੁਸੀਂ ਪਰਮਾਤਮਾ ਦਾ ਨਾਂ ਨਹੀਂ ਲੈ ਰਹੇ ਸੀ, ਨਾਂ ਲੈ ਰਹੇ ਸੀ, ਪਰ ਪਰਮਾਤਮਾ ਨਹੀਂ ਸੀ। ਹੁਣ ਪਰਮਾਤਮਾ ਆਇਆ, ਔਰ ਜਦੋਂ ਪਰਮਾਤਮਾ ਰੂਪੀ ਸੂਰਜ ਜ਼ਿੰਦਗੀ 'ਚ ਪ੍ਰਗਟ ਹੋ ਗਿਆ ਨਿੱਜਰ ਸਾਹਿਬ, ਫਿਰ ਭਰਮ ਅਗਿਆਨ ਰਹਿੰਦਾ ਉੱਥੇ? ਨਹੀਂ ਰਹਿੰਦਾ, ਕਿਉਂਕਿ ਪਰਮਾਤਮਾ ਬਹੁਤ ਪਾਵਰਫੁਲ ਹੈ। ਉਹ ਫਿਰ ਸਾਡੀ ਜ਼ਿੰਦਗੀ ਨੂੰ ਸਵਾਰਦਾ ਹੈ, ਪਰਮਾਤਮਾ ਹੀ ਸਵਾਰਦਾ ਹੈ। ਅਸੀਂ ਕਿੱਥੋਂ ਸਵਾਰ ਸਕਦੇ ਹਾਂ? ਅਸੀਂ ਤੇ ਮਲੀਨ ਹੈਗੇ ਹਾਂ। ਕਿ ਸਾਡੀ ਸੋਚ ਹੈ ਨਾ, ਉਹ ਬੱਕਰੀਆਂ ਦੇ ਨਾਲ ਰਹਿ ਕੇ ਉਹ ਬਹੁਤ ਛੋਟੀ ਹੋ ਚੁੱਕੀ ਹੈ। ਅਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰ ਲਿਆ ਨਿੱਜਰ ਸਾਹਿਬ। ਬਿਲਕੁਲ ਸਹੀ ਹੈ। ਮਾਲਕ ਨੂੰ ਤਾਂ ਇਹ ਚਾਹੀਦਾ ਹੈ ਵੀ ਕੋਈ ਬੰਦਾ ਜਿਹੜਾ ਹੈਗਾ, ਕੋਈ ਬੋਲੇ ਤਾਂ ਸਹੀ ਨਾ ਵੀ ਮੇਰੇ ਕੋਲ ਜਿਹੜਾ ਹੈਗਾ ਕੋਈ ਆਉਣ ਵਾਲਾ ਤਾਂ ਬਣੇ ਨਾ, ਮੇਰੇ ਕੋਲ ਹੱਥ ਤਾਂ ਖੜਾ ਕਰੇ ਨਾ ਵੀ ਮੈਂ ਆਉਣਾ ਚਾਹੁੰਦਾ ਹੈ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਹੈ। ਕਹਿੰਦੇ ਕੋਈ ਹੱਥ ਹੀ ਨਹੀਂ ਖੜਾ ਕਰਦਾ, ਸਾਰੇ ਮਾਇਆ ਦੇ ਵਿੱਚ ਖੁਸ਼ ਹੈਗੇ। ਪਰਮਾਤਮਾ ਕੀ ਕਰੇ ਦੱਸੋ? ਇੱਥੇ ਬੰਬੇ ਸਾਈਡ ਤੇ ਕਿਤੇ ਵੇਖੋ, ਲੋਕਾਂ ਦੀਆਂ ਬਾਹਾਂ ਨਹੀਂ ਹੈਗੀਆਂ, ਲੱਤਾਂ ਨਹੀਂ ਹੈਗੀਆਂ, ਉਹਨਾਂ ਨੂੰ ਵੇਖੋ, ਉਹ ਵੀ ਚਾਹੁੰਦੇ ਕਿੱਥੇ ਜਿੰਦਾ ਰਹੀਏ, ਨਹੀਂ ਜਾਣਾ। ਬਿਲਕੁਲ ਸਹੀ। ਮਾਇਆ ਦਾ ਭਾਵ ਵੇਖੋ ਕਿੱਡਾ ਤਗੜਾ, ਬੰਦੇ ਕੋਲ ਕੁਛ ਵੀ ਨਹੀਂ ਹੈਗਾ, ਇੱਕਦਮ ਖਾਧਾ ਸਰੀਰ ਆ, ਦੁਨੀਆ ਭਰ ਦੀਆਂ ਬਿਮਾਰੀਆਂ, ਫਿਰ ਵੀ ਕਹਿੰਦਾ ਮੈਂ ਜਿੰਦਾ ਰਹਿਣਾ ਚਾਹੁੰਦਾ। ਵੇਖੋ ਮੋਹ, ਸਰੀਰ ਦੇ ਨਾਲ ਮੋਹ ਪੈ ਜਾਂਦਾ। ਠੀਕ ਹੈ ਜੀ ਨਜਰ ਸਾਹਿਬ, ਅਗਲੀ ਤੁਕ ਬੋਲੋ। ਹਾਂਜੀ, ਇਹਦੇ ਵਿੱਚ ਨਾ ਗੋਰਖੀ ਸਾਹਿਬ ਇਸ ਸ਼ਬਦ ਦੇ ਵਿੱਚ ਦੇਖੋ, ਪਹਿਲੀ ਜਿਹੜੇ ਨਾਮਦੇਵ ਜੀ ਨੇ ਪਹਿਲਾਂ ਦੱਸਿਆ ਗਿਆਨ ਦੇ ਬਾਰੇ, ਵੇਦ ਪੁਰਾਣ ਸ਼ਾਸਤਰ ਵਗੈਰਾ ਕਹਿੰਦੇ ਇਹਨਾਂ ਦਾ ਕੀ ਕਰਨਾ ਆ,
ਕਹਿੰਦਾ ਨਾ ਮੈਂ ਇਹਨਾਂ ਤੋਂ ਗਿਆਨ ਲੈ ਕੇ ਤੇ ਮੈਂ ਦੂਸਰੇ ਉਹਦੇ ਰਹਾਉ ਦੀ ਪੰਕਤੀ ਦੇ ਵਿੱਚ ਦੱਸਿਆ ਹੈ ਵੀ ਮੈਂ ਬੈਰਾਗੀ ਰਾਮੇ ਗਾਉਂਗੋ, ਮੈਂ ਬੈਰਾਗ ਲੈ ਕੇ ਪਰਮੇਸ਼ਰ ਦੀ ਭਗਤੀ ਕਰੂੰਗਾ। ਸ਼ਬਦ ਅਤੀਤ ਅਨਾਹਦ ਰਾਤਾ ਆਕੁਲ ਕੇ ਕਰ ਜਾਊਂਗਾ, ਮੈਂ ਤਾਂ ਮਾਲਕ ਦੇ ਕੋਲ ਜਾਊਂਗਾ। ਰਹਾਓ ਹੁਣ ਦੂਸਰੀ ਹੁਣ ਦੱਸ ਰਿਹਾ ਇਸ ਤੋਂ ਅੱਗੇ ਕਹਿੰਦੇ ਆ ਜਿਹੜੇ ਜੋਗੀ ਲੋਕ ਈੜਾ ਪਿੰਗਲਾ ਸੁਖਮਨਾ ਆਦਿ ਜਿਹੜੀ ਹੈਗੀ ਸਵਾਸ ਚੜਾ ਕੇ ਰੇਚਕ ਕੁੰਭਕ ਪੂਰਕ ਕਰਦੇ ਆ, ਇਹ ਚੰਦ ਸੂਰਜ ਜਿਹੜਾ ਸਮ ਕਰਨ ਦੀ ਕੋਸ਼ਿਸ਼ ਕਰਦੇ ਆ, ਖੱਬੀ ਸੱਜੀ ਨਾਸਿਕਾ ਜਿਹੜੀ ਹੈਗੀ ਆ ਠੰਡੀ ਗਰਮ, ਕਹਿੰਦੇ ਇਹ ਵੀ ਨਹੀਂ ਕਰੂੰਗਾ ਮੈਂ। ਈੜਾ ਪਿੰਗਲਾ ਔਰ ਸੁਖਮਨਾ ਪਵਨੇ ਬੰਦ ਰਹਾਉਂਗੋ, ਕਹਿੰਦੇ ਮੈਂ ਇਹਨਾਂ ਦਾ ਪਿਓ ਨੂੰ ਬੰਨੂਗਾ। ਮੇਰਾ ਮਨ ਪਤੰਦਰ ਜਿਹੜਾ ਹੈਗਾ, ਜਿਹੜਾ ਪਵਨ ਦੀ ਤਰ੍ਹਾਂ ਜਿਹੜਾ ਹੈਗਾ ਉੱਡਦਾ ਫਿਰਦਾ ਹੈ, ਇਹਨੂੰ ਕਹਿੰਦੇ ਇਹਦੇ ਨਕੇਲ ਪਾਊਂਗਾ ਮੈਂ, ਘੜਿਆਲ ਨੇ ਨਕੇਲ ਪਾਊਂਗਾ, ਇਹਦੇ ਕੰਡਿਆਂ ਵਾਲੀ ਲੋਹੇ ਦੀ ਜਿਹੜੀ ਹੈ ਇਹਦੇ ਮੂੰਹ ਦੇ ਵਿੱਚ ਪਾ ਕੇ ਤੇ ਨਕੇਲ ਬੰਨੂਗਾ ਇਹਨੂੰ। ਈੜਾ ਪਿੰਗਲਾ ਔਰ ਆਪਣੇ ਆਪ ਈੜਾ ਪਿੰਗਲਾ ਸੁਖਮਨਾ ਜਿਹੜੀਆਂ ਹੈਗੀਆਂ ਆਪਣੇ ਆਪ ਜਿਹੜੀਆਂ ਹੈਗੀਆਂ ਮੇਰੀ ਸੁਰਤ ਜਿਹੜੀ ਬਿੰਨ ਜਾਏਗੀ, ਆਪਣੇ ਆਪ ਉਹ ਆਗਿਆ ਚੱਕਰ ਤੇ ਪਹੁੰਚ ਜਾਏਗੀ। ਈੜਾ ਪਿੰਗਲਾ ਔਰ ਸੁਖਮਨਾ ਮੇਰੀ ਪ੍ਰਾਣ ਸ਼ਕਤੀ ਆਪਣੇ ਆਪ ਜਿਹੜੀ ਹੈਗੀ ਜਾਏਗੀ ਉੱਪਰ ਨੂੰ, ਇਹ ਮਨ ਪਤੰਦਰ ਨੂੰ ਬੰਨੂਗਾ ਮੈਂ। ਈੜਾ ਪਿੰਗਲਾ ਔਰ ਸੁਖਮਨਾ ਪੌਨੇ ਬੰਦ ਰਹਾਉਂਗੋ, ਚੰਦ ਸੂਰਜ ਦੋਏ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਊਂਗੋ। ਕਹਿੰਦੇ ਚੰਦ ਸੂਰਜ ਆਪਣੇ ਆਪ ਸਮ ਹੋ ਜਾਣੇ ਆ, ਆਪਣੇ ਆਪ ਸਮ ਹੋ ਜਾਣੇ ਆ, ਬ੍ਰਹਮ ਜੋਤ ਆਪਣੇ ਆਪ ਪੈਦਾ ਹੋ ਜਾਣੀ ਹੈ। ਜਦ ਈੜਾ ਪਿੰਗਲਾ ਸੁਖਮਨਾ ਜਦ ਜਿਹੜੀ ਹੈ ਮਨ ਨੂੰ ਬੰਨਿਆ ਆਗਿਆ ਚੱਕਰ ਤੇ ਆਟੋਮੈਟਿਕਲੀ ਬ੍ਰਹਮ ਜੋਤ ਪੈਦਾ ਹੋ ਜਾਣੀ ਆਪਣੇ ਅੰਦਰ, ਔਰ ਸਾਰੇ ਦੇ ਸਾਰੇ ਉਹਨੇ ਜਿਹੜੇ ਹੈਗੇ ਫਿਰ ਪਾਪ ਸਾੜ ਦੇਣੇ, ਸਾਰੀਆਂ ਬਿਰਤੀਆਂ ਸਾਰੀਆਂ ਰੀਬਿਲਟ ਹੋ ਜਾਣਾ। ਤੀਰਥ ਦੇਖ ਨਾ ਜਲ ਮੈਂ ਪੈਸੋਂ, ਜੀ ਜੰਤ ਨਾ ਸਤਾਉਂਗੋ। ਆਹ ਦੇਖ ਲਓ ਹੁਣ ਅਗਲੀ ਕੈਟੇਗਰੀ ਲੈ ਲਈ, ਜਿਹੜੇ ਚੱਲੀ ਜਾਂਦੇ ਆ, ਕਦੀ ਐਸ ਗੁਰਦੁਆਰੇ ਚਲੇ ਜਾਓ, ਇੱਥੇ ਚਲੇ ਜਾਓ, ਇੱਥੇ ਨਹਾ ਲਓ, ਇਸ ਮੰਦਰ 'ਚ ਇਸ ਮਸਜਿਦ, ਕਿਤੇ ਜਿਹੜੇ ਹੈਗੇ ਕੋਈ ਮੱਕੇ ਮਦੀਨੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਾਂਸ਼ੀ, ਕੋਈ ਬਦਰੀਨਾਥ, ਕੋਈ ਕੇਦਾਰਨਾਥ, ਕੋਈ ਹਿਮਾਲਯ ਚੜ੍ਹੀ ਜਾਂਦਾ। ਕਹਿੰਦੇ ਤੀਰਥ ਦੇਖਣਾ ਚੱਲ ਮੈਂ ਪੈਸੋਂ, ਮੈਂ ਨਹੀਂ ਜਾ ਕੇ ਭਾਈ ਇਸ਼ਨਾਨ ਕਰਦਾ ਜਾਂ ਤੀਰਥਾਂ ਦੇ ਵਿੱਚ, ਮੈਂ ਤਾਂ ਘਰ ਹੀ ਟੂਟੀ ਥੱਲੇ ਬਥੇਰੀ ਟੂਟੀ ਲੱਗੀ, ਫੁਆਰੇ ਲੱਗੇ, ਮੈਂ ਆਪਣਾ ਨਹਾ ਲੈਣਾ। ਮੈਂ ਜੀ ਜੰਤ ਨਾ ਡਰਾਉਂਗੋ, ਕਹਿੰਦੇ ਮੈਂ ਨਹੀਂ ਜੀ ਜੰਤਾਂ ਨੂੰ ਸਤਾਉਂਗੋ, ਮੈਂ ਨਹੀਂ ਸਤਾਉਂਦਾ ਉੱਥੇ ਜਾ ਕੇ ਜੀ ਜੰਤ ਜਿਹੜੇ ਹੈਗੇ। 68 ਤੀਰਥ ਗੁਰੂ ਦਿਖਾਏ, ਘਟੀ ਪੀਤਰ ਨਾਉਂਗੋ। ਮੇਰੇ ਗੁਰੂ ਨੇ ਤਾਂ ਮੇਰੇ ਅੰਦਰ ਹੀ ਜਿਹੜੇ 68 ਤੀਰਥ ਦੱਸ ਦਿੱਤੇ ਵੀ ਆਪਣੇ ਸਵੇਰੇ ਸ਼ਾਮ ਬੈਠ ਕੇ ਸੁਰਤ ਨੂੰ ਅੰਦਰ ਲੈ, ਅੱਖਾਂ ਬੰਦ ਕਰ ਔਰ ਆਪਣੇ ਆਪ ਨੂੰ ਜਿਹੜਾ ਹੈਗਾ ਵਿਚਾਰ ਮੁਕਤ ਕਰ ਲਾ। 68 ਤੀਰਥ ਕਹਿੰਦੇ ਤੇਰੇ ਅੰਦਰ ਹੀ ਆ ਜਾਣਗੇ, ਨਹਾ ਲੇਗਾ ਮਨ ਪਵਿੱਤਰ ਹੋ ਜਾਏਗਾ ਤੇਰਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਤੀਰਥਾਂ ਤੇ ਨਹਾਉਂਦੇ ਆ ਆਪਾਂ, ਪਾਣੀ ਕਿੱਥੋਂ ਆਉਂਦਾ? ਸਾਰਾ ਪਾਣੀ ਸਮੁੰਦਰ ਦਾ। ਠੀਕ ਹੈ ਜੀ। ਤੁਹਾਡੀ ਟੂਟੀ ਦਾ ਪਾਣੀ, ਤੁਹਾਡੀ ਟੈਂਕੀ ਦਾ ਪਾਣੀ, ਤੁਹਾਡੀ ਨਲਕੇ ਦਾ ਪਾਣੀ ਕਿੱਥੋਂ ਆਇਆ ਨਿੱਜਰ ਸਾਹਿਬ? ਉਹੀ ਪਾਣੀ ਆ, ਸੇਮ ਪਾਣੀ ਸਮੁੰਦਰ ਦਾ ਹੀ ਤੇ ਪਾਣੀ ਹੈ। ਪਰ ਲੋਕਾਂ ਨੇ ਉਹੀ ਤੁਹਾਨੂੰ ਮੈਂ ਦੱਸਿਆ ਸੁਪੀਰੀਅਰ ਕੰਪਲੈਕਸ ਦਿਮਾਗ 'ਚ ਕੀੜਾ ਵਾੜਿਆ ਕਿ ਇਹ ਪਾਣੀ ਬੜਾ ਪਵਿੱਤਰ ਹੈ, ਤੇ ਬਸ ਲੋਕ ਦੂਜੀ ਨੂੰ ਮੰਨਦੇ ਨੇ। ਬਾਣੀ ਕਹਿੰਦੀ ਕਿ ਨਹੀਂ, ਪਾਣੀ ਤੇਰੇ ਘਰ ਵੀ ਜਿਹੜਾ ਹੈਗਾ ਉਹ ਵੀ ਪ੍ਰਮਾਤਮਾ ਦਾ ਹੀ ਰੂਪ ਹੈ। ਉਹ ਪਾਣੀ ਜਿਸ ਮਰਜ਼ੀ ਰੂਪ 'ਚ ਬੈਠਾ ਹੈ, ਬਸ ਤੇਰੇ ਦਿਮਾਗ 'ਚ ਕਪਾ ਦਿੱਤੀ ਗੱਲ ਆ ਕਿ ਇਹ ਪਾਣੀ ਸਪੈਸ਼ਲ ਹੈ, ਉਹ ਪਾਣੀ ਸਪੈਸ਼ਲ ਨਹੀਂ। ਤੇਰੇ ਟੈਂਕੀ ਦਾ ਪਾਣੀ ਨਹੀਂ ਸਪੈਸ਼ਲ, ਪਰ ਮਲੀਨਤਾ ਉਹ ਵੀ ਧੋਂਦਾ, ਮਲੀਨਤਾ ਉਹ ਵੀ ਧੋਂਦਾ, ਪਰ ਤੇਰੇ ਤਨ ਦੀ ਧੋਤੀ ਜਾਊਗੀ। ਪਰ ਜੇ ਤੂੰ ਮਨ ਦੀ ਮੈਲ ਧੋਣੀ ਹੈ ਤੇ ਤੈਨੂੰ ਜਿਹੜਾ ਤੇਰਾ ਅੰਦਰ ਤੇਰਾ ਤੀਰਥ ਸਥਾਨ ਹੈ, ਜਿੱਥੇ ਤੂੰ ਤ੍ਰਿਵੇਣੀ ਸੰਗਮ ਹੁੰਦਾ ਹੈ ਨਾ, ਪ੍ਰਾਗ ਦੇ ਵਿੱਚ ਵੈਸੇ ਜਮਨਾ ਗੰਗਾ ਸਰਸਵਤੀ ਦਾ ਮਿਲਣ ਹੁੰਦਾ ਹੈ, ਉਸੇ ਤਰ੍ਹਾਂ ਤ੍ਰਿਕੁਟੀ ਦੇ ਵਿੱਚ ਤੇਰੇ ਨਾ ਈੜਾ ਪਿੰਗਲਾ ਤੇ ਸੁਖਮਨਾ ਦਾ ਮਿਲਣ ਹੋਵੇਗਾ। ਔਰ ਉਹਨੂੰ ਜਦੋਂ ਮਿਲਣ ਨੂੰ ਤੁਸੀਂ ਦੇਖ ਲਿਆ, ਬਸ ਤੁਹਾਡੇ ਅੰਦਰ ਇੱਕ ਇਸ਼ਨਾਨ ਚੱਲੇਗਾ। ਔਰ ਦਿਨ ਰਾਤ ਫਿਰ ਇਸ ਨੇ ਮਨ ਨੇ ਨਾ, ਇਹ ਮਨ ਜਿਹੜੀ ਇਸ ਮਨ ਕੋ ਜਨਮ ਕੀ ਮਨ ਲੱਗੀ, ਇਹਨੇ ਆਪਣੀ ਮੈਲ ਆਪੇ ਲਾ ਲੈਣੀ ਆ। ਇਹਨੂੰ ਕੁਛ ਨਹੀਂ ਕਰਨ ਦੀ ਲੋੜ ਹੈ। ਤੁਸੀਂ ਥੋੜੀ ਜਿਹੀ ਭਗਤੀ ਕੀਤੀ, ਇਹਨੂੰ ਪਤਾ ਲੱਗ ਜਾਣਾ, ਇਹਨੂੰ ਗਿਆਨ ਹੋ ਜਾਣਾ, ਇਹਨੇ ਆਪੇ ਮੈਲ ਮੂਲ ਲਾ ਕੇ ਵਗਾ ਕੇ ਉਹ ਮਾਰਨੀ, ਪਵਿੱਤਰ ਹੋ ਜਾਣਾ, ਸ਼ੁੱਧ ਗੰਗਾ ਵਰਗਾ ਨੀਰ ਹੋ ਜਾਣਾ ਇੱਕਦਮ। ਹੁਣ ਗੰਗਾ ਦਾ ਮਤਲਬ ਕੀ ਹੈ? ਗੰਗਾ ਮਤਲਬ ਤੁਹਾਨੂੰ ਇਹ ਦੱਸਿਆ ਕਿ ਚੰਦਰਮਾ ਤੋਂ ਬੜਾ ਸੋਹਣਾ ਹੈ, ਤੇਰਾ ਚਿਹਰਾ ਚੰਦਰਮਾ ਵਰਗਾ। ਹੁਣ ਚੰਦਰਮਾ ਤੇ ਅਸੀਂ ਕੀ ਆ? ਫਰਕ ਨਹੀਂ ਹੈਗਾ, ਉਹ ਤੇ ਇੱਕ ਜੜ ਹੈਗਾ। ਪਰ ਆਪਾਂ ਕਹਿੰਦੇ ਉਹਦਾ ਚਿਹਰਾ ਕੁੜੀ ਦਾ ਬਹੁਤ ਸੋਹਣਾ ਹੈ, ਚੰਦਰਮਾ ਵਰਗੀ ਹੈ। ਪਰ ਕਹਿਣ ਤੋਂ ਭਾਵ ਕਿ ਜਮਨਾ ਗੰਗਾ ਜਿਹਦੀ ਪਵਿੱਤਰ ਨਦੀਆਂ ਕਹਿ ਦਿੱਤੀਆਂ ਗਈਆਂ ਨੇ, ਉਹ ਸਮਝਾਉਣ ਦਾ ਤਰੀਕਾ ਹੈ ਕਿ ਜਿੱਦਾਂ ਤੂੰ ਉਸ ਨਦੀ ਵਰਗਾ ਪਵਿੱਤਰ ਹੋ ਜਾਏ। ਸਮਝਾਉਣ ਦਾ ਤਰੀਕਾ, ਜੜ ਨੂੰ ਜੜ ਨਾਲ ਹੀ ਸਮਝਾਇਆ ਜਾ ਸਕਦਾ। ਇੱਥੇ ਫਿਰ ਕਹਿੰਦੇ ਨੇ ਕਿ ਨਾਮ ਜਿਹੜੇ ਹੈਗੇ ਨਾ, ਦੇਖੋ ਇਹ ਜਿਹੜੇ 8 ਤੀਰਥ ਹੈਗੇ ਨਾ, ਤੀਰਥ ਕੋਈ ਬਾਹਰ ਨਹੀਂ ਹੈਗਾ। ਬਾਣੀ 'ਚ ਲਿਖਿਆ ਮਨ ਮੰਦਿਰ ਤਨ ਵੇਸ ਕਲੰਦਤ, ਘੱਟ ਹੀ ਤੀਰਥ ਨਾਵਾਂ
ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਬਹੁਤ ਜਨਮ ਨਾਮ ਆ। ਬਿਲਕੁਲ ਉਹੀ ਘੱਟ ਦੇ ਤੀਰਥ ਦੀ ਗੱਲ ਕਰ ਰਹੇ ਨਾਮਦੇਵ ਜੀ। ਹਾਂ, ਤੇ ਬਾਅਦ ਕੋਈ ਤੀਰਥ ਹੈ ਹੀ ਨਹੀਂ। ਹੂੰ। ਉਹ ਕਹਿੰਦੇ ਨੇ ਕਿ ਜਦੋਂ ਦਾ ਮੈਂ ਤੈਨੂੰ ਵੇਖ ਲਿਆ ਫਿਰ ਮੇਰਾ ਬਾਹਰੋਂ ਮਨ ਡਰਦਾ ਹੈ, ਹੁਣ ਨਹੀਂ ਮੈਂ ਬਹੁਤਾ ਭੱਜਦਾ, ਮੈਨੂੰ ਪਤਾ ਲੱਗ ਗਿਆ ਬਿਲਕੁਲ ਅਸਲ ਚੀਜ਼ ਤੇ ਮੇਰੇ ਅੰਦਰ ਹੈ। ਉਹ ਤੀਰਥ ਜਦ ਤੱਕ ਤੁਹਾਨੂੰ ਮਿਲਦਾ ਨਹੀਂ ਆ ਤਦ ਤੱਕ ਸਮਝ ਲਓ ਕਿ ਮੰਜ਼ਿਲ ਨਹੀਂ ਆਈ ਹੈ। ਅਜੇ ਰਸਤੇ 'ਚ ਹੀ ਆ ਆਪਾਂ, ਮੰਜ਼ਿਲ ਨਹੀਂ ਆਈ। ਮੰਜ਼ਿਲ ਆ ਗਈ ਤੇ ਬਾਹਰ ਦੀ ਗਤੀ ਰੁਕ ਜਾਣੀ ਜੇ। ਤੇ ਜੇ ਤੁਸੀਂ ਬਾਹਰ ਵੀ ਤੁਰੇ ਫਿਰਦੇ ਜੋ, ਇਹਦਾ ਮਤਲਬ ਤੁਸੀਂ ਪ੍ਰੋਸੈਸ 'ਚ ਹੈਗੇ ਜੋ, ਜੇ ਪਹੁੰਚੇ ਨਹੀਂ ਜੋ। ਹਾਂ, ਨਹੀਂ ਮੈਂ ਨਹੀਂ ਕਹਿੰਦਾ ਕਿ ਧਾਰਮਿਕ ਸਥਾਨਾਂ ਤੇ ਜਾਣਾ ਨਹੀਂ ਆ, ਪਰ ਤੁਹਾਡੇ ਜੇ ਮਨ 'ਚ ਬੈਠਾ ਹੈ ਕਿ ਪ੍ਰਮਾਤਮਾ ਉੱਥੇ ਜ਼ਿਆਦਾ ਬੈਠਾ ਹੈ, ਠੀਕ ਹੈ, ਜਾਓ, ਕੋਈ ਗੱਲ ਨਹੀਂ, ਸੇਵਾ ਸੁਵਾ ਕਰੋ, ਜੋ ਮਰਜ਼ੀ ਕਰੋ, ਪਰ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਕੋਈ ਚੀਜ਼ ਤੁਹਾਡੇ ਤੋਂ ਦੂਰ ਨਹੀਂ। ਕਹਿੰਦਾ ਰੱਬ ਤੇ ਇੱਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਤੇਰੀ ਅੱਖ ਜਿਹੜੀ ਹੈ ਨਾ ਉਹ ਤੇ ਗੰਦਮੰਦ ਲੱਗਾ, ਇਸ ਕਰਕੇ ਤੈਨੂੰ ਦਿਖਦਾ ਨਹੀਂ ਪਿਆ। ਪਰ ਜਿੱਦਣ ਤੈਨੂੰ ਦਿਖਿਆ ਫਿਰ ਗੁਰੂ ਨਾਨਕ ਵਰਗਾ ਗੁਣ, ਗੁਰੂ ਨਾਨਕ ਪਾਤਸ਼ਾਹ ਵਰਗਾ ਗੁਣ ਆਊਗਾ। ਵੇਖਿਓ ਗਰੀਬ ਬੰਦੇ ਘਰ ਰੋਟੀ ਖਾਣ ਚਲ ਗਏ ਸੀ ਉਹ। ਬਿਲਕੁਲ। ਬਸ ਸੇਠ ਦੀ ਰੋਟੀ ਨਹੀਂ ਖਾਧੀ ਉਹਨਾਂ ਨੇ। ਉਹਨੂੰ ਪਤਾ ਇਹ ਵੀ ਇਹ ਤੇ ਬੰਦਾ ਬੜਾ ਖਤਰਨਾਕ ਹੈ, ਕੀਤਾ ਕੀ ਵਿੱਚ ਪਾਈ ਫਿਰਦਾ ਰੋਟੀ ਆਪਣੀ। ਇਹ ਜਿਹੜਾ ਗਰੀਬ ਬੰਦਾ ਹੈ ਇਹਨੇ ਮਿਹਨਤ ਕੀਤੀ ਹੈ। ਤੇ ਫਿਰ ਪ੍ਰਮਾਤਮਾ ਉੱਥੇ ਹੀ ਖੁਸ਼ ਹੁੰਦਾ ਹੈ ਜਿੱਥੇ ਸੱਚ ਪ੍ਰਗਟ ਹੁੰਦਾ। ਪ੍ਰਮਾਤਮਾ ਕਦੇ ਨਹੀਂ ਖੁਸ਼ ਹੋਊਗਾ ਤੁਸੀਂ ਝੂਠ ਦੇ ਨਾਲ ਜੀਵਨ ਬਤੀਤ ਕਰੋ। ਪ੍ਰਮਾਤਮਾ ਚਾਹੁੰਦਾ ਕਿ ਥੋੜਾ ਜਿਹਾ ਜੇ ਤੂੰ ਸੱਚ ਚੱਲੇਗਾ ਤੇ ਤਾਂ ਹੀ ਮੈਨੂੰ ਚੰਗਾ ਲੱਗੇ। ਹੁਣ ਤੁਹਾਡਾ ਬੱਚਾ ਕਿਲੋ ਤੁਹਾਡੇ ਸਾਹਮਣੇ ਝੂਠ ਬੋਲੇ, ਤੁਹਾਡੇ ਪੈਸੇ ਚੋਰੀ ਕਰੀ ਜਾਵੇ, ਤੁਹਾਡਾ ਘਰ ਨੂੰ ਨੁਕਸਾਨ ਕਰੇ, ਪੜ੍ਹਾਈ ਨਾ ਕਰੇ, ਸਕੂਲੇ ਨਾ ਜਾਵੇ, ਤੁਹਾਨੂੰ ਪਸੰਦ ਆਊਗਾ ਬੱਚਾ? ਬਿਲਕੁਲ ਨਹੀਂ। ਵੀ ਕਹੋਗੇ ਪੁੱਤ ਬਹੁਤ ਬੜਾ ਵਧੀਆ ਬੱਚਾ, ਤੇਰੇ ਵਰਗਾ ਬੱਚਾ ਤੇ ਹਰ ਘਰ ਜੰਮੇ? ਵੀ ਨਹੀਂ ਕਹੋਗੇ। ਪਰ ਆਪਾਂ ਕਿੱਦਾਂ ਕੁ ਸੋਚਦੇ ਕਿ ਪ੍ਰਮਾਤਮਾ ਬੜਾ ਖੁਸ਼ ਹੈ ਸਾਡੇ ਗੰਦੇ ਕਰਮਾਂ ਨੂੰ ਵੇਖ ਕੇ? ਨਹੀਂ ਖੁਸ਼ ਹੋ, ਉਹ ਨਹੀਂ ਖੁਸ਼, ਲਾਈਕ ਨਹੀਂ ਕਰਦਾ ਪਿਆ। ਕਿਉਂ ਨਹੀਂ ਕਰਦਾ ਪਿਆ? ਉਹ ਕਹਿੰਦਾ ਕਿ ਤੂੰ ਮੇਰੇ ਤੋਂ ਦੂਰ ਜਾ ਰਿਹਾ ਵਾ। ਚਰਨਜੀਤ, ਡਿਸੀਜਨ ਤੇਰਾ ਹੈ, ਪਰ ਤੂੰ ਰਾਹ ਹੀ ਏਦਾਂ ਦਾ ਚੁਣ ਲਿਆ ਜਿਹੜਾ ਮੇਰੇ ਤੋਂ ਦੂਰ ਤੈਨੂੰ ਲੈ ਕੇ ਜਾ ਰਿਹਾ। ਤੂੰ ਦੂਜੇ ਭਾਉ ਦੇ ਵਿੱਚ ਪੈ ਗਿਆ ਤੂੰ, ਇਸ ਕਰਕੇ ਤੇਰੀ ਜਿਹੜੀ ਮੇਰੇ ਤੋਂ ਦੂਰੀ ਵੱਧਦੀ ਜਾ ਰਹੀ ਹੈ। ਤੁਸੀਂ ਵੇਖਿਆ ਨਹੀਂ ਕਿਤੇ ਆਪਣੇ ਰਿਸ਼ਤੇਦਾਰ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਫੋਨ ਕਾਲ ਕਰਦੇ ਹਾਂ, ਚਿੱਠੀ ਪੱਤਰ ਸਾਡਾ ਚੱਲਦਾ, ਦੁਆ ਸਲਾਮ ਆ, ਇਹਦਾ ਮਤਲਬ ਕਨੈਕਸ਼ਨ ਜਿੰਦਾ ਜੇ। ਜਦੋਂ ਤੁਸੀਂ ਫੋਨ ਹੀ ਨਹੀਂ ਕਰਨਾ, ਗੱਲਬਾਤ ਹੀ ਨਹੀਂ ਕਰਨੀ, ਤੇ ਹੌਲੀ ਹੌਲੀ ਕਰਕੇ ਰਿਸ਼ਤਾ ਖਤਮ ਹੋ ਜਾਣਾ ਹੈ। ਬਹੁਤ ਦੂਰ ਚੱਲ ਜਾਂਦੇ ਆਪਾਂ। ਇਸੇ ਤਰ੍ਹਾਂ ਹੀ ਸੰਸਾਰ ਦੇ ਰਿਸ਼ਤੇ ਟੁੱਟ ਜਾਂਦੇ ਨੇ। ਫਿਰ ਕਿਤੇ ਹੋਇਆ, ਕਿਤੇ 2-4 ਸਾਲ ਬਾਅਦ ਗੱਲਬਾਤ ਹੋਈ। ਕਾਹਦੀ ਗੱਲਬਾਤ? ਉਹ ਤੇ ਖਤਮ ਹੋ ਗਈ ਗੱਲ। ਮਾਲਕ ਦੇ ਨਾਲ ਵੀ ਤਾਂ ਐਵੇਂ ਹੀ ਆ ਗੋਰਖੀ ਸਾਹਿਬ, ਮਾਲਕ ਦੇ ਨਾਲ ਵੀ ਐਵੇਂ ਹੀ ਆ। ਜੇ ਆਪਾਂ ਮਾਲਕ ਨੂੰ ਯਾਦ ਕਰਦੇ ਹਾਂ, ਰਿਸ਼ਤਾ ਬਣਿਆ ਹੋਇਆ, ਨਹੀਂ ਤਾਂ ਮਾਲਕ ਦਾ ਰਿਸ਼ਤਾ ਜਿਹੜਾ ਮਾਇਆ ਖੋਹ ਲੈਂਦੀ। ਮੁੜ ਕੇ ਤੇ ਫਿਰ ਤਾਂ ਉਹੀ ਗੱਲ ਹੋਈ ਕਿ ਤੁਸੀਂ 15-20 ਸਾਲ ਹੋ ਗਏ ਫੋਨ ਹੀ ਨਹੀਂ ਕੀਤਾ ਅਗਲੇ ਨੂੰ। ਹਾਂ, ਇਹ ਕਹਿਣ ਨੂੰ ਜ਼ਰੂਰ ਫੀਲਿੰਗ ਲੈਂਦੇ ਜੋ ਮੇਰਾ ਭੂਆ ਦਾ ਮੁੰਡਾ ਹੈਗਾ, ਮੇਰੇ ਮਾਮੇ ਦਾ ਮੁੰਡਾ। ਠੀਕ ਹੈ, ਤੇਰੇ ਮਾਮੇ ਦਾ ਮੁੰਡਾ ਹੈਗਾ ਵਾ, ਤੈਨੂੰ ਕਿੰਨੇ ਸਾਲ ਹੋ ਗਏ ਇਹਦੇ ਨਾਲ ਗੱਲ ਕੀਤਿਆਂ ਨੂੰ? ਇਹ ਜੀ 10 ਸਾਲ ਹੋ ਗਏ। ਫਿਰ ਤੇਰਾ ਮਾਮੇ ਦਾ ਮੁੰਡਾ ਕਾਹਦਾ ਹੋਇਆ? ਫਿਰ ਤੂੰ ਫੀਲਿੰਗ ਲੈਣਾ ਵਾ ਕਿ ਹਾਂ ਮੇਰੇ ਮਾਮੇ ਦਾ ਮੁੰਡਾ ਹੈਗਾ, ਪਰ ਅੰਦਰ ਚ ਕੁਛ ਨਹੀਂ ਹੈਗਾ। ਉਹ ਹਿਸਾਬ ਸਾਡਾ ਐਵੇਂ ਗੱਲ ਚ ਡੱਬਾ ਪਾਇਆ, ਰੱਬ ਨੂੰ ਹੀ ਬੜਾ ਮੰਨਦੇ ਆ, ਅਸੀਂ ਰੱਬ ਨੂੰ ਲੱਭਦੇ ਫਿਰਦੇ ਆ। ਉਹ ਕੇਵਲ ਪਖੰਡ ਹੈ ਨਿਜਰ ਸਾਹਿਬ। ਬਿਲਕੁਲ। ਹਾਂ, ਰੱਬ ਨੂੰ ਤਾਂ ਕਦੀ ਯਾਦ ਹੀ ਨਹੀਂ ਕੀਤਾ ਆਪਾਂ ਨੇ। ਰੱਬ ਨੂੰ ਤਾਂ ਕਦੀ ਸੋਚਿਆ ਹੀ ਨਹੀਂ। ਰੱਬ ਨੂੰ, ਰੱਬ ਵੱਲ ਨੂੰ ਤਾਂ ਬਿਰਤੀ ਨਹੀਂ ਗਈ। ਰੱਬ ਸਾਡੀ ਸੋਚ ਹੀ ਨਹੀਂ ਹੈਗਾ। ਬਿਲਕੁਲ ਨਹੀਂ ਹੈਗਾ। ਔਰ ਮਨ ਨੇ ਉਹਨਾਂ ਚਿਰ ਸ਼ਾਂਤੀ ਨਹੀਂ, ਜਿੰਨਾ ਚਿਰ ਤੁਸੀਂ ਰੱਬ ਦੇ ਚਰਨਾਂ ਚ ਨਹੀਂ ਜਾਂਦੇ। ਬਿਲਕੁਲ। ਹਾਂ, ਇਹਨੂੰ ਰੱਬ ਚਾਹੀਦਾ, ਇਹਨੂੰ ਪਦਾਰਥ ਕਿਤੇ ਚਾਹੀਦੇ ਨਹੀਂ। ਇਹ ਵਿਚਾਰਾ ਦੁਖੀ ਹੋ ਕੇ ਲੱਭਦਾ ਫਿਰਦਾ। ਤੁਸੀਂ ਪਰ ਇਹਨੂੰ ਰੋਕੋ ਨਾ। ਇੱਕ ਤੇ ਰੋਕਣਾ ਹੁੰਦਾ ਨਾ, ਤੁਸੀਂ ਕੋਈ ਦੋਸ਼ ਨੂੰ ਰੋਕ ਲੋਗੇ, ਰੋਕਿਆ ਨੇ ਉਗਣ ਦਾ ਤਿਆਗ ਨਹੀਂ ਕਰਨਾ। ਤੁਸੀਂ ਇਹਦੇ ਸਾਹਮਣੇ ਵਿਵੇਕ ਬੁੱਧੀ ਦਾ ਪਹਾੜ ਖੜਾ ਕਰਕੇ ਜਿਹੜੀ ਇਹਨੇ ਲੀਕ ਨੂੰ ਚੰਗਾ ਸਮਝਦਾ ਨਾ, ਉਸ ਲੀਕ ਤੋਂ ਵੱਡੀ ਇੱਕ ਲੀਕ ਖਿੱਚ ਦੋ। ਆਪਣੇ ਆਪ ਹੀ ਲੀਕ ਛੋਟੀ ਹੋ ਜਾਣੀ ਹੈ, ਇਹਨੇ ਕਨਵਿੰਸ ਹੋ ਜਾਣਾ। ਤੁਸੀਂ ਇਹਨੂੰ ਰੋਕੋ ਨਾ, ਇਹਨੂੰ ਰੋਕੋ। ਮਨ ਕੀਤਾ ਮਿੱਠਾ ਖਾਣ ਨੂੰ, ਤੁਸੀਂ ਇਹਨਾਂ ਕੋਲ ਮਿੱਠਾ ਨਹੀਂ ਖਾਣਾ। ਉਹਨੂੰ ਇੱਕ ਦੱਸੋ ਕਿ ਮਿੱਠਾ ਖਾਣ ਦੇ ਨਾਲ ਮੇਰਾ ਵਜਨ ਵੱਧਦਾ ਹੈ, ਮੇਰੇ ਸਰੀਰ ਚ ਔਗਣ ਹੁੰਦੇ ਨੇ, ਪੁਰਾਣੇ ਕੰਮ ਹੁੰਦੇ ਨੇ। ਫਿਰ ਆਪਣੇ ਆਪ ਹੀ ਮੰਨ ਜਾਏਗਾ, ਛੱਡ ਦੇਗਾ। ਔਰ ਫਿਰ ਇਹਨੂੰ ਮਜਬੂਰ ਹੋਣ ਦੀ ਲੋੜ ਨਹੀਂ ਆ। ਇਹਨੂੰ ਪਤਾ ਲੱਗ ਗਿਆ ਕਿ ਸਹੀ ਨਹੀਂ ਹੈਗੀ। ਔਰ ਇੱਕ ਚੀਜ਼ ਹੋ ਰਿਹਾ ਗੁਰਕੀ ਸਾਹਿਬ, ਦੇਖੋ, ਚਲੋ ਜੇ ਮਨ ਮਿੱਠਾ ਖਾਣ ਨੂੰ ਕਰ ਵੀ ਰਿਹਾ ਹੈ, ਤੇ ਤੁਸੀਂ ਜਿਹੜਾ ਦੂਸਰੇ ਪਾਸਿਓਂ ਜਿਹੜਾ ਹੈਗਾ ਕਲੋਰੀ ਨੂੰ ਘਟਾ ਲਓ, ਔਰ ਮਿੱਠੇ ਦਾ ਜੇ ਤੁਹਾਨੂੰ ਚਾਹੀਦਾ ਵੀ ਹੈ ਤੇ ਥੋੜਾ ਸਵਾਦ ਲੈ ਲਓ। ਉਹਦੇ ਚ ਕੀ ਫਰਕ ਪੈਂਦਾ? ਨਿੱਜੀ ਸਾਹਿਬ, ਖਾਣ ਤੋਂ ਤਾਂ ਕਦੇ ਮਨਾ ਹੀ ਨਹੀਂ ਕੀਤਾ। ਇਹ ਕਹਿੰਦੇ ਕਿ ਥੋੜਾ ਖਾਓ ਬਸ। ਪਰ ਖਾਣਾ ਤੇ ਉਹ ਓਵਰ ਖਾਣਾ, ਉਹ ਚ ਫਰਕ ਹੁੰਦਾ। ਤੁਸੀਂ ਲਿਮਟ ਨਾਲ ਖਾ ਲਓ, ਕੋਈ ਵੀ ਚੀਜ਼ ਖਾਓ, ਤੁਹਾਨੂੰ ਕੁਛ ਨਹੀਂ ਕਹੂਗੀ।
ਤਰਸਾਉਣਾ ਨਹੀਂ ਆਪਣੇ ਆਪ ਨੂੰ, ਹੂੰ। ਪਰ ਇਹ ਮੈਂ ਕਹਿੰਦਾ ਕਿ ਥੋੜਾ ਜਿਹਾ ਉਹਨੂੰ ਇੱਕ ਲਿਮਟ 'ਚ ਖਾ ਲਓ। ਠੀਕ ਹੈ ਬਿਲਕੁਲ। ਜੀ ਨਿੱਜਰ ਸਾਹਿਬ, ਅੱਜ ਦੀ ਵਿਚਾਰ ਨਹੀਂ ਗੋਰਖੀ ਸਾਹਿਬ, ਵਿਚਾਰ ਦਾ ਸਾਰਾਂਸ਼ ਤਾਂ ਨਿਕਲਿਆ ਨਹੀਂ। ਇੱਕ ਆਖਰੀ ਜਿਹੜਾ ਹੈਗਾ ਉਹਨਾਂ ਦਾ ਨਾਮਦੇਵ ਜੀ ਦਾ ਜਿਹੜਾ ਰਹਿ ਗਿਆ ਚੌਥਾ ਬੰਦ, ਔਰ ਇਹ ਮੈਂ ਸਮਰਾਈਜ਼ ਕਰ ਦਿੰਦਾ ਹੈ ਵੀ ਪਹਿਲਾ ਬੰਦ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਗਿਆਨ ਨੂੰ ਲੈਣਾ ਹੈ, ਗਿਆਨ ਨੂੰ ਖਾਲੀ ਗਾਉਣਾ ਨਹੀਂ ਆ, ਇਹ ਗਿਆਨ ਨੂੰ ਜਿਹੜਾ ਹੈਗਾ ਉਪਯੋਗ ਕਰਨਾ ਹੈ, ਗਿਆਨ ਦੇ ਅਨੁਸਾਰ ਚੱਲਣਾ ਹੈ। ਦੂਸਰਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਕੀ ਕਰਨਾ ਹੈ, ਧਿਆਨ ਸਿਮਰਨ ਕਰਨਾ ਹੈ, ਆਪਣੇ ਜਿਹੜੇ ਹੈਗੇ ਰਾਮ ਨੂੰ ਗਾਉਣਾ ਹੈ, ਮਾਇਆ ਤੋਂ ਅਤੀਤ ਹੋਣਾ ਹੈ, ਆਕੁਲ ਦੇ ਘਰ ਜਾਣਾ ਹੈ, ਅੰਦਰ ਵੜਨਾ ਹੈ। ਤੀਸਰਾ ਉਹਨਾਂ ਨੇ ਕਿਹਾ ਕਿ ਬਈ ਮੈਂ ਜਿਹੜਾ ਹੈਗਾ ਇਹ ਜੋਗੀਆਂ ਵਾਂਗੂ ਈੜਾ ਪਿੰਗਲਾ ਸੁਖਮਨਾ ਜਿਹੜਾ ਹੈਗਾ ਸਾਹ ਜਿਹੜੇ ਹੈਗੇ ਇਹ ਕਸ਼ਟਦਾਇਕ ਜਿਹੜੇ ਹੈਗੇ ਇਹ ਤਪ ਨਹੀਂ ਕਰੂੰਗਾ, ਇਹ ਕਸ਼ਟ ਨਹੀਂ ਸਹਾਰੂੰਗਾ, ਮੈਂ ਤਾਂ ਜਿਹੜਾ ਧਿਆਨ ਸਿਮਰਨ ਕਰੂੰਗਾ। ਅਤੇ ਚੌਥਾ ਜਿਹੜਾ ਹੈ ਉਹ ਕਹਿੰਦੇ ਆ ਕਿ ਜਲ ਦੇ ਵਿੱਚ ਮੈਂ ਜਿਹੜਾ ਹੈਗਾ ਇਹ ਇੱਧਰ ਉੱਧਰ ਤੀਰਥਾਂ ਦੇ ਉੱਤੇ ਨਹੀਂ ਜਾਊਂਗਾ। ਮੇਰੇ ਗੁਰੂ ਨੇ ਮੇਰੇ ਬ੍ਰਹਮ ਗਿਆਨੀਆਂ ਨੇ ਮੈਨੂੰ ਦੱਸ ਦਿੱਤਾ ਬਈ ਤੀਰਥ ਘੱਟ ਦੇ ਅੰਦਰ ਹੈ, ਮੈਂ ਉੱਥੇ ਨਾ ਆਊਂਗਾ। ਹੁਣ ਆਖਰੀ ਬੰਦ ਜਿਹੜਾ ਹੈਗਾ ਨਾਮਦੇਵ ਜੀ ਕਹਿੰਦੇ ਪੰਚ ਸਹਾਈ ਜਨ ਕੀ ਸੋਭਾ, ਕਹਿੰਦੇ ਜੇ ਤੂੰ ਇਹ ਧਿਆਨ ਸਿਮਰਨ ਕਰਨ ਲੱਗ ਪਿਆ ਮਿੱਤਰਾ, ਜੇ ਤੂੰ ਆਹ ਤੀਰਥ 'ਤੇ ਤੇਰੇ ਘੱਟ ਦੇ ਵਿੱਚ ਤੀਰਥ ਹੈ ਇਹਦੇ 'ਤੇ ਨਹਾਉਣ ਲੱਗ ਪਿਆ, ਅਤੇ ਤੇਰੇ ਜਿਹੜੇ ਹੈਗੇ ਇਹ ਗਿਆਨ ਇੰਦਰੀਆਂ ਜਿਹੜੀਆਂ ਇਹਨਾਂ ਨੇ ਤੈਨੂੰ ਸਹਾਇਤਾ ਕਰਨੀ ਸ਼ੁਰੂ ਕਰ ਦੇਣੀ ਆ, ਇਹਨਾਂ ਨੇ ਵੀ ਲੱਗ ਜਾਣਾ ਇਸ ਪਾਸੇ ਨੂੰ, ਕਿਉਂਕਿ ਸਵਾਦ ਚਾਹੀਦਾ ਹੈ। ਮਨ ਨੂੰ ਸਵਾਦ ਆ ਗਿਆ ਅਤੇ ਗਿਆਨ ਇੰਦਰੀਆਂ ਮਨ ਦੇ ਕੰਟਰੋਲ 'ਚ ਤਾਂ ਹੈਗੀਆਂ। ਜਨ ਕੀ ਸੋਭਾ, ਤੇਰੀ ਸੋਭਾ ਹੋਣ ਲੱਗ ਜਾਣੀ ਆ, ਵਾਹ ਹੋਣ ਲੱਗ ਜਾਣੀ ਆ ਦੁਨੀਆ ਦੇ ਵਿੱਚ। ਲੋਕਾਂ ਨੇ ਤੈਨੂੰ ਪੂਜਣਾ ਸ਼ੁਰੂ ਕਰ ਦੇਣਾ, ਲੋਕਾਂ ਨੇ ਤੈਨੂੰ ਜਿਹੜਾ ਹੈਗਾ ਤੇਰੇ ਪਿੱਛੇ ਆਉਣਾ ਸ਼ੁਰੂ ਕਰ ਦੇਣਾ। ਪੰਚ ਸਹਾਈ ਜਨ ਕੀ ਸੋਭਾ, ਕਿਉਂਕਿ ਲੋਕੀ ਜਿਹੜੇ ਲੱਭਦੇ ਆ ਵਿਚਾਰੇ, ਜਿਨ੍ਹਾਂ ਨੂੰ ਚਾਹੀਦਾ ਹੈ, ਜਿਹੜਿਆਂ ਦੇ ਅੰਦਰ ਮਾਇਆ ਵੱਲੋਂ ਜਿਹੜੇ ਹੈਗੇ ਦੰਦ ਖੱਟੇ ਹੋਏ ਪਏ ਆ, ਉਹਨਾਂ ਨੂੰ ਤਾਂ ਜਿਹੜਾ ਹੈਗਾ ਕੋਈ ਮਸਾ ਮਿਲੇ। ਕਹਿੰਦੇ ਫਿਰ ਤੇਰੀ ਦੁਨੀਆ 'ਚ ਵਾਹ ਹੋਣੀ ਆ। ਪੰਚ ਸਹਾਈ ਜਨ ਕੀ ਸੋਭਾ, ਪਲੋ ਨਾ ਕਹਾਉਂਗੋ, ਕਹਿੰਦੇ ਮੈਂ ਫਿਰ ਫੁੱਗ ਕੇ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਉਹ ਨਹੀਂ ਬਣ ਜੂੰਗਾ, ਮਹਾਂਪੁਰਖ ਨਹੀਂ ਬਣ ਕੇ ਬੈਠ ਜਾਊਂਗਾ। ਪੰਚ ਸਹਾਈ ਜਨ ਕੀ ਸੋਭਾ, ਪਲੋ ਨਾ ਕਹਾਉਂਗੋ, ਨਾਮਾ ਕਹੈ ਚਿਤ ਹਰ ਸਿਉ ਰਾਤਾ, ਸੁਨ ਸਮਾਧ ਸਮਾਉਂਗੋ, ਕਹਿੰਦੇ ਮੈਂ ਤਾਂ ਮੇਰਾ ਚਿੱਤ ਪਰਮਾਤਮਾ ਦੇ ਨਾਲ ਰਤਿਆ ਹੋਇਆ ਹੈ, ਮੈਂ ਤਾਂ ਬਸ ਸੁਨ ਸਮਾਧੀ ਜਿਹੜੀ ਹੈਗੀ ਉਸੇ ਨੂੰ ਵਧਾਈ ਜਾਊਂਗਾ ਪਾਏ, ਸੁਨ ਦੇ ਵਿੱਚ ਹੀ ਬੈਠਾ ਰਹੂੰਗਾ। ਹਾਂਜੀ ਗੋਰਖੀ ਸਾਹਿਬ ਇੱਥੇ ਬੋਲੋ ਜੀ ਹੁਣ ਜ਼ਰੂਰ ਸਾਨੂੰ ਦੱਸੋ। ਹਾਂਜੀ, ਇੱਥੇ ਲਾਸਟ ਤੇ ਉਹਨਾਂ ਨੇ ਉਹ ਚੀਜ਼ ਨੂੰ ਸਮਝਾਇਆ, ਕਹਿੰਦੇ ਪੰਜ ਸਹਾਈ ਜਨ ਕੀ ਸੋਭਾ, ਭਲੋ ਨਾ ਖਾਓ। ਤੇ ਕਹਿੰਦੇ ਕਿ ਜਦੋਂ ਇਹ ਪੰਜ ਜਿਹੜੀਆਂ ਇੰਦਰੀਆਂ ਤੁਹਾਡੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹਨਾਂ ਨੇ ਤੁਹਾਡੇ ਜਿਹੜੇ ਨਾ ਸਹਾਈ ਹੋ ਜਾਣਾ। ਵੈਸੇ ਵੀ ਜਿਹੜੇ ਪੰਜ ਔਗਣ ਨੇ ਨਿੱਜਰ ਸਾਹਿਬ ਇਹੋ ਹੀ ਮੁੜ ਕੇ ਬਦਲ ਕੇ ਗੁਣ ਚ ਪਰਿਵਰਤਨ ਹੋ ਜਾਂਦੇ। ਹਾਂ ਹੁਣ ਦੇਖੋ ਕਰਦੇ ਦਾ ਮਤਲਬ ਕੀ ਹੈ, ਸਬਜ਼ੀ ਸੁਬਜੀ ਕੱਟੋ, ਹੋਰ ਆਪਣੇ ਜੋ ਕੰਮ ਕਰਨੇ ਕਰੋ। ਹੁਣ ਇਹ ਥੋੜੀ ਕਿ ਉਂਗਲ ਤੇ ਮਾਰ ਕੇ ਉਂਗਲ ਵੱਢ ਲਓ। ਚੀਜ਼ ਉਹੀ ਆ, ਉਹਦਾ ਪ੍ਰਯੋਗ ਤੇ ਉਹਦਾ ਦੁਰਪ੍ਰਯੋਗ ਕਰਦੇ ਆ। ਉਹਨਾਂ ਦੇ ਇੰਦਰੀਆਂ ਦੇ ਜਿਹੜੇ ਪ੍ਰਯੋਗ ਆ ਸਹੀ ਹੋ ਜਾਣ। ਇਹੋ ਹੀ ਫਿਰ ਇੰਦਰੀਆਂ ਜਿਹੜੀਆਂ ਤੁਹਾਨੂੰ ਫਿਰ ਸੱਚ ਵੱਲ ਲੈ ਜਾਂਦੀਆਂ ਨੇ। ਇਹਦੇ ਹਾਲ ਜਿਹੜੀਆਂ ਇੰਦਰੀਆਂ ਮਾਇਆ ਦੇ ਵੱਲ ਤੁਰੀਆਂ ਜਾ ਰਹੀਆਂ ਨੇ, ਜਦੋਂ ਅੰਤਰਾਕਰਨ ਚ ਸ਼ੁੱਧੀ ਹੋ ਗਈ, ਇਹਨਾਂ ਇੰਦਰੀਆਂ ਨੇ ਆਪਣੀ ਦਿਸ਼ਾ ਬਦਲ ਦੇਣੀ। ਇਹਨਾਂ ਫਿਰ ਮਨ ਨੂੰ ਅੰਦਰਮੁਖੀ ਕਰ ਦੇਣਾ। ਮਨ ਅੰਦਰਮੁਖੀ ਹੋਇਆ ਤੇ ਇੰਦਰੀਆਂ ਦੇ ਜਿਹੜੇ ਬਾਹਰ ਦੇ ਰਸ ਆ ਭੋਗ ਆ ਆਪਣੇ ਆਪ ਹੀ ਤਿਆਗੇ ਜਾਣੇ। ਕਹਿੰਦੇ ਸਨਾਮਾ ਕਹੇ ਚਿਤ ਹਰ ਸਿਉ ਰਾਤਾ, ਸੁਨ ਸਮਾਧ ਸਮਾਓ। ਆਪਾਂ ਠੀਕ ਹੈ, ਜਦੋਂ ਤੁਸੀਂ ਤੁਹਾਡੀ ਇੰਦਰੀਆਂ ਬਾਹਰ ਮੁਖ ਤੋਂ ਟੁੱਟ ਕੇ ਅੰਦਰ ਮੁਖੀ ਹੋ ਗਈਆਂ, ਤੁਸੀਂ ਸੁਨ ਚ ਸਮਾ ਜਾਣਾ। ਹੁਣ ਤੁਸੀਂ ਜਿਹੜਾ ਤੁਸੀਂ ਹੁਣ ਦੀ ਸਮਾਧੀ ਚ ਅਨੁਭਵ ਕਰਦੇ ਜੋ ਸਾਧਨਾ ਦੁਆਰਾ, ਮੁੜ ਕੇ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਣਾ। ਜਿੱਦਾਂ ਇੱਕ ਮਾਂ ਨੂੰ ਪਤਾ ਹੈ ਬੱਚਾ ਕੀ ਕਰਦਾ ਹੈ, ਜਿੱਦਾਂ ਇੱਕ ਔਰਤ ਆ ਉਹ ਸਿਰ ਤੇ ਮਟਕਾ ਚੁੱਕੀ ਫਿਰਦੀ ਹੈ, ਫਿਰ ਵੀ ਉਹਨੂੰ ਪਤਾ ਕਿ ਪਾਣੀ ਹੈਗਾ, ਗੱਲਾਂ ਕਰਦੀ ਹੈ। ਜਿੱਦਾਂ ਤੁਸੀਂ ਡਰਾਈਵਿੰਗ ਕਰਦੇ, ਕਾਰ ਚਲਾਉਂਦੇ ਆ, ਤੁਹਾਡਾ ਧਿਆਨ ਡਰਾਈਵਿੰਗ ਸੜਕ ਚ ਰਹਿੰਦਾ ਹੈ, ਤੁਸੀਂ ਗੱਲਾਂ ਵੀ ਕਰਦੇ, ਸਭ ਕੁਝ ਕਰੀ ਜਾਂਦੇ। ਉਸੇ ਤਰ੍ਹਾਂ ਦੀ ਅਵਸਥਾ ਤੁਹਾਡੇ ਅੰਦਰ ਸੁਰਨ ਚ ਰਹਿਣੀ ਆ। ਤੁਹਾਡੀ ਸੁਰਤੀ ਸੁਰਨ ਚੋਂ ਬਾਹਰ ਨਹੀਂ ਆਵੇਗੀ। ਬਿਲਕੁਲ ਹਾਂ, ਜਦੋਂ ਸੁਰਤੀ ਤੁਹਾਡੀ ਸੁਰਨ ਚ ਗਈ ਬਸ ਉੱਥੇ ਰਹਿ ਜਾਣੀ ਆ, ਵਾਪਸ ਆਉਣੀ ਨਹੀਂ ਆ। ਕਿ ਸੁਰਨ ਦੇ ਵਿੱਚੋਂ ਬਾਹਰ ਕੱਢਣਾ ਬੜਾ ਔਖਾ ਬੰਦੇ, ਬਹੁਤ ਔਖਾ। ਤੁਸੀਂ ਚਾਹ ਕੇ ਵੀ ਵਿਚਾਰਾਂ ਚ ਨਹੀਂ ਆ ਸਕਦੇ। ਇੱਕ ਚੀਜ਼ ਆਪ ਜਸਟ ਸੋਚੋ ਕਿ ਇੱਕ ਤੇ ਆਪ ਕਰਨਾ ਹੁੰਦਾ ਨਾ, ਤੁਸੀਂ ਰੋਕੋਗੇ, ਰੋਕਣ ਦੀ ਲੋੜ ਨਹੀਂ। ਸੁਰਨ ਚ ਸੁਰਤੀ ਬਾਹਰ ਹੀ ਨਹੀਂ ਆਉਂਦੀ, ਕਿਉਂਕਿ ਉਹਦਾ ਵੈਕਿਊਮ ਬਹੁਤ ਪਾਵਰਫੁਲ ਹੈ ਨਿੱਜਰ ਸਾਹਿਬ। ਬਿਲਕੁਲ ਸੰਸਾਰ ਚ ਪਾਵਰ ਹੀ ਨਹੀਂ ਹੈਗੀ, ਬਹੁਤ ਮਾਮੂਲੀ ਜਿਹਾ ਹੈ ਸੰਸਾਰ। ਉਹ ਸੋਨੇ ਜਦੋਂ ਖਿੱਚਦਾ ਹੈ ਨਾ, ਉਹ ਜਿੱਦਾਂ ਬਲੈਕ ਹੋਲ ਨਹੀਂ ਵੇਖਿਆ। ਇੱਕ ਸਮਾਂ ਆਊਗਾ
ਤੁਹਾਡਾ ਕੰਟਰੋਲ ਹੈਗਾ, ਪਰ ਜਦੋਂ ਧਰਤੀ ਦੀ ਗ੍ਰੈਵਿਟੇਸ਼ਨ 'ਚ ਕੋਈ ਚੀਜ਼ ਆ ਜਾਂਦੀ ਹੈ ਨਾ, ਫਿਰ ਧਰਤੀ ਖਿੱਚ ਲੈਂਦੀ ਹੈ ਉਹਨੂੰ। ਉਸ ਤਰ੍ਹਾਂ ਹੈਗਾ ਬਿਲਕੁਲ। ਜਿਵੇਂ ਨਾ ਤੁਸੀਂ ਦੇਖੋ ਉੱਪਰੋਂ ਜਿਹੜਾ ਹੈਗਾ ਕੋਈ ਲਿਫਟ ਜਿਹੜੀ ਖਰਾਬ ਹੋ ਜਾਏ ਤੇ ਕਿਵੇਂ ਜਾਂਦੀ ਹੈ, ਉਸ ਤਰੀਕੇ ਨਾਲ ਜਿਹੜੀ ਹੈ ਸੁਰਤ ਜਿਹੜੀ ਹੈ ਉੱਪਰ ਚੜੇਗੀ। ਤੁਸੀਂ ਖਿੱਚ ਨਹੀਂ ਸਕਦੇ, ਤੁਸੀਂ ਰੋਕ ਥੋੜੀ ਸਕਦੇ ਨਾ। ਉਹ ਤਾਂ ਪਾਵਰਫੁਲ ਬਹੁਤ ਹੈ, ਪਰ ਇੱਕ ਲੈਵਲ ਹੈਗਾ ਜਦੋਂ ਤੁਸੀਂ ਮਾਇਆ ਤੋਂ ਅੱਗੇ ਲੰਘ ਗਏ ਨਾ, ਵਿਚਾਰ ਮੰਡਲ ਤੋਂ ਅੱਗੇ, ਫਿਰ ਸੁਰਤੀ ਨੂੰ ਵਾਪਸ ਨਹੀਂ ਖਿੱਚਿਆ ਜਾ ਸਕਦਾ। ਉਹ ਵੈਕਿਊਮ ਹੈ ਬਹੁਤ ਵੱਡਾ, ਤੇ ਬਸ ਉੱਥੇ ਜਿਹੜਾ ਪਹੁੰਚ ਗਿਆ ਫਿਰ ਉਹ ਕਹਿੰਦੇ ਸਹਿਜ ਸਮਾਧੀ। ਮਤਲਬ ਕਿ ਹੁਣ ਖਿੱਚਣ ਦੀ ਲੋੜ ਨਹੀਂ, ਆਪਣੇ ਆਪ ਹੀ ਖਿੱਚ ਕੇ ਬੈਠੀ ਹੋ। ਫਿਰ ਉੱਥੋਂ ਨਿਕਲਣਾ ਬੜਾ ਔਖਾ। ਕਈ ਕਹਿੰਦੇ ਆ ਗੋਰਖੀ ਸਾਹਿਬ ਦੇਖ ਲਓ, ਕਹਿੰਦੇ ਜੀ ਕਿੱਥੇ ਜੀ ਲਿਖਿਆ ਜੀ ਸੁੰਨ ਸਮਾਧ ਲਗਾਉਣੀ, ਕਿੱਥੇ ਲਿਖਿਆ? ਆਹ ਦੇਖੋ ਭਾਈ ਹੁਣ ਕਲੀਅਰ, ਕ੍ਰਿਸਟਲ ਕਲੀਅਰ ਦੇਖ ਲਓ ਵੀ ਕੀ ਕਰ ਰਹੇ ਨਾਮਦੇਵ ਜੀ। 2 ਸ਼ਬਦ ਸੀਗੇ ਨਾਮਦੇਵ ਜੀ ਦੇ, ਪੂਰਾ ਦਾ ਪੂਰਾ ਗਿਆਨ ਦੇ ਗਏ ਆਪਾਂ ਨੂੰ। ਸਮਾਧੀ ਤੋਂ ਬਿਨਾਂ ਤਾਂ ਫਾਇਦਾ ਹੀ ਕੋਈ ਨਹੀਂ। ਹਾਂ ਸਾਧੂ ਸਹਿਜ ਸਮਾਧੀ ਬਲੀ। ਬਿਲਕੁਲ। ਜਿਹਨੇ ਸਹਿਜ ਸਮਾਧੀ ਨਹੀਂ ਦੇਖੀ ਉਹਨੂੰ ਕੀ ਪਤਾ ਜੀਵਨ ਕੀ ਹੈ, ਸੋਝੀ ਕੀ ਹੈ। ਆਪ ਧਿਆਨ ਸਿਮਰਨ ਦਾ ਮਤਲਬ ਕੀ ਹੈ? ਕੇਵਲ ਸਮਾਧੀ ਦੀ ਤਿਆਰੀ ਹੈ। ਸਮਾਧੀ ਕਿਹਨੂੰ ਕਹਿੰਦੇ ਆ? ਮਰਨ ਤੋਂ ਬਾਅਦ ਬੰਦਾ ਸਮਾਧੀ ਲੀਨ ਹੁੰਦਾ ਹੈ, ਪਰ ਅਸਲ 'ਚ ਉਹ ਨਹੀਂ ਲੀਨ ਹੋਇਆ, ਜਿਉਂਦੇ ਜੀ। ਕਬੀਰ ਜੀ ਕਹਿੰਦੇ ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿ ਮੈਂ ਜਿਉਂਦੇ ਜੀ ਉਸ ਸਮਾਧੀ 'ਚ ਚੱਲ ਗਿਆ। ਮੈਂ ਆਪਣੇ 5 ਤੱਤਾਂ ਨੂੰ ਆਪਣੇ ਆਪ ਤੋਂ ਅਲੱਗ ਕਰਕੇ ਮੈਂ ਸਮਾਧੀ ਵਿੱਚ ਜਾ ਕੇ ਉਸ ਸੱਚ ਚਿਤ ਆਨੰਦ ਨੂੰ ਦੇਖ ਲਿਆ। ਇਹਨੂੰ ਕਹਿੰਦੇ ਸਮਾਧੀ। ਬਿਲਕੁਲ। ਔਰ ਆਪਾਂ ਰੋਜ਼ ਰਾਤ ਨੂੰ ਸੌਂਦੇ ਆ ਤੇ ਇਹਦੀ ਹੀ ਜਿਹੜੀ ਹੈ ਥੋੜਾ ਜਿਹਾ ਜਿਹੜਾ ਹੈਗਾ ਸਮਾਧੀ ਵਰਗੀ ਗੱਲ ਅਵਸਥਾ ਹੁੰਦੀ ਹੈ, ਪਰ ਇਹ ਹੈ ਵੀ ਉਹ ਜਿਹੜੀ ਹੈਗੀ ਆਪਾਂ ਬੇਹੋਸ਼ੀ 'ਚ ਹੋ ਜਾਂਦੀ ਹੈ, ਇਹ ਹੋਸ਼ 'ਚ ਹੋਏਗੀ। ਬਸ ਇੰਨਾ ਹੀ। ਉਹਦਾ ਸੁੱਖ ਨਿਜਰ ਸਾਹਿਬ ਸਮਾਧੀ ਦਾ ਹੀ ਮਿਲਦਾ। ਉਦੋਂ ਮਿਲਦਾ ਵਾ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਆ। ਬਿਲਕੁਲ। ਹੁਣ ਤੁਸੀਂ ਵੇਖਿਆ ਨੀ, ਬੰਦਾ ਬਿਮਾਰ ਹੋ ਜਾਏ ਤੇ ਡਾਕਟਰ ਨੂੰ ਕੀ ਦਿੰਦਾ? ਉਹਨੂੰ ਕਹਿੰਦੇ ਇਹਨੂੰ ਬੇਹੋਸ਼ ਕਰੋ, 4-5 ਦਿਨ ਸੌਣ ਦਿਓ। ਇਹ ਜਦੋਂ ਨੀਂਦ 'ਚ ਉੱਠੂਗਾ, ਬਾਅਦ ਦੇ ਵਿੱਚ ਆਪਣੇ ਆਪ ਹੀ ਇਹਨੂੰ ਗਿਆਨ ਹੋ ਜਾਏਗਾ ਕਿ ਮੈਂ ਸ਼ਾਂਤ ਹੋ ਗਿਆ। ਬਸ ਹੋਰ ਕੀ ਆ। ਤੁਸੀਂ ਆ ਜਿਹੜੇ ਮਾਨਸਿਕ ਪਰੇਸ਼ਾਨ ਲੋਕ ਨੇ, ਉਹਨਾਂ ਨੂੰ ਦਵਾਈਆਂ ਕਾਹਦੀਆਂ ਦਿੱਤੀਆਂ ਜਾਂਦੀਆਂ? ਬਸ ਸੌਂ ਜੇ, 16-17 ਘੰਟੇ ਸੌਂ ਜੇ, 20 ਦਿਨ ਲਗਾਤਾਰ ਸੌਵੇਂ, ਇਹਦੀ ਨੀਂਦ ਸਹੀ ਹੋ ਗਈ। ਇਹ ਜਦੋਂ ਆਤਮਾ ਦੇ ਵਿੱਚ ਜਾ ਕੇ ਉੱਥੇ ਨੇ ਪ੍ਰਵੇਸ਼ ਕੀਤਾ, ਚਾਹੇ ਬੇਹੋਸ਼ੀ ਰੂਪ 'ਚ ਕੀਤਾ, ਆਟੋਮੈਟਿਕਲੀ ਇਹਨੂੰ ਸ਼ਾਂਤੀ ਮਿਲਦੀ। ਠੀਕ ਹੈ ਜੀ ਨਿਜਰ ਸਾਹਿਬ, ਅੱਜ ਦੇ ਵਿਚਾਰ। ਬਿਲਕੁਲ ਵਧੀਆ ਜੀ, ਬਹੁਤ ਵਧੀਆ ਗੁਰਕੀ ਸਾਹਿਬ। ਅੱਗੇ ਜੀ ਜੇ ਅਸੀਂ ਸਿਰਫ ਤੁਹਾਡੀ ਗੱਲ ਤੇ ਅਨੁਸਾਰ ਅਸੀਂ ਸਿਰਫ ਇੱਕ ਬੀਜ ਹੀ ਬੀਜਣ ਦਾ ਉਪਰਾਲਾ ਕਰ ਲਈਏ, ਉੱਪਰਲੀਆਂ ਵਸਤਾਂ ਦੀ ਫਿਕਰ ਹੀ ਛੱਡ ਦਈਏ, ਪਹਿਲਾਂ ਬੀਜ ਹੀ ਬੀਜ ਲਈਏ, ਉਹ ਫੁੱਲ ਪੱਤੀਆਂ ਟਾਹਣੀਆਂ ਉਹ ਆਪੇ ਉਹ ਧਰਤੀ ਦੇ ਅੰਦਰੋਂ ਆਪੇ ਹੀ ਉੱਗਣੀਆਂ, ਹਨਾ ਜੀ। ਭਾਜੀ ਸਾਡਾ ਕੰਮ ਹੈ ਕੇਵਲ ਬੀਜ ਨੂੰ ਬੀਜਣਾ, ਉਸ ਤੋਂ ਬਾਅਦ ਧਰਤੀ ਦਾ ਹੀ ਕੰਮ ਹੈ। ਧਰਤੀ ਨੇ ਉਸ ਪੌਦੇ ਨੂੰ ਆਪੇ ਵੱਡਾ ਕਰਨਾ ਤਾਂ ਜ਼ਰੂਰੀ ਹੈ ਨਾ ਜੀ ਗੁਰਕੀ ਸਾਹਿਬ। ਨਹੀਂ, ਪਰਵਰਿਸ਼ ਦੇਖੋ ਉਹ ਇੱਕ ਅਲੱਗ ਚੀਜ਼ ਹੈ। ਪਰਵਰਿਸ਼ ਦਾ ਮਤਲਬ ਕਿ ਆਪਾਂ ਉਹਦੀ ਪਰਵਰਿਸ਼ ਕਰਦੇ ਆ, ਪਰ ਨਿੱਜ ਆਪਾਂ ਜਿਹੜੇ ਫਲ ਥੋੜੀ ਲਾਉਂਦੇ ਆ, ਫੁੱਲ ਥੋੜੀ ਲਾਉਂਦੇ ਆ। ਤਾਂ ਵਾਹਿਗੁਰੂ ਨੇ ਲਾਉਣਾ ਜੀ, ਬਾਕੀ ਤਾਂ ਉਹ ਆ ਵੀ ਆਪਾਂ ਤਾਂ ਉਹਦੀ ਪਰਵਰਿਸ਼ ਤਾਂ ਕਰਨੀ ਆ, ਪਾਣੀ ਵੀ ਦੇਣਾ ਉਹਨੂੰ, ਔਰ ਲੋੜੀ ਦਾ ਸਮਾਨ ਹੀ ਪਾਉਣਾ, ਦੇਸੀ ਰੇ ਜੋ ਵੀ ਇਸ ਤਰ੍ਹਾਂ ਦਾ ਕਰਕੇ ਤਾਂ ਹੀ। ਹਾਂ, ਹੁਣ ਆਪਾਂ ਵੇਖੋ, ਆਪਾਂ ਫਸਲ ਬੀਜਦੇ ਆ, ਕਿਸਾਨ ਫਸਲ ਬੀਜਦਾ, ਫਸਲ ਬੀਜ ਕੇ ਫੁੱਲ ਥੋੜੀ ਜਾਂਦਾ। ਹੁਣ ਇਹ ਜਦੋਂ ਆਪਾਂ ਨਾਮ ਰੂਪੀ ਫਸਲ ਬੀਜੀ ਆ ਤੇ ਉੱਥੇ ਫਿਰ ਬਾਣੀ ਤੇ ਕਹਿੰਦੀ ਆ ਕਿ ਤੂੰ ਆਪਣੇ ਗੱਲੀਆਂ ਸੀ ਚੰਗੀਆਂ, ਚਾਰੀ ਬੁਰੀਆਂ, ਫਿਰ ਉਹਨੂੰ ਉਹਦੀ ਪੈਰਵਾਈ ਕਰੋਗਾ। ਸਟੈਪ ਬਾਈ ਸਟੈਪ ਪਹਿਲਾ ਕੰਮ ਤਾਂ ਅਸੀਂ ਬੀਜ ਬੀਜਣ ਦਾ ਹੀ ਕਰੀਏ, ਹਨਾ। ਸਭ ਤੋਂ ਪਹਿਲੀ ਗੱਲ ਗੁਰਬਾਣੀ ਦਾ ਬਾੜ ਹੋ ਗਈ ਨਾ, ਆਪਣੀ ਜਿਹੜੀ ਬਾੜ ਆ ਗੁਰਬਾਣੀ ਬਾੜ ਆ ਇਹ। ਹਾਂ, ਹੁਣ ਆ ਰਹੀ ਤੁਸੀਂ ਕਥਾ ਸੁਣਦੇ ਜੋ, ਇੱਥੇ ਤੁਹਾਨੂੰ ਪ੍ਰਾਪਤੀ ਤੇ ਇਹੋ ਹੀ ਹੋ ਰਹੀ ਨਾ ਕਿ ਤੁਹਾਡੀ ਕੰਧ ਮਜ਼ਬੂਤ ਕੀਤੀ ਜਾ ਰਹੀ ਆ, ਕਿ ਉਹ ਜਿਹੜਾ ਜਾਨਵਰਾਂ ਵਿੱਚ ਵੜੇ ਕੰਧ ਵੱਡੀ ਹੋ ਜੇ। ਜਦੋਂ ਗਿਆਨ ਦੀ ਕੰਧ ਵੱਡੀ ਹੋ ਗਈ, ਤੁਹਾਡੇ ਖੇਤ ਦੇ ਵਿੱਚ ਔਗਣ ਨਹੀਂ ਜੋ ਵੜ ਸਕਦਾ। ਜਿਹੜਾ ਔਗਣ ਕਿਉਂ ਵੜਦਾ ਕਿ ਗਿਆਨ ਤੁਹਾਡੇ ਕੋਲ ਕੰਧ ਨਹੀਂ ਹੈਗੀ, ਪ੍ਰੋਟੈਕਸ਼ਨ ਨਹੀਂ ਹੈਗੀ। ਹੁਣ ਅਨਕਾਡਡ ਕਰ ਰਿਹਾ, ਸੰਤੋਖ ਸੁਹਾਗਾ ਰੱਖ ਗਰੀਬੀ ਵੇਚ। ਹਾਂ ਜੀ, ਬਿਲਕੁਲ ਠੀਕ ਆ। ਹੁਣ ਤੁਸੀਂ ਵੇਖ ਲਓ, ਤੁਸੀਂ ਆਪਣੇ ਘਰ ਦੇ ਬਾਹਰ ਵੇਖੋ, ਇੱਕ ਤੁਹਾਡੀ ਬਾਉਂਡਰੀ ਵਾਲ ਹੈਗੀ ਆ। ਬਾਉਂਡਰੀ ਵਾਲ ਦਾ ਮਤਲਬ ਇਹੋ ਆ ਕਿ ਤੁਹਾਡੇ ਘਰ ਦੀ ਇੱਕ ਪ੍ਰੋਟੈਕਸ਼ਨ ਹੈ। ਕੋਈ ਬੰਦਾ ਲੰਘ ਨਹੀਂ ਸਕਦਾ। ਪਰ ਸਾਡੇ ਅੰਦਰ ਜਿਹੜੇ ਲੋਕੀ ਗੰਦਮੰਦ ਪਾਈ ਜਾਂਦੇ ਆ, ਪਰ ਸਾਡੇ ਕੋਲ ਗਿਆਨ ਹੀ ਨਹੀਂ ਹੈਗਾ। ਇਸ ਕਰਕੇ ਲੋਕੀ ਨਕਲੀ ਕਚਰਾ ਸਾਡੇ ਅੰਦਰ ਸੁੱਟੀ ਜਾਂਦੇ ਆ। ਬਾਣੀ ਦਾ ਜਦੋਂ ਆਪਾਂ ਸਹਾਰਾ ਲਿਆ, ਆਪਾਂ ਉਹ ਗਿਆਨ ਪ੍ਰਾਪਤ ਕੀਤਾ, ਤੇ ਬਾਣੀ ਤੇ ਖੰਡਨ ਕਰ ਦਿੰਦੀ। ਉਹ ਕਹਿੰਦੀ ਕਿ ਤੇਰੀ ਕੰਧ 'ਚ ਆ ਫਲਾਨੀ ਚੀਜ਼ ਆਈ, ਉਹਨੂੰ ਭੜਕਾ ਕੇ ਪਰੇ ਕਰ। ਤੇ ਬਾਣੀ ਕਹਿੰਦੀ ਆ, ਫਿਰ ਉਹ ਅੱਜ ਕਿੰਨਾ ਮਨਾ ਕੀਤਾ, ਕਹਿੰਦਾ ਤੁਸੀਂ ਤੀਰਥਾਂ ਤੋਂ ਨਾ ਨਹਾਓ, ਤੇ ਆਪਾਂ ਕਿੰਨੇ ਕੁ ਬੰਦੇ ਗੱਲ ਨੂੰ ਮੰਨਾਂਗੇ ਵੀ ਹੈਗਾ ਮਾਈ ਦਾ ਲਾਲ ਸਾਡੇ ਚੋਂ। ਉਹ ਕਹਿੰਦੇ ਘੋਟਾ ਨਾ ਨਹੀਂ ਆਪਾਂ ਮੈਂ ਪੁੱਛ ਲੈਂਦਾ, ਉਹ ਕਹਿੰਦੇ ਘੋਟਾ ਨਹੀਂ ਲਾਉਣਾ ਬਾਣੀ ਦਾ, ਤੁਸੀਂ ਉਹਨੂੰ ਵਿਚਾਰ ਕਰਨਾ। ਤੇ ਹੈ ਕੋਈ ਮਾਈ ਦਾ ਲਾਲਾ ਕਹੂਗਾ ਕਿ ਮੈਂ ਨਹੀਂ ਘੋਟਾ ਲਾਉਂਗਾ। ਲਿਖਿਆ ਤਾਂ ਹੈ ਨਾ ਜੀ ਗੁਰਬਾਣੀ ਕੀ, ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਜਾਵੇ, ਫਿਰ ਵੀ ਅਮਲ ਨਹੀਂ ਕਰਦੇ।
ਔਖਾ ਹੈ। ਬਾਣੀ ਚ ਕਹਿੰਦੀ ਆਖਣਾ ਔਖਾ ਸੱਚ ਕਰਨਾ। ਠੀਕ ਹੈ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਜੀ। ਬਹੁਤ ਵਧੀਆ ਕੋਕੀ ਸਾਹਿਬ, ਅੱਜ ਤਾਂ ਕਮਾਲ ਹੀ ਹੋਈ ਪਈ ਆ। ਠੀਕ ਹੈ ਜੀ, ਠੀਕ ਹੈ। ਓਕੇ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਜੀ ਸਾਧ ਸੰਗਤ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਮੇਰੇ ਮਾਲਿਕ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਮਾਲਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।